मेरा मुर्शिद सोना 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 मेरा। ਅਸੀਂ ਅੱਜ ਦੇ ਸਤਸੰਗ ਦੀ ਸ਼ੁਰੂਆਤ ਸੰਤ ਦਾਦੂ ਦਿਆਲ ਦੇ ਇੱਕ ਛੋਟੇ ਜਿਹੇ ਸ਼ਬਦ ਤੋਂ ਕਰਾਂਗੇ। ਸੋ ਸੰਤ ਦਾਦੂ ਦਿਆਲ ਆਪਣੇ ਸ਼ਬਦ ਦੇ ਅੰਦਰ ਇੱਕ ਬੜੀ ਪਿਆਰੀ ਔਰ ਬੜੀ ਗਹਿਰੀ ਇੱਕ ਰਮਜ ਦੱਸਦੇ ਆ। ਰਮਜ ਯਾਨੀ ਇੱਕ ਰਾਜ ਦੱਸਦੇ ਹੈ। ਔਰ ਜਰਾ ਇਸ ਰਾਜ ਨੂੰ ਸਮਝਣਾ, ਕਿਉਂਕਿ ਅਗਰ ਅਸੀਂ ਆਪਣੇ ਜੀਵਨ ਨੂੰ ਕੱਖ ਤੋਂ ਲੱਖ ਤੱਕ ਲੈ ਕੇ ਜਾਣਾ ਹੈ। ਇੱਕ ਉਦਾਹਰਨ ਦੇ ਰਹੇ ਹਾਂ। ਕੱਖ ਦਾ ਮਤਲਬ ਹੁੰਦਾ ਜਿਹਨੂੰ ਕੋਈ ਪੁੱਛਦਾ ਨਹੀਂ ਹੈ, ਜੋ ਗਲੀਆਂ 'ਚ ਰੁਲਦਾ ਫਿਰਦਾ ਹੈ। ਤਾਂ ਲੱਖ ਕਹਿੰਦੇ ਜਿਹਨੂੰ ਹਰ ਕੋਈ ਸੰਭਾਲਦਾ ਹੈ, ਜਿਹਨੂੰ ਹਰ ਕੋਈ ਪਿਆਰ ਦਿੰਦਾ ਹੈ, ਹਰ ਕੋਈ ਸਤਿਕਾਰ ਦਿੰਦਾ ਹੈ, ਹਰ ਕੋਈ ਇੱਜ਼ਤ ਦਿੰਦਾ ਹੈ। ਜਿਸ ਤਰ੍ਹਾਂ ਇਹਨੂੰ ਇਦਾਂ ਵੀ ਸਮਝ ਲਓ ਕਿ ਜੇ ਅਸੀਂ ਮੰਗਤਿਆਂ ਤੋਂ ਬਾਦਸ਼ਾਹ ਬਣਨਾ ਹੈ, ਭਿਖਾਰੀ ਤੋਂ ਰਾਜੇ ਬਣਨਾ ਹੈ, ਤਾਂ ਫਿਰ ਸਾਨੂੰ ਸੰਤ ਦਾਦੂ ਦਿਆਲ ਦੇ ਸ਼ਬਦ ਨੂੰ ਸਮਝਣਾ ਵੀ ਪੈਣਾ ਹੈ ਔਰ ਇਸ ਨੂੰ ਸਮਝ ਕੇ ਆਪਣੇ ਜੀਵਨ ਤੇ ਲਾਗੂ ਵੀ ਕਰਨਾ ਪੈਣਾ ਹੈ। ਕਿਉਂਕਿ ਜਦੋਂ ਅਸੀਂ ਸੰਤਾਂ ਗੁਰੂਆਂ ਰਹਿਬਰਾਂ ਦੇ ਵਚਨਾਂ ਨੂੰ ਸਮਝ ਕੇ ਉਹਨਾਂ ਵਚਨਾਂ ਦੇ ਮੁਤਾਬਿਕ ਆਪਣਾ ਜੀਵਨ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਫਿਰ ਸਾਡੇ ਜੀਵਨ 'ਚ ਉਹ ਮੰਜ਼ਿਲ, ਉਹ ਮੁਕਾਮ ਵੀ ਸਾਨੂੰ ਮਿਲ ਜਾਂਦਾ ਜਿੱਥੇ ਉਹ ਸਾਨੂੰ ਲੈ ਕੇ ਜਾਣਾ ਚਾਹੁੰਦੇ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਇੱਕ ਇਨਸਾਨ ਉਹ ਹੁੰਦਾ ਹੈ ਜਿਹੜਾ ਜਿੱਥੇ ਹੈ ਨਾ, ਉਹ ਕਹਿੰਦਾ ਮੈਂ ਇੱਥੇ ਹੀ ਖੁਸ਼ ਹਾਂ। ਹੁਣ ਜਿਹੜਾ ਜਿੱਥੇ ਹੈ, ਜੇ ਉੱਥੇ ਹੀ ਖੁਸ਼ ਹੈ, ਤਾਂ ਫਿਰ ਉਹ ਅੱਗੇ ਵਧਣ ਦੀ ਕਦੀ ਕੋਸ਼ਿਸ਼ ਕਰੇਗਾ ਹੀ ਨਹੀਂ। ਤਾਂ ਜੇ ਇਨਸਾਨ ਸੋਚੇ ਕਿ ਮੈਂ ਜਿੱਥੇ ਹਾਂ ਠੀਕ ਹੈ, ਪਰ ਮੈਂ ਅੱਗੇ ਵੀ ਵਧਣਾ ਹੈ, ਮੈਂ ਅੱਗੇ ਵੀ ਜਾਣਾ ਹੈ, ਕਿਉਂਕਿ ਜੀਵਨ ਦੇ ਵਿੱਚ ਅਗਰ ਇਹ ਕੁਦਰਤ ਨੂੰ ਦੇਖਿਆ ਜਾਵੇ ਤਾਂ ਕੁਦਰਤ ਹਮੇਸ਼ਾ ਹਰ ਚੀਜ਼ ਨੂੰ ਅੱਗੇ ਲੈ ਕੇ ਚੱਲਦੀ ਹੈ। ਤਾਂ ਹੀ ਤਾਂ ਅਸੀਂ ਕਈ ਵਾਰ ਦੱਸਿਆ ਹੈ ਕਿ ਪਰਮਾਤਮਾ ਨੂੰ ਬ੍ਰਹਮ ਸ਼ਬਦ ਨਾਲ ਵੀ ਯਾਦ ਕੀਤਾ ਜਾਂਦਾ ਹੈ ਕਿ ਪਰਮਾਤਮਾ ਨੂੰ ਬ੍ਰਹਮ ਵੀ ਕਿਹਾ ਜਾਂਦਾ ਹੈ। ਤਾਂ ਬ੍ਰਹਮ ਦਾ ਮਤਲਬ ਕੀ ਹੈ? ਬ੍ਰਹਮ ਦਾ ਮਤਲਬ ਇਹ ਨਹੀਂ ਕਿ ਬ੍ਰਹਮਾ ਵਿਸ਼ਨੂੰ ਮਹੇਸ਼, ਸਮਝਦੇ ਹੋ ਕਿ ਨਹੀਂ? ਉਹ ਤਾਂ ਦੇਵਤਿਆਂ ਦੇ ਨਾਮ ਹੈ। ਪਰ ਅਗਰ ਬ੍ਰਹਮ ਲਫ਼ਜ਼ ਦਾ ਅਸੀਂ ਅਰਥ ਕੱਢੀਏ, ਬ੍ਰਹਮ ਦਾ ਮਤਲਬ ਕੀ ਬਣਦਾ ਹੈ ਜਰਾ ਸਮਝਣਾ। ਜਿੱਦਾਂ ਕੋਈ ਤੁਹਾਨੂੰ ਪੁੱਛੇ ਐਪਲ ਦਾ ਮਤਲਬ ਕੀ ਬਣਦਾ, ਤੁਸੀਂ ਕਹਿਣਾ ਜੀ ਸੇਬ। ਔਰ ਸੇਬ ਦਾ ਮਤਲਬ ਕੀ ਹੈ? ਤੁਸੀਂ ਕਹਿਣਾ ਜੀ ਇੱਕ ਫਰੂਟ ਹੈ, ਇੱਕ ਫਲ ਹੈ ਜਿਹਨੂੰ ਆਪਾਂ ਖਾਂਦੇ ਹਾਂ। ਇੱਦਾਂ ਹੀ ਹੈ ਨਾ ਮਤਲਬ। ਫਿਰ ਇੱਕ ਬੰਦਾ ਕਿਸੇ ਹੋਰ ਚੀਜ਼ ਬਾਰੇ ਪੁੱਛੇ ਕਿ ਲੈ ਵੀ ਮੈਂਗੋ ਬਾਰੇ ਦੱਸੋ, ਫਿਰ ਕਹਿਣਾ ਜੀ ਉਹ ਵੀ ਇੱਕ ਫਰੂਟ ਹੈ, ਇੱਕ ਫਲ ਹੈ ਜਿਹਨੂੰ ਅਸੀਂ ਖਾਂਦੇ ਹਾਂ, ਜੋ ਸਾਨੂੰ ਸ਼ਕਤੀ ਦਿੰਦਾ ਹੈ। ਇੱਦਾਂ ਜਿਹੜੀ ਚੀਜ਼ ਬਾਰੇ ਅਸੀਂ ਕੋਈ ਨਾਮ ਲਈਏ ਨਾ, ਤਾਂ ਬੰਦਾ ਉਹ ਚੀਜ਼ ਨੂੰ ਸਮਝਦਾ ਹੈ ਕਿ ਇਹਦਾ ਮਤਲਬ ਕੀ ਹੈ। ਹੁਣ ਜਦੋਂ ਬ੍ਰਹਮ ਸ਼ਬਦ ਆਉਂਦਾ ਹੈ ਤਾਂ ਪਰਮਾਤਮਾ ਨੂੰ ਬ੍ਰਹਮ ਕਿਹਾ ਗਿਆ ਹੈ। ਤਾਂ ਬ੍ਰਹਮ ਦਾ ਮਤਲਬ ਕੀ ਹੈ? ਕਦੀ ਵਿਚਾਰ ਕਰਨਾ ਕਿ ਬ੍ਰਹਮ ਦਾ ਮਤਲਬ ਹੈ, ਅਗਰ ਬ੍ਰਹਮ ਦਾ ਅਰਥ ਕੱਢਿਆ ਜਾਵੇ ਤਾਂ ਬ੍ਰਹਮ ਸ਼ਬਦ ਦਾ ਅਰਥ ਹੈ ਜੋ ਚੀਜ਼ ਹਰ ਵੇਲੇ ਫੈਲ ਰਹੀ ਹੈ, ਜੋ ਫੈਲ ਰਿਹਾ ਹੈ, ਜੋ ਵੱਧ ਰਿਹਾ ਹੈ। ਸਮਝਦੇ ਹੋ ਕਿ ਨਹੀਂ? ਜੋ ਕਿ ਜੋ ਹੁਣ ਹੈ ਉਹ ਆਉਣ ਵਾਲੇ ਅਗਲੇ ਪਲ 'ਚ ਨਹੀਂ ਹੋਣਾ, ਉਹਨਾਂ ਅੱਗੇ ਤੋਂ ਅੱਗੇ ਫੈਲਣਾ ਹੈ। ਇਸ ਲਈ ਅਗਰ ਤੁਸੀਂ ਵਿਗਿਆਨ ਦੀ ਇੱਕ ਸ਼ੋਧ ਪੜ੍ਹੀ ਹੋਵੇ, ਵਿਗਿਆਨ ਯਾਨੀ ਵਿਗਿਆਨਿਕ, ਅੱਜ ਨਾਸਾ ਵਾਲੇ ਸਾਇੰਟਿਸਟ ਕੀ ਕਹਿੰਦੇ, ਅਮਰੀਕਾ 'ਚ ਇੱਕ ਬਹੁਤ ਬੜੀ ਯੂਨੀਵਰਸਿਟੀ ਹੈ ਜਿੱਥੇ ਸਾਰੇ ਸਾਇੰਸ ਦੇ ਪ੍ਰਯੋਗ ਕੀਤੇ ਜਾਂਦੇ ਹੈ, ਇੱਕ ਲੈਬੋਰਟਰੀ ਹੈ। ਸੋ ਨਾਸਾ ਵਾਲੇ ਕੀ ਕਹਿੰਦੇ ਕਿ ਜਿਹੜਾ ਬ੍ਰਹਿਮੰਡ ਹੈ ਨਾ, ਇਹ ਜੋ ਯੂਨੀਵਰਸ ਹੈ, ਇਹ ਵੀ ਹਰ ਪਲ ਫੈਲ ਰਿਹਾ ਹੈ। ਸਮਝਦੇ ਹੋ ਕਿ ਨਹੀਂ? ਔਰ ਜੇ ਤੁਸੀਂ ਵੀ ਆਪਣੇ ਆਪ ਨੂੰ ਦੇਖੋ ਜਾਂ ਇੱਕ ਬੱਚੇ ਨੂੰ ਦੇਖੋ ਤਾਂ ਤੁਹਾਨੂੰ ਕੀ ਲੱਗਦਾ ਹੈ? ਬੱਚਾ ਵੀ ਹਰ ਦਿਨ ਵੱਧ ਰਿਹਾ ਹੈ। ਜੇ ਤੁਸੀਂ ਕਹੋ ਜੀ ਕਿ ਮੈਂ ਤਾਂ ਕੱਲ ਵੀ 5.5 ਫੁੱਟ ਦਾ ਸੀ, ਅੱਜ ਵੀ 5.5 ਫੁੱਟ ਦਾ ਹੈ, ਜਾਂ ਕੱਲ ਵੀ 6 ਫੁੱਟ ਦਾ ਸੀ, ਅੱਜ ਵੀ 6 ਫੁੱਟ ਦਾ ਹੈ, ਤਾਂ ਬੇਸ਼ੱਕ ਤੁਹਾਡੀ ਹਾਈਟ ਨਹੀਂ ਵੱਧ ਰਹੀ, ਕਿਉਂਕਿ ਹਾਈਟ ਕਿਤੇ ਨਾ ਕਿਤੇ ਆ ਕੇ ਰੁਕ ਜਾਂਦੀ ਹੈ। ਕਿਉਂਕਿ ਜੇ ਹਾਈਟ ਵੀ ਵਧੀ ਜਾਵੇ ਤਾਂ ਜ਼ਰਾ ਸੋਚੋ, ਜੇ ਕੋਈ 100 ਸਾਲ ਜੀਵੇ ਤਾਂ ਬੰਦਾ ਕਿੱਥੇ ਪਹੁੰਚ ਜਾਏਗਾ। ਸਮਝਦੇ? ਫਿਰ ਤਾਂ ਉਹਦੇ ਵਾਸਤੇ ਕਮਰੇ 'ਚ ਰਹਿਣਾ ਹੀ ਔਖਾ ਹੋ ਜਾਣਾ। ਕਹਿਣਾ ਹੁਣ ਭਾਈ ਕਿਹੜਾ ਹਰ ਸਾਲ ਮਕਾਨਾਂ ਨੂੰ ਵੱਡੇ ਕਰੀ ਜਾਵੇ। ਤਾਂ ਹੀ ਤਾਂ ਬੰਦਾ ਛੱਤ ਕਿੰਨੀ ਰੱਖਦਾ ਹੈ, ਕਹਿੰਦਾ ਜੀ 11 ਫੁੱਟ ਦੀ ਜਾਂ 12 ਫੁੱਟ ਦੀ ਉਚਾਈ ਤੇ ਛੱਤ ਰੱਖ ਦਿਓ, ਕਿਉਂਕਿ ਪਤਾ ਹੈ ਕਿ ਬੰਦੇ ਦੀ ਲਿਮਿਟ ਕੀ ਹੈ, 6.5 ਵੱਧ ਤੋਂ ਵੱਧ 6 6.5 ਫੁੱਟ ਹੀ ਵਧਣਾ ਹੈ। ਉਹ ਤੋਂ ਥੱਲੇ ਦਾ ਕੋਈ 5 ਫੁੱਟ ਦਾ ਹੈ, ਕੋਈ 5.5 ਫੁੱਟ ਦਾ ਹੈ। ਪਰ ਜੇ ਬੰਦਾ ਵੀ ਹਰ ਸਾਲ ਵਧੇ ਤਾਂ ਫਿਰ ਉਹਨਾਂ ਕਹਿਣਾ ਭਾਈ ਇਸ ਸਾਲ ਮਕਾਨ ਹੋਰ ਹੈ ਤਾਂ ਅਗਲੀ ਵਾਰ ਨੂੰ ਛੱਤ ਚਖਾਣੀ ਪੈਣੀ ਹੈ। ਤਾਂ ਫਿਰ ਤਾਂ ਬੰਦੇ ਵਾਸਤੇ ਬੜਾ ਔਖਾ ਹੋ ਜਾਏਗਾ। ਇਸ ਲਈ ਕੁਦਰਤ ਨੇ ਸੌਖਾ ਕੀਤਾ ਕਿ ਬੰਦੇ ਦੀ ਹਾਈਟ ਨੂੰ ਰੋਕ ਦਿੱਤਾ। ਪਰ ਯਾਦ ਰੱਖੋ, ਅੰਦਰ ਕੁਛ ਨਾ ਕੁਛ ਬਦਲਾਅ ਬੰਦੇ ਦੇ ਚੱਲ ਰਿਹਾ ਹੈ। ਨਾਖੂਨ ਵੱਧ ਰਹੇ ਹੈ, ਬਾਲ ਵੱਧ ਰਹੇ ਹੈ। ਕੱਟਦੇ ਹੋ ਕਿ ਨਹੀਂ ਤੁਸੀਂ? 10 ਦਿਨਾਂ ਬਾਅਦ 15 ਦਿਨਾਂ ਬਾਅਦ ਕੱਟੋ। ਉਹ ਕੌਣ ਵਧਾ ਰਿਹਾ? ਉਹ ਬ੍ਰਹਮ ਹੈ, ਉਹ ਪਰਮਾਤਮਾ ਜੋ ਤੁਹਾਡੇ ਅੰਦਰ ਬੈਠਾ ਵੀ ਫੈਲ ਰਿਹਾ ਹੈ। ਤੁਸੀਂ ਪੇੜਾਂ ਤੋਂ ਸਾਰੇ ਪੱਤੇ ਝਾੜਦੇ ਹੋ, ਪਰ ਪੇੜਾਂ ਨੂੰ ਨਵੇਂ ਪੱਤੇ ਲੱਗਦੇ ਆ, ਨਵੀਆਂ ਟਹਿਣੀਆਂ ਫੈਲਦੀਆਂ ਹੈ। ਤੁਸੀਂ ਇੱਥੋਂ ਟਹਿਣੀ ਕੱਟਦੇ ਹੋ ਨਾ, ਪੁੰਗਰਨਾ ਹੈ ਟਹਿਣੀ ਨੇ ਔਰ ਅੱਗੇ ਫਿਰ ਵਧਣਾ ਸ਼ੁਰੂ ਕਰ ਦੇਣਾ ਹੈ, ਕਿਉਂਕਿ ਉਹਦੇ ਅੰਦਰ ਵੀ ਬ੍ਰਹਮ ਹੈ। ਬ੍ਰਹਮ ਯਾਨੀ ਪਰਮਾਤਮਾ, ਉਹ ਹਰ ਜਗ੍ਹਾ ਹੈ। ਔਰ ਜਿੱਥੇ ਵੀ ਪਰਮਾਤਮਾ ਹੈ ਉਹਦਾ ਮਤਲਬ ਹੈ ਉਹ ਫੈਲ ਰਿਹਾ ਹੈ, ਵੱਧ ਰਿਹਾ ਹੈ। ਹੁਣ ਸਰੀਰਕ ਤੌਰ ਤੇ ਕਿਤੇ ਨਾ ਕਿਤੇ ਸਾਡੀ ਗਰੋਥ ਆ ਕੇ ਰੁਕ ਜਾਂਦੀ ਹੈ, ਪਰ ਇੱਕ ਚੀਜ਼ ਹੈ ਮੈਂਟਲੀ ਤੌਰ ਤੇ ਜਾਂ ਅੰਦਰ ਜਿਹਦੀ ਗਰੋਥ ਅਸੀਂ ਜਿੰਨੀ ਚਾਹੀਏ ਉਹ ਹੋ ਸਕਦੀ ਹੈ।
क्योंकि एक ज्ञान है, एक समझ है। समझ की कोई लिमिट नहीं है। तुहाडी हाइट की लिमिट हो सकती है, तुहाडे शरीर के आकार की लिमिट हो सकती कि आकार इस तो ज़्यादा नहीं वधना, पर तुहाडे ज्ञान की, तुहाडी समझ की कोई लिमिट नहीं है। तुसीं जिन्ना मर्जी सीख सकते हो, जिन्ना मर्जी समझ सकते हो। समझते हो कि नहीं? जो एक टीचर है, उन्हें जिन्ना क समझ लिया है, हुण वो चाहे कि मैं टीचर है पर ये नाल मैं कुछ होर कला भी सीखनी है, मैं संगीत सीखना है, वो सीख सकता है। मैं गड्डी चलानी सीखनी है, सीख सकता है। मैं होर कोई चीज़ सीखनी है, इत्थे तक मैं हवाई जहाज उड़ाना सीखना है तो भी सीख सकता है, क्योंकि कॉलेज है, बस फीस पे करनी पैंदी है। समझ हो कि नहीं? सो दसना की चाहते हैं तुहानू कि स्वामी विवेकानंद जी ने बड़ी प्यारी गल कही है। इत्थे जरा याद रखना कि स्वामी विवेकानंद जी ने क्या जीवन की है और मृत्यु की है, जरा ध्यान देना। ਉਹਦੇ ਚ स्वामी विवेकानंद जी ने दसिया कि ग्रोथ इज लाइफ, श्रिंकिंग इज डेथ। क्योंकि स्वामी विवेकानंद जी के कुछ वचन है, जिदा उन्होंने कहा लव इज लाइफ, हेट्रेड इज डेथ। जरा ध्यान देने वाली गल है। उन्होंने ये भी कहा कि करज इज लाइफ और फियर इज डेथ। हुण इदां दी कुछ चीज़ां स्वामी विवेकानंद जी ने दसियां है कि प्यार ही जीवन है, तो नफरत, घृणा मृत्यु है। साहस जीवन है, तो डरना मृत्यु है। करज इज लाइफ, फियर इज डेथ। और उसके नाल स्वामी विवेकानंद जी का यह भी वर्ड है, यह भी वचन बड़ा प्यारा है कि ग्रोथ इज लाइफ, श्रिंकिंग इज डेथ। कि जो ग्रोथ असी करते हैं, जेड़ा ग्रोथ कर रहा है ना, रोज कुछ ना कुछ सीख रहा है, समझ रहा है, अपने आप को अगे बढ़ा रहा है, ਉਹੀ जींदा है। तो ਜਿਹੜਾ रुक गया, ठहर गया, नहीं मैनू सब कुछ आ गया, हुण मैनू सीखण दी की लोड़ है, हुण मैनू अगे ਵਧਣ ਦੀ की लोड़ है, समझ लो ये मुर्दा है, क्योंकि मुर्दा अगे कभी नहीं ਵਧਦਾ। सो एक इशारा है, एक कुदरत चीख चीख के इशारे कर रही है कि ए इंसान, तू जिथे है मैं तेनू उत्थे वास्ते नहीं, तेनू इथों अगे लैके जाण वास्ते पैदा किया है। तां ही तो तुसीं देखो अज तरीक कितनी है, जरा गौर करना, अज तरीक कितनी है, कितनी, कल नूं कितनी होनी है, परसों नूं कितनी होनी है। हुण बंदा कहे 15 तो अगले महीने भी आनी है 15, पर 15 अगले महीने आनी, पर महीना 11 नहीं होना, 12 होना है। फिर बंदा कहे 12वां महीना तो अगले साल भी आना है, आएगा पर 21 नहीं होना, 22 होना है, 23 होना। साल बदलेंगे, दिन बदलेंगे, महीने बदलेंगे, हफ्ते बदलेंगे, समा कदी ही ਉਹੀ नहीं रहेगा, क्योंकि अगे बढ़ रहे हैं ऐसे। समझ रहे हो कि नहीं तुसीं? इसलिए अपनी समझ नूं, अपनी सोच नूं सानू बड़ा करना पएगा, अपने ज्ञान नूं, अपनी समझ नूं बड़ा करना पएगा। जिन्ना असीं सीखण नूं तैयार हां, समझण नूं तैयार हां, उन्ना ही असीं जीवन 'च अगे वध सकदे हां। इसलिए ब्रह्म जो हर वेले फैल रहा है, हुण तुसीं चैक करो कि मैं रोज़ अगे वध रहा या मैं उत्थे ही खड़ा हां, मैं उत्थे ही बैठा हां, जरा समझना सारिਆਂ ने। इसलिए असीं कई बार दसदे हां कि तुहाडे कोल मोबाइल हुंदे तां मोबाइल वो भी अपडेट हुंदा रहिंदा है, नਵੇਂ ਤੋਂ नਵੇਂ फंक्शन ਉਹਦੇ ਵਿੱਚ ਵੀ आंदे रहंदे आ। गड्डी ਦਾ मॉडल भी हर साल तकरीबन साल, 1.5 साल, 2 साल बाद चेंज हो जाता है। पर एक बंदा है, ये दुख का कारण नहीं है कि बंदा अगे बढ़न नूं तैयार नहीं है, बंदा बदलन नूं तैयार नहीं है। बंदा जेड़े भरमां च, जेड़ियां बुरियां सोचां च, जेड़े भुलेखियां च बंदा 100 साल पहला सी, अज भी बहुत ऐसे जेड़े उन्हां भरमां, उन्हां भुलेखियां च ही फस के बैठे, अगे बढ़न नूं तैयार ही नहीं है। और यही इंसान के दुखों का कारण है। जो कहानी तुसीं सुनी होएगी, कहते ने कि छोटा जिहा हाथी, यानी जो बच्चा हुंदा है तो ਉਹਦੇ पैर ਨੂੰ ना एक मजबूत रस्सी ਨਾਲ ਬੰਨਿਆ ਜਾਂਦਾ है, मजबूत रस्सी ਨਾਲ। और वो मजबूत रस्सी ਨਾਲ ਜਦੋਂ हाथी के पैर ਨੂੰ ਬੰਨਿਆ ਜਾਂਦਾ है, बच्चे के पैर ਨੂੰ, तो बच्चा बड़ी कोशिश करता है तुराण की, बड़ी कोशिश करता लत्तां बाਹਾਂ मारन की, पर वो इन्नी मजबूत रस्सी हुंदी है कि वो बेचारा तोड़ नहीं पाता। आखिर कुछ दिन, कुछ हफ्ते लगातार कोशिश कर करके ਉਹਦੇ मन ਵਿੱਚ ਇਹ ਗੱਲ ਸੈੱਟ ਹੋ ਜਾਂਦੀ है, एक मन ਦੇ ਵਿੱਚ ਬਹਿ ਜਾਂਦੀ है कि बंधन मैं तोड़ नहीं सकता, इस करके वो कोशिश करनी बंद कर दिंदा है। हुण हौली हौली वो हाथी का बच्चा बड़ा होना शुरू हो जाता है, हाथी बड़ा हो जाता है, रस्सी ਉਹੀ ਰਹਿੰਦੀ है, पर अज भी हाथी आराम नाल खड़ा होंदा है। हुण हाथी इन्ना बड़ा हो चुका है, वो चाहे एक झटके नाल रस्सी तोड़ देवे, पर फिर भी रस्सी ਉਹਦੇ पैर 'ਚ ਰਹਿੰਦੀ है। क्यों? क्योंकि हुण वो कोशिश करता नहीं है। हालांकि रस्सी कमजोर है, हाथी ताकतवर है। एक टाइम सी जदों रस्सी ताकतवर सी, हाथी कमजोर सी, पर हुण समय दे नाल नाल वो समा आ गया कि हाथी की ताकत वध गई है, रस्सी कमजोर है, पर अज भी हाथी उन्हां बंदरां 'च वज्जा होया। क्यों? कारण यही है
ਕਿ ਕਿਤੇ ਨਾ ਕਿਤੇ ਉਹਦੇ ਮਾਈਂਡ ਨੇ, ਉਹਦੇ ਮਨ ਨੇ ਇਹ ਬਚਪਨ 'ਚ ਐਕਸੈਪਟ ਕਰ ਲਿਆ ਸੀ, ਕਬੂਲ ਕਰ ਲਿਆ ਸੀ ਕਿ ਰੱਸੀ ਤੋੜਨਾ ਮੇਰੇ ਵੱਸ ਦੀ ਗੱਲ ਨਹੀਂ ਹੈ, ਇਹ ਰੱਸੀ ਬੜੀ ਮਜ਼ਬੂਤ ਹੈ। ਅੱਜ ਹਾਥੀ ਚਾਹਵੇ ਤਾਂ ਇੱਕ ਝਟਕੇ ਨਾਲ ਰੱਸੀ ਤੋੜ ਸਕਦਾ ਹੈ, ਪਰ ਫਿਰ ਵੀ ਉਹ ਬੰਧਨ 'ਚ ਕਿਉਂ ਰਹਿੰਦਾ ਹੈ? ਕਿਉਂਕਿ ਉਹ ਕਰ ਸਕਦਾ ਹੈ, ਪਰ ਹੁਣ ਮਨ ਉਹਦਾ ਸੈੱਟ ਹੋ ਚੁੱਕਾ ਹੈ ਕਿ ਨਹੀਂ ਵੀ ਬੜੀ ਕੋਸ਼ਿਸ਼ ਕਰਕੇ ਦੇਖ ਲਈ ਸੀ, ਇਹ ਰੱਸੀ ਬੜੀ ਮਜ਼ਬੂਤ ਹੈ। ਹੁਣ ਕਿਤੇ ਨਾ ਕਿਤੇ ਉਹ ਸੋਚ ਅੱਜ ਵੀ ਉਹਦੇ ਅੰਦਰ ਰਹਿੰਦੀ ਹੈ, ਇਸ ਲਈ ਉਹ ਕਮਜ਼ੋਰ ਜਿਹੀ ਰੱਸੀ ਵੀ ਉਹਨੂੰ ਬੰਨ ਕੇ ਰੱਖਦੀ ਹੈ, ਅੱਗੇ ਵਧਣ ਨਹੀਂ ਦਿੰਦੀ, ਉਹਨੂੰ ਆਜ਼ਾਦੀ ਦਾ ਆਨੰਦ ਨਹੀਂ ਲੈਣ ਦਿੰਦੀ। ਇਸੇ ਤਰ੍ਹਾਂ ਜਦੋਂ ਇਨਸਾਨ ਵੀ ਬਚਪਨ 'ਚ ਹੁੰਦਾ ਨਾ, ਬੱਚਾ ਹੁੰਦਾ ਹੈ, ਤਾਂ ਜ਼ਰਾ ਗੌਰ ਕਰਨਾ, ਬਚਪਨ 'ਚ ਬੱਚਾ ਹੁੰਦਾ ਹੈ ਤਾਂ ਮਾਂ-ਬਾਪ ਕਹੀ ਉਹ ਉੱਥੇ ਭੂਤ ਹੈ, ਉੱਥੇ ਨਾ ਜਾਈਂ, ਆ ਫਲਾਨੀ ਚੀਜ਼ ਇਦਾਂ ਹੋ ਗਈ ਨਾ, ਆ ਤੈਨੂੰ ਮਾਹੋਂ ਬਿੱਲੀ ਨੇ ਖਾ ਲੈਣਾ। ਪਤਾ ਨਹੀਂ ਇੱਧਰ ਮਾਹੋਂ ਬਿੱਲੀ ਕਹਿੰਦੇ ਕੀ ਕਹਿੰਦੇ ਆ, ਪੰਜਾਬ 'ਚ ਤਾਂ ਇੱਦਾਂ ਹੀ ਕਹਿੰਦੇ, ਮਾਹੋਂ ਬਿੱਲੀ ਨੇ ਖਾ ਲੈਣਾ ਤੈਨੂੰ, ਐਵੇਂ ਬਾਹਰ ਨਾ ਜਾਈ ਕਰੋ। ਉਹ ਇਦਾਂ ਦੀਆਂ ਚੀਜ਼ਾਂ ਬੱਚੇ ਦੇ ਦਿਮਾਗ 'ਚ ਬਿਠਾਉਂਦੇ। ਹੁਣ ਉਹ ਬੱਚਾ ਜੇ 25 ਸਾਲ ਦਾ ਹੋ ਗਿਆ, 26 ਸਾਲ ਦਾ ਹੋ ਗਿਆ, 30 ਸਾਲ ਦਾ ਹੋ ਗਿਆ, ਹੁਣ ਵੀ ਡਰੇ, ਨਹੀਂ ਮਾਹੋਂ ਬਿੱਲੀ ਨੇ ਮੈਨੂੰ ਖਾ ਲੈਣਾ। ਇਹੀ ਹੱਸਦੇ, ਉਹ ਪਾਗਲ ਹੈ, ਹੁਣ ਤੂੰ ਬੜਾ ਹੋ ਗਿਆ, ਬੜਾ ਕਦੋਂ ਹੋਣਾ ਹੈ? ਕਮਾਲ ਦੀ ਗੱਲ ਆ, ਹੁਣ ਤੈਨੂੰ ਬਿੱਲੀ ਦਾ ਕਾਹਦਾ ਡਰ? ਚੱਲ ਬਚਪਨ 'ਚ ਡਰਾਉਣ ਵਾਸਤੇ ਠੀਕ ਸੀ, ਪਰ ਹੁਣ ਤਾਂ ਤੂੰ ਬੜਾ ਹੋ ਗਿਆ, ਹੁਣ ਤਾਂ ਸਮਝਦਾਰ ਬਣ। ਜਰਾ ਗੌਰ ਕਰਨਾ, ਹੁਣ ਬੜਾ ਹੋ ਕੇ ਜੇ ਬੰਦਾ ਡਰੇ ਤਾਂ ਫਿਰ ਅਸੀਂ ਉਹਨੂੰ ਕੀ ਕਹਾਂਗੇ ਕਿ ਸਰੀਰ ਤਾਂ ਇਹਦਾ ਬੜਾ ਹੋ ਗਿਆ, ਪਰ ਮਨ ਹਾਲੇ ਵੀ ਬੱਚਾ ਹੀ ਹੈ। ਆਹੀ ਤਾਂ ਸ਼ਾਇਦ ਗਾਣਾ ਹੀ ਬਣਿਆ, ਦਿਲ ਤੋਂ ਬੱਚਾ ਹੈ ਜੀ, ਸੁਣਿਆ ਕਿ ਨਹੀਂ? ਕਿ ਦਿਲ ਤਾਂ ਹਾਲੇ ਵੀ ਬੱਚਾ ਹੀ ਹੈ, ਕਿਉਂਕਿ ਹਾਲੇ ਵੀ ਇਹ ਦਿਲ ਨੂੰ ਸਮਝ ਨਹੀਂ ਪਾਉਂਦਾ ਕਿ ਮੈਂ ਕੀ ਕੁਝ ਕਰ ਸਕਦਾ ਹਾਂ, ਮੈਂ ਕਿਹੜੀਆਂ ਉਡਾਰੀਆਂ ਉੜ ਸਕਦਾ ਹਾਂ, ਮੈਂ ਕਿੱਥੇ ਤੱਕ ਪਹੁੰਚ ਸਕਦਾ ਹਾਂ। ਬੰਦੇ ਨੂੰ ਆਪਣੀ ਤਾਕਤ ਤੇ ਆਪਣੀ ਸ਼ਕਤੀ ਤੇ ਵਿਸ਼ਵਾਸ ਹੀ ਨਹੀਂ ਹੁੰਦਾ। ਜਿਹਦਾ ਹਾਥੀ ਨੂੰ ਵਿਸ਼ਵਾਸ ਹੈ ਨਹੀਂ ਕਿ ਰੱਸੀ ਨੂੰ ਮੈਂ ਤੋੜ ਸਕਦਾ, ਉਹ ਖੜਾ ਰਹਿੰਦਾ ਹੈ, ਕੋਸ਼ਿਸ਼ ਹੀ ਨਹੀਂ ਕਰਦਾ। ਅੱਜ ਬੰਦਾ ਵੀ ਬਹੁਤ ਕੁਝ ਜੀਵਨ 'ਚ ਹਾਸਿਲ ਕਰ ਸਕਦਾ ਹੈ, ਕਾਮਯਾਬ ਹੋ ਸਕਦਾ ਹੈ, ਸਫਲ ਹੋ ਸਕਦਾ ਹੈ, ਪਰਮਾਨੰਦ ਤੱਕ ਪਹੁੰਚ ਸਕਦਾ ਹੈ, ਆਪਣੇ ਜੀਵਨ 'ਚ ਸਾਰੀਆਂ ਖੁਸ਼ੀਆਂ ਹਾਸਿਲ ਕਰ ਸਕਦਾ ਹੈ, ਆਪਣੇ ਦੁੱਖਾਂ ਦਰਦਾਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦਾ ਹੈ। ਪਰ ਕਿਤੇ ਨਾ ਕਿਤੇ ਬੰਦਾ ਅੱਜ ਇਹ ਮੰਨ ਕੇ ਬਹਿੰਦਾ ਕਿ ਮੈਂ ਤਾਂ ਬੜਾ ਕਮਜ਼ੋਰ ਹਾਂ। ਆਪਣੀਆਂ ਸ਼ਕਤੀਆਂ ਨੂੰ ਇਨਸਾਨ ਇਸਤੇਮਾਲ ਕਰਨੇ ਨਹੀਂ ਜਾਣਦਾ। ਇਸ ਲਈ ਅਸੀਂ ਤੁਹਾਨੂੰ ਕਹਾਂਗੇ ਕਿ ਜਿਹਨੂੰ ਆਪਣੇ ਜੀਵਨ ਦਾ ਪਤਾ ਲੱਗ ਜਾਂਦਾ ਨਾ ਕਿ ਮੇਰੇ ਅੰਦਰ ਕਿਹੜੀਆਂ ਪਰਮਪਿਤਾ ਪਰਮਾਤਮਾ ਨੇ ਸ਼ਕਤੀਆਂ ਰੱਖੀਆਂ ਹੋਈਆਂ ਹੈ, ਫਿਰ ਉਹ ਦੁੱਖਾਂ ਦਰਦਾਂ ਚਿੰਤਾਵਾਂ ਪਰੇਸ਼ਾਨੀਆਂ ਦੀ ਪਰਵਾਹ ਨਹੀਂ ਕਰਦਾ, ਕਿਉਂਕਿ ਉਹਨੂੰ ਪਤਾ ਹੈ ਕਿ ਪਰੇਸ਼ਾਨੀਆਂ ਛੋਟੀਆਂ ਤਾਂ ਮੇਰੇ ਅੰਦਰ ਜਿਹੜੀ ਛੁਪੀ ਹੋਈ ਸ਼ਕਤੀ ਹੈ ਬਹੁਤ ਬੜੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਕਿਉਂਕਿ ਹੈ ਸਭ ਕੁਝ ਅੰਦਰ ਹੀ, ਬਸ ਉਹਨੂੰ ਥੋੜਾ ਬਾਹਰ ਲਿਆਉਣ ਦੀ ਯੁਕਤੀ ਚਾਹੀਦੀ ਹੈ। ਸਾਨੂੰ ਇੱਕ ਘਟਨਾ ਯਾਦ ਆ ਰਹੀ ਹੈ ਕਿ ਸੰਨ 2010 ਫਰਵਰੀ ਮਹੀਨਾ ਸੀ, ਪਹਿਲਾ ਹਫਤਾ, ਜਦੋਂ ਅਸੀਂ ਅੰਮ੍ਰਿਤਸਰ ਤੋਂ ਲੰਡਨ ਜਾਣਾ ਸੀ, ਫਲਾਈਟ ਲਈ ਅਸੀਂ ਅੰਮ੍ਰਿਤਸਰ 에ਅਰਪੋਰਟ ਤੋਂ ਹੀਥਰੋ ਵਾਸਤੇ ਲੰਡਨ 에ਅਰਪੋਰਟ ਵਾਸਤੇ ਜਦੋਂ ਫਲਾਈਟ ਲਈ, ਤੇ ਅਸੀਂ ਜਦੋਂ ਗਏ, ਹਾਲੇ ਫਲਾਈਟ 'ਚ ਬੈਠ ਕੇ ਅੰਮ੍ਰਿਤਸਰ ਤੋਂ ਫਲਾਈਟ ਚੜ੍ਹਨੀ ਸੀ, ਤਾਂ ਉੱਥੇ ਇੱਕ ਮਾਈ ਸੀ ਜਿਹੜੀ ਕਿ ਵੀਲ ਚੇਅਰ ਤੇ, ਯਾਨੀ ਉਹਨਾਂ ਨੇ ਪਹਿਲੀ ਵਾਰ ਇੰਗਲੈਂਡ ਜਾਣਾ ਸੀ ਆਪਣੇ ਬੱਚਿਆਂ ਕੋਲ, ਤਾਂ ਵੀਲ ਚੇਅਰ ਕਰਾਈ ਹੋਈ ਸੀ। ਵੀਲ ਚੇਅਰ ਕੁਝ ਸਿਆਣੇ ਹੁੰਦੇ ਜਿਨ੍ਹਾਂ ਨੂੰ ਚੇਅਰ ਦੇ ਉੱਪਰ ਹੀ ਬਿਠਾਇਆ ਜਾਂਦਾ ਹੈ, ਇਮੀਗ੍ਰੇਸ਼ਨ ਵੀ ਉਹਨਾਂ ਨੂੰ ਕੁਰਸੀ ਤੇ ਬਿਠਾ ਕੇ ਹੁੰਦੀ ਹੈ, ਬੈਗ ਵਗੈਰਾ ਵੀ ਉਹ ਲੜਕੇ ਆਪ ਹੀ ਜਮ੍ਹਾਂ ਕਰਾਉਂਦੇ, ਬਸ ਉਹਨਾਂ ਨੂੰ ਹੁੰਦਾ ਕਿ ਚੇਅਰ ਤੇ ਲਿਜਾ ਕੇ ਪਲੇਨ 'ਚ ਬਿਠਾ ਦੇਣਾ। ਉਹ ਮਾਈ ਪਹਿਲੀ ਵਾਰ ਜਾ ਰਹੀ ਸੀ, ਤਾਂ ਜਦੋਂ ਪਹਿਲੀ ਵਾਰ ਮਾਈ ਜਾ ਰਹੀ ਹੈ ਪਲੇਨ 'ਚ ਬੈਠੀ ਤਾਂ ਡਰੀ ਹੋਈ ਬੜੀ ਸੀ, ਬੜੀ ਡਰੀ ਹੋਈ ਸੀ, ਕਿਉਂਕਿ ਪਹਿਲੀ ਵਾਰ ਉਹਨਾਂ ਜਹਾਜ਼ 'ਚ ਬੈਠਣਾ ਸੀ। ਕਈਆਂ ਨੂੰ ਹੁੰਦਾ ਉਹ ਗੱਡੀ 'ਚ ਬੈਠਣ ਤੋਂ ਡਰ ਲੱਗਦਾ ਹੈ, ਜਾਂ ਕਈਆਂ ਨੂੰ ਤੁਸੀਂ ਦੇਖਦੇ ਹੋ ਨਾ ਕਿ ਕਿਸੇ ਬੰਦਾ ਥੀਮ ਪਾਰਕ ਵਿੱਚ ਚਲਾ ਜਾਵੇ ਜਿੱਥੇ ਝੂਲੇ ਲੱਗੇ ਹੁੰਦੇ ਆ, ਤਾਂ ਕਈਆਂ ਨੂੰ ਉਹ ਝੂਲੇ 'ਚ ਬੈਠਣ ਤੋਂ ਇੰਨਾ ਡਰ ਲੱਗਦਾ, ਮੈਂ ਨਹੀਂ ਕਿਤੇ ਮੈਂ ਡਿੱਗ ਨਾ ਜਾਵਾਂ। ਰੋਲਰ ਕੋਸਟਰ ਹੁੰਦੇ ਆ ਜਾਂ ਕਈ ਗੋਲ ਝੂਲੇ ਹੁੰਦੇ ਆ, ਕਈਆਂ ਨੂੰ ਇਦਾਂ ਦੇ ਸਿਆਣਿਆਂ ਨੂੰ ਡਰ ਲੱਗਦਾ, ਬੈਠਣ ਨੂੰ ਤਿਆਰ ਨਹੀਂ ਹੁੰਦੇ। ਤਾਂ ਜ਼ਰਾ ਦੇਖੋ ਪਲੇਨ 'ਚ ਵੀ ਉਹ ਮਾਈ ਨੂੰ ਡਰ ਸੀ, ਉਹ ਬੜਾ ਘਬਰਾਈ ਹੋਈ ਸੀ। ਜਦੋਂ ਪਲੇਨ ਦੌੜਿਆ ਰਨਵੇ ਤੇ ਤਾਂ ਮਾਈ ਚੀਕਾਂ ਮਾਰਨ ਲੱਗ ਗਈ, ਯਾਨੀ ਬੋਲਣ ਲੱਗ ਪਈ ਬਚਾਓ ਬਚਾਓ। ਜਾਂ ਉਹ 에ਅਰ ਹੋਸਟਸ ਆ ਗਈ ਉਹਦੇ ਕੋਲ, ਮਾਤਾ ਜੀ ਫਿਕਰ ਨਾ ਕਰੋ, ਥੋੜਾ ਹਿੰਮਤ ਰੱਖੋ, ਕੁਝ ਨਹੀਂ ਹੁੰਦਾ ਤੁਹਾਨੂੰ, ਇੰਨੇ ਪੈਸੇਂਜਰ ਬੈਠੇ ਹੈ। ਕਹਿੰਦੀ ਨਹੀਂ ਨਹੀਂ ਮੈਨੂੰ ਡਰ ਬਹੁਤ ਲੱਗਦਾ ਹੈ, ਮੈਂ ਪਹਿਲੀ ਵਾਰ ਬੈਠੀ ਹਾਂ ਪਲੇਨ 'ਚ, ਪਹਿਲੀ ਵਾਰ ਚੱਲੀ ਆਪਣੇ ਬੱਚਿਆਂ ਕੋਲ, ਮੈਨੂੰ ਬੜਾ ਡਰ ਲੱਗਦਾ ਹੈ। ਤਾਂ ਮਾਈ ਦੇ ਨਾਲ ਦੀ ਸੀਟ ਖਾਲੀ ਸੀ, ਅਸੀਂ ਇੱਧਰ ਬੈਠੇ ਸੀ। ਇਹੀ ਕਿਹਾ, ਉਹਨਾਂ ਨੂੰ ਕਿਹਾ ਸੀ ਕਿ ਦੋਡੀ ਢੇਰ ਅਸੀਂ ਬਹਿ ਜਾਈਏ ਇਹਨਾਂ ਦੇ ਕੋਲ, ਥੋੜਾ ਇਹਨਾਂ ਨੂੰ ਗੱਲਬਾਤ ਕਰੀਏ, ਇਹਨਾਂ ਨਾਲ ਕੋਈ ਹਿੰਮਤ ਦਈਏ, ਹੌਸਲਾ ਦਈਏ ਇਹਨਾਂ ਨੂੰ, ਤਾਂ ਥੋੜਾ ਜਿਹਾ ਜਿਹੜੇ ਬੰਦੇ ਦਾ ਧਿਆਨ ਇੱਧਰ ਉੱਧਰ ਹੋਵੇ ਤਾਂ ਫਿਰ ਹਿੰਮਤ ਮਿਲਦੀ ਹੈ ਬੰਦੇ ਨੂੰ। ਉਹ ਕਹਿੰਦੇ ਜੀ ਠੀਕ ਹੈ। ਹੁਣ ਪਲੇਨ ਜਦੋਂ ਚੜਿਆ ਮਾਈ ਬੜੀ ਘਬਰਾਈ ਹੋਈ ਸੀ, ਤਈ ਉਸ ਲਈ ਮਾਤਾ ਜੀ ਨੂੰ ਪੁੱਛਿਆ, ਇਹ ਕਿ ਮਾਤਾ ਜੀ ਕਿ ਦੱਸੋ, ਕਿਉਂਕਿ ਅਸੀਂ ਜਿੱਦਾਂ ਦੱਸੀਦਾ ਕਿ ਜਦੋਂ ਸਫ਼ਰ ਕਰਨਾ ਹੋਵੇ ਸਿੰਪਲ ਕੱਪੜਿਆਂ 'ਚ ਹੁੰਦੇ ਹਾਂ ਅਸੀਂ, ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਕਿੱਦਾਂ ਹੈ। ਜਦੋਂ ਅਸੀਂ ਬੈਠੇ ਤਾਂ ਅਸੀਂ ਮਾਤਾ ਜੀ ਨੂੰ ਕਿਹਾ ਕਿ ਮਾਤਾ ਜੀ ਡਰਦੇ ਕਿਉਂ? ਕਹਿੰਦੀ ਮੈਨੂੰ ਬੜਾ ਡਰ ਲੱਗ ਰਿਹਾ, ਮੈਨੂੰ ਬੜਾ ਡਰ ਲੱਗ ਰਿਹਾ, ਪਲੇਨ ਕਿਤੇ ਡਿੱਗ ਨਾ ਪਵੇ, ਕੁਝ ਹੋ ਨਾ ਜਾਵੇ, ਹਵਾ 'ਚ ਜਾਣਾ ਐਡੀ ਉੱਚੀ ਕਿ ਮੈਨੂੰ ਘਬਰਾਹਟ ਹੋ ਰਹੀ ਹੈ।
मेरा दिल बड़ा डर रहा है। ठीक है माता जी, एक गल दसो, तुसी रब नूं मनदे हो, परमात्मा नूं मनदे हो? कहंदी मनदी है मैं। ठीक है, जे इहनूं मनदे हो ना, तुसी पहला ये दसो, इहनूं समझदे कित्थे हो? परमात्मा कित्थे है? उन्हें कहा जी परमात्मा तो हर जगह ही है। ऐसी अपने अंदर कित्थे मनदे हो तुसी? कहंदी अपने अंदर मैं अपने दिल च मनदी हां कि परमात्मा साडे दिल च रहिंदा है। ऐसी कि जरा सोचो, ये प्लेन बाहर है, मुसीबत बाहर है, पर परमात्मा साडे अंदर है, साडे दिल च है। जरा अखां बंद करो और अपने दिल ते हथ रखो और महसूस करो कि ये दिल विच वो परमात्मा है, वो मेरा मालिक है, वो प्रभु मेरे दिल च रहिंदा है। और जिहड़ा साडी रक्षा करने वाला, जे वो साडे अंदर है तो बाहरली कोई चीज़ साडा कुछ बिगाड़ ही नहीं सकती, साडा नुकसान हो ही नहीं सकता, क्योंकि सानू बचाने वाला जे साडे घर च साडे अंदर बैठा है तो बाहरली कोई बुरी चीज़ साडे नेड़े नहीं आ सकती। ठीक है, जे तुसीं ये चीज़ नूं मनदे हो, अखां बंद करके महसूस करो, ध्यान दिओ और ये गल कहनी शुरू करो कि मेरे दिल च मेरा मालिक है, भगवान है, परमात्मा है, मैनू कोई डर नहीं है, मेरे अंदर डर नूं कोई जगह नहीं है, क्योंकि मेरे अंदर वो परमात्मा है। सी अखां बंद करके थोड़ा अंदर नूं ध्यान दिओ अपने, क्योंकि जदों साडा ध्यान अपने मालिक वाल जाता है, परमात्मा वाल जाता है, तो साडा डर अपने आप ही दूर हो जाता है। कारण की है? इहदे बारे कबीर साहब भी कहते हैं कि कबीर मनुआ एक है, चाहे जहां लगाए, चाहे हरि का भजन कर, चाहे विषय कमाए। वो कहते मन तेरा इको ही है, इहनूं जिधर मर्जी ला ले, चाहे इहनूं परमात्मा वाल ला ले, चाहे दुनिया वाल ला ले। जे डर वाल लगा है, जे चिंता वाल लगा है, तो साफ पता लगता है कि जे डर रहा है, चिंता कर रहा है, तो इसदा ध्यान अपने मालिक वाल है नहीं, क्योंकि जिद्दां ही साडा ध्यान मालिक वाल जाता है, साडा डर, साडी चिंता दूर होनी शुरू हो जाती है। क्यों? क्योंकि पता है कि कोई मुसीबत, कोई चीज वो मेरे परमात्मा दा कुछ बिगाड़ नहीं सकती, और मेरे अंदर वही तो वसदा है। जरा समझना, जिसले माता नूं ये गल कही असीं, तो वाकई उन्होंने अखां बंद कीतियां, फील किया, और फिर हौली हौली माता शांत हो गई। जिले शांत हुई तो फिर माता के चेहरे ते समाइल आई, मुस्कुराहट आई, कहती मैं भी डरी जाती हूँ, वाकई वो परमात्मा, वो मेरा भगवान, मेरा प्रभु तो मेरे अंदर वसदा है। ठीक है, अज तो जब भी मुसीबत कोई बाहर होवे ना, ये गल याद रखना कि मुसीबत बाहर है, पर मेरा मालिक, मेरा परमात्मा, मेरा भगवान, मैनू बचाने वाला मेरे अंदर बैठा है। और बाहर की है ये मायने नहीं रखांदा, साडे अंदर की है मायने ये रखांदा है। समझ आ रही कि नहीं? हुण बाहर बारिश है, बाहर तूफान है, उन्ना मायने नहीं रखांदा। जे तुसीं घर दे अंदर बैठे हो ना, जे घर दे अंदर पानी आ जाए, घर दे अंदर बारिश आ जाए, वो मायने रखांदी है। पर जे घर अंदरों सेफ है तो बाहर की हो रहा है, तूफान चल रहा, मीह चल रहा, नेरी चल रही है, उहदा कोई इंसान के जीवन से फर्क नहीं पैंदा। क्यों? क्योंकि बंदे नूं पता है कि रहना तो मैं अंदर है, ये बाहर तो हालात मौसम बदलते रहते हैं, पर मेरे घर का जिहड़े अंदरले हालात वो सेफ होने चाहिए। और सेफ्टी तो उदों ही साडी हो जाती है जदों असीं यकीन कर लेंदे कि साडा मालिक साडे, कह दिओ नाल। इस करके तुहाडे जीवन च भी कोई मुसीबत आवे, कोई परेशानी आवे, कोई तकलीफ आवे, तो याद रखिया करो कि तकलीफ बाहर है, पर यह तकलीफ नूं दूर करने वाली ताकत मेरे अंदर बैठी है। समझदे हो कि नहीं? क्योंकि बीमारी भी कित्थे हुंदी है? बंदा कहता बीमारी शरीर नूं आंदी है, बाहरों आंदी है अंदर। हुण बीमारी बाहरों अंदर नूं जांदी है, कीटाणु बाहरों अंदर नूं जांदे है, तो रब दी रहमत अंदरों बाहर नूं आंदी है। इसलिए जिहड़ी चीज़ तुहाडे अंदर है ना, उत्ते जदों असीं विश्वास करना शुरू कर दिता, जदों उहनूं मजबूत कर लिया अपने विश्वास नूं, तो बाहर दी चीज़ अंदर कदी आ ही नहीं पाएगी, क्योंकि अंदरों स्ट्रोंग हो गए, तुसीं अंदरों मजबूत हो गए। जरा गौर करना, एक गोली बंदे की तरफ चलाई जाती है तो बंदे की स्किन इन्नी सॉफ्ट है कि गोली चीरती हुई चली जाती है, और एक गोली गैंड की तरफ चलाई जाती है, राइनो की तरफ, पर वो स्किन अंदरों इन्नी मजबूत है कि गोली आती है और वो स्किन नाल टकरा के उत्थे ही खत्म हो जाती है, यानी गोली वो अंदर भेद ही नहीं पाती उन्होंने। हुण ओदी स्किन अंदरों सख्त है, वो अंदरों इन्ना मजबूत है कि गोली भी बेअसर हो जाती है। ठीक है, असीं बंदूक चों निकली गोली नूं तां नहीं रोक सकते, पर जिहड़ियां टेंशनां, चिंतावां, परेशानियां, तकलीफां दियां बुलेट साडे अल आ रहीआं है, असीं अपने विश्वास नूं, अपने यकीन नूं इन्ना मजबूत कर सकते कि उहदा असर साडे जीवन ते ना होवे। समझ रहे हो कि नहीं जो समझा रहे हैं?
ਇਹ ਜਰਾ ਸਮਝਣਾ ਸਾਰਿਆਂ ਨੇ, ਕਿਉਂਕਿ ਕਈ ਵਾਰ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਤਾਂ ਸਾਨੂੰ ਹੁੰਦਾ ਹੈ ਕਿ ਇਹ ਗੱਲ ਜਿਹੜੀ ਹੈ ਨਾ ਇਹ ਅੱਜ ਦੀ ਸਾਇੰਸ ਦੇ ਨਾਲ ਜੁੜੀ ਹੋਈ ਹੈ, ਕਿਉਂਕਿ ਅੱਜ ਅਸੀਂ ਸਾਇੰਸ ਨੂੰ ਰੂਹਾਨੀਅਤ ਨੂੰ ਇਕੱਠੇ ਕਰਨਾ ਚਾਹੁੰਦੇ ਹਾਂ। ਸਮਝਦੇ ਹੋ ਕਿ ਨਹੀਂ ਤਾਂ ਐਸੀ ਵੀ ਆ ਕੇ ਦੋ ਚਾਰ ਪੁਰਾਣੀਆਂ ਕਥਾਵਾਂ ਸੁਣਾ ਕੇ ਸ਼੍ਰੀ ਰਾਮ ਨੇ ਆਹ ਕਰਤਾ, ਸ਼੍ਰੀ ਕ੍ਰਿਸ਼ਨ ਨੇ ਆਹ ਕੀਤਾ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇੱਦਾਂ ਕੀਤਾ, ਜਾਂ ਮੁਹੰਮਦ ਸਾਹਿਬ ਨੇ ਇਸ ਤਰ੍ਹਾਂ ਕੀਤਾ, ਉਹਨਾਂ ਦੇ ਜੀਵਨੀ ਦੀਆਂ ਗੱਲਾਂ ਸੁਣਾ ਕੇ ਜਾ ਸਕਦੇ। ਪਰ ਅਸੀਂ ਕਹਿੰਦੇ ਹਾਂ ਕਿ ਉਹਦੇ ਨਾਲ ਤੁਹਾਡੇ ਜੀਵਨ 'ਚ ਬਦਲਾਵ ਕੀ ਆਏਗਾ? ਜਦੋਂ ਆਪਣੇ ਅੰਦਰਲੀ ਤਾਕਤ ਨੂੰ ਤੁਸੀਂ ਸਮਝੋਗੇ ਨਾ ਕਿ ਤੁਸੀਂ ਕੀ ਹੋ ਔਰ ਕੀ ਹੋ ਸਕਦੇ ਹੋ ਔਰ ਕਿੱਦਾਂ ਤੁਹਾਡੇ ਜੀਵਨ 'ਚ ਬਦਲਾਵ ਆ ਸਕਦਾ ਹੈ, ਤਾਂ ਫਿਰ ਤੁਹਾਡੀ ਜ਼ਿੰਦਗੀ ਜ਼ਰੂਰ ਬਦਲੇਗੀ। ਇਸ ਲਈ ਆਪਣੀ ਤਾਕਤ ਨੂੰ ਪਹਿਚਾਨਣ ਨਾਲ ਗੱਲ ਬਣਨੀ ਹੈ। ਹੁਣ ਤੁਸੀਂ ਕਹਿ ਦਿਓ, ਸੁਣਾ ਦਿਓ ਕਿਸੇ ਨੂੰ ਕਿ ਭਾਈ ਉਹ ਫਲਾਣੇ ਦੇ ਬੱਚੇ ਨੇ ਡਿਗਰੀ ਕਰਕੇ ਡਾਕਟਰ ਬਣ ਗਿਆ, ਡਿਗਰੀ ਕਰਕੇ ਇੰਜੀਨੀਅਰ ਬਣ ਗਿਆ। ਉਹ ਮਜ਼ਾ ਤਾਂ ਫੇਰ ਹੈ ਕਿ ਅਸੀਂ ਆਪ ਕੁਝ ਬਣੀਏ। ਸਮਝ ਆ ਰਹੀ ਕਿ ਨਹੀਂ? ਮਜ਼ਾ ਤਾਂ ਉਹਦੇ 'ਚ ਕਿ ਅਸੀਂ ਆਪ ਕੁਝ ਕਰੀਏ। ਠੀਕ ਹੈ, ਅਸੀਂ ਅੱਛੇ ਡਾਕਟਰ ਨਹੀਂ ਬਣ ਸਕਦੇ, ਅੱਛੇ ਇੰਜੀਨੀਅਰ ਨਹੀਂ ਬਣ ਸਕਦੇ, ਪਰ ਅਸੀਂ ਅੱਛੇ ਇਨਸਾਨ ਬਣ ਸਕਦੇ ਹਾਂ। ਅਸੀਂ ਜੋ ਵੀ ਹਾਂ, ਜਿੱਥੇ ਵੀ ਹਾਂ, ਉੱਥੋਂ ਅਸੀਂ ਅੱਗੇ ਵੱਧ ਕੇ ਜੀਵਨ 'ਚ ਕਾਮਯਾਬ ਜ਼ਰੂਰ ਹੋ ਸਕਦੇ ਹਾਂ, ਕਿਉਂਕਿ ਹਰ ਇਨਸਾਨ ਕੁਝ ਨਾ ਕੁਝ ਅੱਛਾ ਕਰ ਸਕਦਾ ਹੈ। ਸਮਝਦੇ ਹੋ ਕਿ ਨਹੀਂ? ਹੁਣ ਕਈ ਵਾਰ ਕੋਈ ਸੋਚੇ ਕਿ ਲੈ ਮੈਂ ਤਾਂ ਘਰ ਦੇ ਵਿੱਚ ਖਾਣਾ ਹੀ ਬਣਾਉਂਦਾ ਜਾਂ ਮੈਂ ਘਰ 'ਚ ਝਾੜੂ ਪੋਚੇ ਲਾਉਂਦਾ, ਮੈਂ ਅੱਗੇ ਕੀ ਵਧਣਾ, ਮੈਂ ਅੱਛਾ ਕੀ ਕਰਨਾ ਹੈ। ਤਾਂ ਇਹ ਗੱਲ ਯਾਦ ਰੱਖੋ, ਝਾੜੂ ਪੋਚੇ ਲਾਣੀ ਆਪਣੀ ਗੱਲ ਹੈ, ਤਾਂ ਅੰਦਰਲੇ ਆਨੰਦ ਨੂੰ, ਅੰਦਰਲੀ ਸ਼ਾਂਤੀ ਨੂੰ, ਅੰਦਰਲੇ ਸਕੂਨ ਨੂੰ ਪਾਣਾ ਆਪਣੀ ਗੱਲ ਹੈ। ਔਰ ਜੀਵਨ 'ਚ ਆਨੰਦ, ਸ਼ਾਂਤੀ, ਸਕੂਨ, ਖੁਸ਼ੀ ਤਾਂ ਸਾਰਿਆਂ ਨੂੰ ਚਾਹੀਦੀ ਹੈ, ਤੰਦਰੁਸਤੀ ਤਾਂ ਸਾਰਿਆਂ ਨੂੰ ਚਾਹੀਦੀ ਕਿ ਨਹੀਂ? ਹੁਣ ਇਹ ਤਾਂ ਹੈ ਨਹੀਂ ਬੰਦਾ ਕਹੇ ਜੀ ਮੈਂ ਤਾਂ ਘਰ 'ਚ ਸਿਰਫ ਝਾੜੂ ਲਾਉਂਦਾ, ਪੋਚੇ ਲਾਉਂਦਾ ਜਾਂ ਮੈਂ ਸਾਫ਼ ਸਫਾਈ ਕਰਦਾ ਤਾਂ ਮੈਨੂੰ ਤੰਦਰੁਸਤੀ ਨਹੀਂ ਚਾਹੀਦੀ, ਮੈਨੂੰ ਖੁਸ਼ੀ ਨਹੀਂ ਚਾਹੀਦੀ, ਮੈਨੂੰ ਸ਼ਾਂਤੀ ਨਹੀਂ ਚਾਹੀਦੀ। ਆਖਿਰ ਮੋਕਸ਼, ਮੁਕਤੀ ਤਾਂ ਸਾਰਿਆਂ ਨੂੰ ਚਾਹੀਦੀ ਹੈ। ਜੀਵਨ 'ਚ ਆਨੰਦ ਤਾਂ ਸਾਰਿਆਂ ਨੂੰ ਚਾਹੀਦਾ, ਚਾਹੇ ਕੋਈ ਬੜਾ ਹੋਵੇ, ਛੋਟਾ ਹੋਵੇ, ਅਮੀਰ ਹੋਵੇ, ਗਰੀਬ ਹੋਵੇ। ਜੀਵਨ 'ਚ ਹਰ ਕੋਈ ਚਾਹੁੰਦਾ ਕਿ ਮੈਂ ਤੰਦਰੁਸਤ ਰਵਾਂ। ਔਰ ਅਸੀਂ ਉਹੀ ਵਿਧੀਆਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਸ ਰਸਤੇ ਤੇ ਚੱਲ ਕੇ ਤੁਸੀਂ ਆਪਣੀਆਂ ਤਕਲੀਫਾਂ, ਦੁੱਖਾਂ, ਬਿਮਾਰੀਆਂ ਨੂੰ ਕੀ ਕਰ ਸਕਦੇ ਹੋ, ਖਤਮ ਕਰ ਸਕਦੇ ਹੋ। ਕਿਉਂਕਿ ਤੁਹਾਡੇ ਅੰਦਰ ਬਹੁਤ ਬੜੀ ਸ਼ਕਤੀ ਹੈ, ਤੁਹਾਡੇ ਅੰਦਰ ਬਹੁਤ ਬੜੀ ਤਾਕਤ ਹੈ। ਹਾਂ, ਉਹ ਤਾਕਤ ਨੂੰ ਪ੍ਰਗਟ ਕਰਨ ਵਾਸਤੇ, ਜਿੱਦਾਂ ਇਹ ਦੱਸਿਆ ਕਿ ਮਾਈ ਦੇ ਅੰਦਰ ਹੀ ਸਭ ਕੁਝ ਸੀ, ਬਸ ਅਸੀਂ ਉਹਨੂੰ ਯਾਦ ਦਿਲਾਇਆ ਕਿ ਮਾਈ ਤੇਰੇ ਦਿਲ 'ਚ ਉਹ ਪਰਮਾਤਮਾ ਬੈਠਾ, ਪਰਮਾਤਮਾ ਵੱਲ ਧਿਆਨ ਦੇ। ਇਸ ਲਈ ਤੁਹਾਨੂੰ ਇਹ ਗੱਲ ਕਵਾਂਗੇ ਕਿ ਤੁਹਾਡੇ ਜੀਵਨ 'ਚ ਕੋਈ ਮੁਸੀਬਤ ਆਵੇ ਨਾ, ਪਰੇਸ਼ਾਨੀ ਆਵੇ, ਤਾਂ ਟੈਨਸ਼ਨ ਲੈ ਕੇ ਆਪਣੇ ਦਿਲ ਨੂੰ ਥੋੜਾ ਕਰਨ ਦੀ ਲੋੜ ਨਹੀਂ ਹੈ। ਬਲਕਿ ਜਦੋਂ ਕੋਈ ਮੁਸੀਬਤ ਆਉਂਦੀ ਹੈ, ਬੰਦਾ ਆਪਣੇ ਦਿਲ ਨੂੰ ਛੋਟਾ ਕਰ ਲੈਂਦਾ। ਉਹ ਦਿਲ ਨੂੰ ਛੋਟਾ ਕਰਨ ਦੀ ਨਹੀਂ, ਜੇ ਮੁਸੀਬਤ ਹੈ ਤਾਂ ਹੁਣ ਤਾਂ ਦਿਲ ਨੂੰ ਬੜਾ ਕਰਨ ਦੀ ਜ਼ਰੂਰਤ ਹੈ। ਕਿਉਂਕਿ ਕਿਸੇ ਮੁਸੀਬਤ ਦਾ ਸਾਹਮਣਾ ਅਸੀਂ ਛੋਟੇ ਬਣ ਕੇ ਨਹੀਂ, ਹਿੰਮਤ ਹਾਰ ਕੇ ਨਹੀਂ, ਬਲਕਿ ਆਪਣੀ ਹਿੰਮਤ ਨੂੰ, ਆਪਣੇ ਹੌਸਲੇ ਨੂੰ ਵਧਾ ਕੇ ਉਹ ਮੁਸੀਬਤ ਦਾ ਸਾਹਮਣਾ ਕਰ ਸਕਦੇ ਹਾਂ। ਜਰਾ ਸੋਚੋ, ਸਮਝਦੇ ਹੋ ਕਿ ਨਹੀਂ? ਹੁਣ ਫਰਜ਼ ਕਰੋ ਅੱਗੇ ਇੱਕ ਆਦਮੀ ਖੜਾ ਹੈ, ਤੁਹਾਨੂੰ ਪਤਾ ਹੈ ਕਿ ਇਹਦੇ ਨਾਲ ਮੁਕਾਬਲਾ ਕਰਕੇ ਹੀ ਮੈਂ ਅੱਗੇ ਵਧਣਾ ਹੈ। ਤਾਂ ਹੁਣ ਜੇ ਮੈਨੂੰ ਮੁਕਾਬਲਾ ਕਰਨਾ ਹੀ ਪੈਣਾ ਹੈ ਤਾਂ ਦੋ ਚੀਜ਼ਾਂ ਹੋ ਸਕਦੀਆਂ ਹੈ, ਜਾਂ ਤਾਂ ਮੈਂ ਇੱਥੇ ਬੈਠਾ ਰਵਾਂ ਕਿ ਮੈਂ ਅੱਗੇ ਨਹੀਂ ਵਧਣਾ, ਮੈਂ ਉਹਨਾਂ ਮੁਕਾਬਲਾ ਕਰਨ ਦੇ ਲਾਇਕ ਹੈ ਨਹੀਂ, ਫਿਰ ਤਾਂ ਮੈਂ ਜਿੱਥੇ ਉੱਥੇ ਹੀ ਰਹਿ ਜਾਵਾਂ। ਤਾਂ ਜਾਂ ਬੰਦਾ ਕੀ ਕਹਿੰਦਾ ਹੈ ਕਿ ਠੀਕ ਹੈ, ਜਿਹਦੇ ਨਾਲ ਮੁਕਾਬਲਾ ਕਰਕੇ ਮੈਂ ਮੰਜ਼ਿਲ ਤੇ ਪਹੁੰਚਣਾ ਹੈ ਤਾਂ ਫਿਰ ਮੈਂ ਆਪਣੀ ਆਪ ਤੇ ਮਿਹਨਤ ਕਰਾਂ, ਕਿਉਂਕਿ ਮੈਂ ਉਹਦੀ ਤਾਕਤ ਨੂੰ ਤਾਂ ਘਟਾ ਨਹੀਂ ਸਕਦਾ, ਪਰ ਆਪਣੀ ਤਾਕਤ ਨੂੰ ਵਧਾ ਜ਼ਰੂਰ ਸਕਦਾ ਮੈਂ ਮਿਹਨਤ ਕਰਕੇ। ਸਮਝ ਆ ਰਹੀ ਹੈ? ਆਪਣੇ ਤੇ ਮਿਹਨਤ ਕਰਕੇ ਅਸੀਂ ਆਪਣੇ ਆਪ ਨੂੰ ਮਜ਼ਬੂਤ ਜ਼ਰੂਰ ਬਣਾ ਸਕਦੇ ਹਾਂ, ਆਪਣੇ ਆਪ ਨੂੰ ਅਸੀਂ ਉੱਚਾ ਜ਼ਰੂਰ ਲਿਜਾ ਸਕਦੇ ਹਾਂ, ਆਪਣੀ ਸੋਚ ਨੂੰ, ਆਪਣੇ ਵਿਸ਼ਵਾਸ ਨੂੰ, ਆਪਣੀ ਹਿੰਮਤ ਨੂੰ ਉੱਚਾ ਜ਼ਰੂਰ ਲਿਜਾ ਸਕਦੇ ਹਾਂ। ਔਰ ਇਹ ਗੱਲ ਯਾਦ ਰੱਖੋ ਕਿ ਜਦੋਂ ਅਸੀਂ ਉਹ ਉੱਚੇ ਦੇ ਨਾਲ ਆਪਣੀ ਤਾਰ ਜੋੜ ਲੈਂਦੇ ਹਾਂ, ਯਾਨੀ ਪ੍ਰਮਾਤਮਾ, ਪ੍ਰਭੂ ਮਾਲਿਕ ਦੇ ਨਾਲ ਆਪਣੀ ਤਾਰ ਜੋੜ ਲੈਂਦੇ ਹਾਂ, ਉੱਤੇ ਵਿਸ਼ਵਾਸ ਕਰਨਾ ਸ਼ੁਰੂ ਕਰਦੇ ਹਾਂ, ਤਾਂ ਫਿਰ ਆਪਣੇ ਆਪ ਹੀ ਅਸੀਂ ਨੀਚੋਂ ਉੱਚ ਹੋਣਾ ਸ਼ੁਰੂ ਹੋ ਜਾਂਦੇ ਹਾਂ। ਬੋਲੋ, ਸਮਝਦੇ ਹੋ ਕਿ ਨਹੀਂ? ਜਿੱਦਾਂ ਸ਼ਾਇਦ, ਕਿਉਂਕਿ ਫਿਲਮਾਂ ਦੀ ਗੱਲ ਅੱਜ ਕੱਲ੍ਹ ਜਲਦੀ ਬੰਦੇ ਨੂੰ ਸਮਝ ਆ ਜਾਂਦੀ ਨਾ। ਇੱਕ ਫਿਲਮ ਤੁਸੀਂ ਦੇਖੀ ਹੋਣੀ ਹੈ, ਉਹਦਾ ਇੱਕ ਡਾਇਲੋਗ ਹੈ, ਸ਼ਾਇਦ ਤੁਹਾਨੂੰ ਤੋਂ ਯਾਦ ਆ ਜਾਵੇ ਕਿ ਇੱਕ ਕੋਚ ਦੱਸਦਾ ਹੈ ਕਿ ਮੈਂ ਜਦੋਂ ਅੰਤਿਮ ਮੈਚ ਹੋਣਾ ਹੁੰਦਾ ਹੈ, ਤਾਂ ਅੰਤਿਮ ਮੈਚ ਦੇ ਵਿੱਚ ਕੋਚ ਕਹਿੰਦਾ ਹੈ ਕਿ ਮੈਂ ਰਿੰਗ 'ਚ ਨਹੀਂ ਆਣਾ, ਯਾਨੀ ਮੈਂ ਮੈਦਾਨ 'ਚ ਨਹੀਂ ਆਣਾ, ਕਿਉਂਕਿ ਮੈਨੂੰ ਪਤਾ ਹੈ ਕਿ ਸੁਲਤਾਨ ਮਰ ਤਾਂ ਸਕਦਾ ਪਰ ਕਦੀ ਹਾਰ ਨਹੀਂ ਸਕਦਾ, ਔਰ ਮੈਂ ਤੈਨੂੰ ਮਰਦਿਆਂ ਹੋਇਆ ਨਹੀਂ ਦੇਖ ਸਕਦਾ, ਪਰ ਮੇਰੀ ਇੱਜ਼ਤ ਜ਼ਰੂਰ ਰੱਖਣੀ ਹੈ ਤੂੰ। ਹੁਣ ਸਮਝ ਆ ਗਿਆ ਹੋਵੇਗਾ ਕਿਹੜੀ ਫਿਲਮ ਦਾ ਡਾਇਲੋਗ ਹੈ, ਕਿਹੜੀ ਫਿਲਮ ਦਾ ਹੈ? ਸੁਲਤਾਨ। ਕਿਉਂਕਿ ਲਾਸਟ ਵਿੱਚ ਜਦੋਂ ਮੁਕਾਬਲਾ ਹੋਣਾ ਸੀ, ਹੁਣ ਜਰਾ ਦੇਖੋ ਕੋਚ ਨੇ ਕਿਹੜੀ ਗੱਲ ਕਹੀ ਕਿ ਮੈਨੂੰ ਯਕੀਨ ਹੈ, ਮੈਨੂੰ ਪਤਾ ਹੈ ਕਿ ਸੁਲਤਾਨ ਮਰ ਤਾਂ ਸਕਦਾ ਪਰ ਹਾਰ ਨਹੀਂ ਮੰਨ ਸਕਦਾ, ਔਰ ਨਾਲ ਇਹ ਵੀ ਕਹਿਤਾ
ਕਿ ਮੇਰੀ ਲਾਜ ਵੀ ਮੈਨੂੰ ਯਕੀਨ ਹੈ ਕਿ ਮੇਰੇ ਅਖਾੜੇ ਦੀ ਲਾਜ ਤੂੰ ਰੱਖਣੀ ਹੈ। ਯਾਨੀ ਉਹਨੂੰ ਦੋ ਹੀ ਗੱਲਾਂ ਕਹਿ ਦਿੱਤੀਆਂ, ਹਿੰਮਤ ਦੇ ਦਿੱਤੀ, ਹੌਸਲਾ ਦੇ ਦਿੱਤਾ ਕਿ ਮੈਨੂੰ ਪਤਾ ਹੈ ਤੂੰ ਮਰ ਤਾਂ ਸਕਦਾ ਪਰ ਸਿਰ ਝੁਕਾ ਨਹੀਂ ਸਕਦਾ, ਤੂੰ ਹਾਰ ਨਹੀਂ ਮੰਨ ਸਕਦਾ। ਗੱਲ ਕੋਚ ਨੇ ਕੀ ਕਹੀ? ਗੱਲ ਕਹੀ ਉਹਦੀ ਸੁੱਤੀ ਤਾਕਤ ਨੂੰ ਜਗਾਉਣ ਵਾਲੀ। ਜਿੱਦਾਂ ਕਈ ਕਹਿੰਦੇ ਮੈਨੂੰ ਪਤਾ ਤੇਰੇ ਤੋਂ ਨਹੀਂ ਹੋਣਾ, ਉਹ ਨਹੀਂ ਤੂੰ ਨਹੀਂ ਕਾਮਯਾਬ ਹੋ ਸਕਦਾ, ਲੈ ਤੂੰ ਕੀ ਕਰਨਾ ਹੈ, ਉਹ ਇੰਨੇ ਜਣੇ ਨਹੀਂ ਸਫਲ ਹੋਏ, ਤੂੰ ਕਿੱਥੋਂ ਸਫਲ ਹੋ ਜਾਣਾ ਹੈ। ਤੇ ਇਹਦਾ ਮਤਲਬ ਅਸੀਂ ਉਹਨੂੰ ਉਹ ਗੱਲ ਕਹਿ ਰਹੇ ਹਾਂ ਕਿ ਜਿਹੜੀ ਉਹਨੂੰ ਮਾੜੀ ਮੋਟੀ ਹਿੰਮਤ ਹੁੰਦੀ ਹੈ ਨਾ ਉਹ ਵੀ ਟੁੱਟ ਜਾਂਦੀ। ਪਰ ਜੇ ਤੁਸੀਂ ਕਹੋ ਨਾ ਮੈਨੂੰ ਯਕੀਨ ਹੈ ਤੇਰੇ ਤੇ, ਤੂੰ ਮਰ ਤਾਂ ਸਕਦਾ ਪਰ ਹਾਰ ਕਦੀ ਨਹੀਂ ਮੰਨ ਸਕਦਾ, ਤਾਂ ਬੰਦਾ ਕਹਿੰਦਾ ਜਦ ਉਹ ਮੇਰੇ ਤੇ ਇੰਨਾ ਯਕੀਨ ਕਰਦਾ ਹੈ ਤਾਂ ਫਿਰ ਮੈਂ ਕਿਉਂ ਨਾ ਕਰਾਂ। ਕਿਉਂਕਿ ਕਈ ਵਾਰ ਦੂਜਿਆਂ ਦਾ ਵਿਸ਼ਵਾਸ ਹੀ ਸਾਨੂੰ ਅੱਗੇ ਵਧਣ ਵਿੱਚ ਕਹਿ ਦਿਓ ਮਦਦ ਕਰਦਾ ਕਿ ਨਹੀਂ। ਜੇ ਕੋਈ ਸਾਡੇ ਤੇ ਵਿਸ਼ਵਾਸ ਦਿਖਾਵੇ, ਕੋਈ ਸਾਡੇ ਤੇ ਵਿਸ਼ਵਾਸ ਦਿਖਾਵੇ, ਇਹ ਫਿਕਰ ਨਾ ਕਰ, ਤੂੰ ਕਰ ਸਕਦਾ ਹੈ, ਤੇਰੇ ਜੀਵਨ 'ਚ ਖੁਸ਼ੀ ਆਏਗੀ, ਤੇਰੇ ਜੀਵਨ 'ਚ ਕਾਮਯਾਬੀ ਆਏਗੀ, ਤੈਨੂੰ ਸਫਲਤਾ ਮਿਲੇਗੀ, ਵਿਸ਼ਵਾਸ ਰੱਖ। ਤਾਂ ਇਸੇ ਉਮੀਦ ਨਾਲ ਬੰਦਾ ਆਪਣੀ ਕੋਸ਼ਿਸ਼ ਨੂੰ ਕਈ ਗੁਣਾ ਵਧਾ ਦਿੰਦਾ ਹੈ। ਤਾਂ ਜੇ ਕੋਈ ਕਹੇ ਉਹ ਤੇਰੇ ਤੋਂ ਨਹੀਂ ਹੋਣਾ, ਇਹ ਕਿਸੇ ਤੋਂ ਨਹੀਂ ਹੋਇਆ, ਤੂੰ ਵੀ ਕਰ ਹੀ ਨਹੀਂ ਪਾਣਾ, ਤਾਂ ਫਿਰ ਬੰਦੇ ਨੇ ਜਿਹੜੀ ਕੋਸ਼ਿਸ਼ ਕਰਨੀ ਹੁੰਦੀ ਨਾ ਥੋੜੀ ਬਹੁਤੀ, ਫਿਰ ਬੰਦਾ ਕਹਿੰਦਾ ਛੱਡੋ ਜਦ ਹੋਣਾ ਹੀ ਨਹੀਂ ਤਾਂ ਫਿਰ ਕੋਸ਼ਿਸ਼ ਵੀ ਕੀ ਕਰਨੀ। ਮੈਂ ਆ ਪੀ ਰਿਹਾ, ਕਿਸੇ ਘਰ 'ਚ ਬਿਮਾਰੀ ਹੈ, ਪਰੇਸ਼ਾਨੀ ਹੋ ਗਵੇ, ਉਹਨੂੰ ਕਿੱਥੇ ਛੱਡਣੀ ਹੈ, ਇਹ ਤਾਂ ਇਦਾਂ ਹੀ ਬਸ ਇਦਾਂ ਹੀ ਰਹਿਣਾ ਹੈ, ਜਾਂ ਬਿਮਾਰੀ ਕਿੱਥੋਂ ਦੂਰ ਹੋਣੀ ਹੈ, ਇਹ ਤਾਂ ਇਦਾਂ ਹੀ ਰਹਿਣੀ ਹੈ। ਤਾਂ ਬੰਦੇ ਕਹਿੰਦਾ ਜੇ ਇਦਾਂ ਹੀ ਰਹਿਣੀ ਤਾਂ ਭਾਈ ਚੁੱਪ ਕਰਕੇ ਬਹਿ ਜਾਓ, ਫਿਰ ਹੱਥ ਰੱਖ ਕੇ ਦੇਖੀਓ ਤਮਾਸ਼ਾ। ਪਰ ਜੇ ਕੋਈ ਕਹੇ ਫਿਕਰ ਨਾ ਕਰ, ਜੇ ਬਿਮਾਰੀ ਹੈ ਨਾ ਇਹਦਾ ਹੱਲ ਹੈ, ਜੇ ਪਰੇਸ਼ਾਨੀ ਹੈ ਇਹਦਾ ਹੱਲ ਹੈ, ਜੇ ਕੋਈ ਨਸ਼ਾ ਹੈ ਤਾਂ ਇਹਦਾ ਵੀ ਹੱਲ ਹੈ, ਯਕੀਨ ਰੱਖ ਆਪਣੇ ਮਾਲਿਕ ਤੇ, ਤਾਂ ਫਿਰ ਬੰਦਾ ਹੱਥ ਪੈਰ ਮਾਰਦਾ ਹੈ, ਕੋਸ਼ਿਸ਼ ਕਰਦਾ ਹੈ ਕਿ ਕਿਤੇ ਨਾ ਕਿਤੇ ਉਹ ਹੱਲ ਜੇ ਹੈ ਤਾਂ ਕੋਸ਼ਿਸ਼ ਕਰਨ ਨਾਲ ਮੈਨੂੰ ਮਿਲੇਗਾ ਵੀ ਜ਼ਰੂਰ। ਸਮਝ ਆ ਰਹੀ ਹੈ ਸਾਡੀ ਗੱਲ? ਇਹਨੂੰ ਕਹਿੰਦੇ ਆ ਵਿਸ਼ਵਾਸ। ਕਿਉਂਕਿ ਵਿਸ਼ਵਾਸ ਨਾਲ ਭਰਪੂਰ ਇਨਸਾਨ ਆਪਣੇ ਜੀਵਨ 'ਚ ਕਦੀ ਹਾਰ, ਇਸ ਲਈ ਪਹਿਲੀ ਗੱਲ ਤਾਂ ਤੁਸੀਂ ਕਹਿ ਦਿਓ ਕਿ ਮੈਂ ਜੀਵਨ 'ਚ ਕਦੀ ਹਾਰ ਨਹੀਂ ਮੰਨਣੀ, ਮੈਂ ਜੀਵਨ 'ਚ ਕਦੀ ਹਾਰ, ਚਾਹੇ ਜਿੱਦਾਂ ਦੇ ਮਰਜ਼ੀ ਹਾਲਾਤ ਹੁਣ, ਮੈਂ ਹਾਰ, ਮੈਂ ਅੱਗੇ ਵਧਣਾ ਹੈ, ਮੈਂ ਅੱਗੇ ਜਾਣਾ ਹੈ। ਕਿਉਂਕਿ ਕੋਈ ਰੁਕਾਵਟ, ਕਿਸੇ ਕਿਸਮ ਦੀ ਰੁਕਾਵਟ ਜਾਂ ਕਿਸੇ ਕਿਸਮ ਦੀ ਮੁਸ਼ਕਿਲ ਮੈਨੂੰ ਰੋਕ ਨਹੀਂ ਸਕਦੀ। ਜੇ ਰੁਕਾਵਟ ਬੜੀ ਹੋਏਗੀ ਤਾਂ ਮੈਂ ਰੁਕਾਵਟ ਤੋਂ ਡਰਨਾ ਨਹੀਂ ਹੈ, ਬਲਕਿ ਜੇ ਰੁਕਾਵਟ ਬੜੀ ਹੈ ਤਾਂ ਆਪਣੇ ਹੌਸਲੇ ਨੂੰ, ਆਪਣੇ ਵਿਸ਼ਵਾਸ ਨੂੰ ਉਸ ਤੋਂ ਵੀ ਬੜਾ ਕਰਕੇ ਅੱਗੇ ਵਧਣਾ ਹੈ। ਫਿਰ ਬੜੀ ਤੋਂ ਬੜੀ ਰੁਕਾਵਟ ਵੀ ਐਦਾਂ ਤੁਸੀਂ ਪਾਰ ਕਰਦੇ ਚਲੇ ਜਾਓਗੇ। ਜਰਾ ਸਮਝਣਾ ਸਾਰਿਆਂ ਨੇ, ਕਿਉਂਕਿ ਕਹਿੰਦੇ ਆ ਨਾ ਕਿ ਜਦੋਂ ਤੁਸੀਂ ਦੇਖਦੇ ਹੋ ਕਿ 올림픽 ਵਿੱਚ ਜਿਹੜੇ ਰੇਸਰ ਹੁੰਦੇ ਕਈ ਵਾਰ ਦੌੜਦੇ ਆ ਤਾਂ ਰਸਤੇ ਵਿੱਚ ਨਾ ਇਦਾਂ ਥੋੜੇ ਬੈਰੀਅਰ ਜੇ ਲਾਏ ਹੁੰਦੇ ਜਿਹਨਾਂ ਨੂੰ ਜੰਪ ਮਾਰ ਕੇ ਉਹਨਾਂ ਨੂੰ ਪਾਰ ਜਾਣਾ ਪੈਂਦਾ ਹੈ। ਔਰ ਜਿਹੜਾ ਸਭ ਤੋਂ ਪਹਿਲਾਂ ਜੰਪ ਲਾਂਦਾ ਫਿਨਿਸ਼ਿੰਗ ਲਾਈਨ ਤੱਕ ਪਹੁੰਚ ਜਾਂਦਾ ਉਹ 골ਡ ਮੈਡਲ ਲੈ ਜਾਂਦਾ ਹੈ। ਹੁਣ ਕਹਿੰਦੇ ਜਦੋਂ ਉਹ ਟ੍ਰੇਨਿੰਗ ਲੈਂਦੇ ਹੈ ਤਾਂ ਯਾਦ ਰੱਖੋ ਜੇ ਉੱਥੇ ਇੰਨਾ ਉੱਚਾ ਜੰਪ ਹੁੰਦਾ ਹੈ ਤਾਂ ਜਿਹੜੇ ਉਹਨਾਂ ਦੇ ਕੋਚ ਹੈ ਉਹਨਾਂ ਨੂੰ ਐਡੇ ਉੱਚੇ ਜੰਪ ਤੋਂ ਟ੍ਰੇਨ ਦਿੰਦੇ ਹੈ ਕਿ ਭਾਈ ਜਿੰਨਾ ਉੱਥੇ ਹੋਣਾ ਨਾ 올림픽 ਵਿੱਚ ਤੈਨੂੰ ਅੱਧਾ ਫੁੱਟ ਉੱਚਾ ਹੀ ਕਰਨਾ ਪੈਣਾ, ਕਿਉਂਕਿ ਜਿਹੜਾ ਅੱਧਾ ਫੁੱਟ ਉੱਚਾ ਕਰ ਲਏਗਾ ਉਹਦੇ ਵਾਸਤੇ ਉਹ ਕਰਨਾ ਆਸਾਨ ਹੋ ਜਾਏਗਾ, ਬੱਚਿਆਂ ਦੀ ਖੇਡ ਹੋ ਜਾਏਗੀ। ਜਿੱਦਾਂ ਸਮਝ ਲਓ ਕਿ ਬੰਦਾ ਕਹਿੰਦਾ 올림픽 ਵਿੱਚ ਤੈਨੂੰ 80 ਕਿਲੋ ਭਾਰ ਚੱਕਣਾ ਪੈਣਾ ਹੈ, ਪਰ ਕੋਚ ਉਹਨੂੰ ਟ੍ਰੇਨਿੰਗ ਦਿੰਦਾ 100 ਕਿਲੋ ਭਾਰ ਚੱਕਣ ਦੀ। ਤਾਂ ਜਿਹੜਾ ਘਰ ਹੀ 100 ਕਿਲੋ ਚੱਕ ਰਿਹਾ ਹੈ ਉਹਦੇ ਵਾਸਤੇ 올림픽 ਵਿੱਚ ਆ ਕੇ 80 ਕਿਲੋ ਚੱਕਣਾ ਤਾਂ ਸੌਖਾ ਹੋ ਜਾਏਗਾ। ਪਰ ਜੇ ਘਰ ਦੇ ਵਿੱਚੋਂ 60 ਕਿਲੋ ਚੱਕੇ, 60 ਕਿਲੋ ਦੀ ਪ੍ਰੈਕਟਿਸ ਕਰੇ, ਤਾਂ ਜਦੋਂ 80 ਕਿਲੋ ਦੇ ਸਾਹਮਣੇ ਆਣਾ ਤਾਂ ਉਹਦੇ ਵਾਸਤੇ 20 ਕਿਲੋ ਜ਼ਿਆਦਾ ਹੈ, ਕੰਮ ਬੜਾ ਮੁਸ਼ਕਿਲ ਹੋ ਜਾਣਾ ਹੈ, ਉਹ ਕਰਨਾ ਹੀ ਔਖਾ ਹੋ ਜਾਣਾ ਹੈ। ਪਰ ਜੇ ਪਹਿਲੀ ਉਹਨਾਂ ਪ੍ਰੈਕਟਿਸ ਬੜੀ ਕੀਤੀ ਹੋਵੇ ਤਾਂ ਫਿਰ ਰੈਡੀ ਹੁੰਦਾ ਹੈ ਕਿ ਲੈ ਵੀ ਇੱਥੇ ਮੈਂ ਇੰਨੀ ਪ੍ਰੈਕਟਿਸ ਪਹਿਲਾਂ ਹੀ ਕਰ ਚੁੱਕਾ ਆ, ਅੱਗੇ ਤਾਂ। ਹੁਣ ਇੱਕ ਨੌਜਵਾਨ ਆਇਆ ਕਹਿੰਦਾ ਮਾਲਕੋ ਪੰਜਾਬ ਪੁਲਿਸ ਵਿੱਚ ਰੇਸ ਹੋਣੀ ਹੈ। ਇਹ ਕਿੰਨੀ ਰੇਸ ਹੈ? ਕਹਿੰਦਾ ਜੀ 1600 ਮੀਟਰ ਹੈ, 6 ਮਿੰਟਾਂ 'ਚ ਕਰਨੀ ਹੈ। ਯਾਨੀ ਪੁਲਿਸ ਦੀ ਆਪਣੀ ਹੁੰਦੀ ਹੈ, ਆਰਮੀ ਦੀ ਆਪਣੀ ਹੁੰਦੀ ਹੈ। ਠੀਕ ਹੈ, ਫਿਰ ਕਹਿੰਦਾ ਮਾਲਕੋ ਹੁੰਦੀ ਨਹੀਂ। ਮੈਂ ਕਿਹਾ ਕਮਾਲ ਦੀ ਗੱਲ ਹੈ, ਹਾਲੇ ਤੇ ਕੋ ਮਹੀਨਾ ਪਿਆ ਹੈ, ਮਹੀਨਾ ਪਿਆ। ਜੇ ਤੈਨੂੰ ਪਤਾ ਹੀ ਹੈ ਕਿ 1600 ਮੀਟਰ ਹੈ, 6 ਮਿੰਟਾਂ 'ਚ ਕਰਨੀ ਹੈ, ਤਾਂ ਘੜੀ ਤੇ ਜਾਂ ਮੋਬਾਈਲ ਤੇ ਟਾਈਮ ਲਾ, ਉਹਨੂੰ 5 ਮਿੰਟ 'ਚ ਕਰ। ਕਿਉਂਕਿ ਜੇ ਤੂੰ ਹੁਣ 5 ਮਿੰਟ 'ਚ ਮਹੀਨੇ ਅੰਦਰ ਕਰ ਲਿਆ ਤਾਂ 6 ਮਿੰਟ 'ਚ ਕਰਨਾ ਤਾਂ ਤੇਰੇ ਵਾਸਤੇ ਬੱਚਿਆਂ ਦਾ ਖੇਲ ਹੈ। ਕਿਉਂਕਿ ਜਿਹੜੀ ਚੀਜ਼ ਦੀ ਪਹਿਲਾਂ ਹੀ ਸਾਨੂੰ ਪਤਾ ਹੈ ਕਿ ਪ੍ਰੈਕਟਿਸ, ਪਰ ਬੰਦਾ ਕੀ ਹੈ ਜਦੋਂ ਟਾਈਮ ਹੁੰਦਾ ਹੈ ਪ੍ਰੈਕਟਿਸ ਕਰਦਾ ਨਹੀਂ, ਤਾਂ ਸਿੱਧਾ ਜਾ ਕੇ ਗਰਾਊਂਡ ਵਿੱਚ ਜਾ ਕੇ ਉਹ ਖੇਡਣ ਦੀ ਕੋਸ਼ਿਸ਼ ਕਰਦਾ ਹੈ। ਤੇ ਜੇ ਪ੍ਰੈਕਟਿਸ ਹੀ ਨਾ ਹੋਵੇ ਤਾਂ ਫਿਰ ਕਾਮਯਾਬੀ ਕਿੱਦਾਂ ਮਿਲਣੀ? ਫਿਰ ਬੰਦਾ ਪਤਾ ਕੀ ਕਹਿੰਦਾ ਜੀ, ਉਹ ਗੁਆਂਢੀਆਂ ਨੇ ਕੁਝ ਕਰਤਾ ਤਾਂ ਸਾਡਾ ਬੱਚਾ ਕਾਮਯਾਬ ਨਹੀਂ ਹੋਇਆ, ਉਹ ਫਲਾਣੇ ਨੇ ਪੈਰ ਦੀ ਮਿੱਟੀ ਚੱਕ ਲਈ ਤਾਂ ਬੱਚਾ ਟੈਸਟ 'ਚੋਂ ਰਹਿ ਗਿਆ। ਬੱਚੇ ਨੇ ਮਿਹਨਤ ਆਪ ਨਹੀਂ ਕੀਤੀ, ਮੋਬਾਈਲ ਤੇ ਫਿਲਮਾਂ ਦੇਖਣ 'ਚ ਟਾਈਮ ਜ਼ਿਆਦਾ, ਟੀਵੀ ਤੇ ਮੂਵੀ ਦੇਖਣ 'ਚ ਟਾਈਮ ਜ਼ਿਆਦਾ ਲਾਤਾ। ਜਿਹੜਾ ਟਾਈਮ ਪ੍ਰੈਕਟਿਸ ਕਰਨ ਦਾ ਹੈ
अगर प्रैक्टिस कर लेंदा तो मजाल है, पूरी दुनिया भी मिलके मिट्टी चक्की जाती पैरों की, जादू मंत्र करी जाती, पर ओदी मेहनत और मालिक की रहमत अगर हो जाए तो कामयाब होने तो कोई रोक ही नहीं सकता। हुण तुसीं देखोगे दो किस्म के बच्चे होंदे हैं। लै जी जिहड़ा फेल हो गया पता की कहेगा, पेपर बड़े औखे सी, इन्ने औखे पेपर आ गए इस करके फेल हो गया, बड़े मुश्किल पेपर सी, मैं तो पढ़िया सी पर मुश्किल पेपर। कमाल की गल है, जो पेपर सचमुच मुश्किल सी तो सारे बच्चे फेल होने चाहिए, फिर तो पेपर मुश्किल सारे वास्ते, अग गर्म सारे वास्ते ही है, चाहे जेड़ा भी हथ पावे उन्होंने गर्मी लगनी है। पर यह कितना हो सकता, पेपर मुश्किल सी, तू ही फेल हो गया, बाकी सारे पास हो गए, तेरे वास्ते मुश्किल सी बाकियों वास्ते आसान सी। तो इत्थों पता की लगता है कि बाकियां ने मेहनत की सी, इसलिए मेहनत उन्होंने उस ऊंचाई ते लै गई, उन्होंने सामने पेपर आसान हो गए। तो तू भाई मेहनत ही नहीं की, तू अपना टाइम खेलन कूदन विच या दुनिया के गप्पा मारन विच यारा दोस्तां नाल घुम्मण च ला दिता, तो फिर तैनूं कामयाबी की मिलनी है? समझदे हो कि नहीं? इसलिए समझना जरा सारिਆਂ ने। एक ना ਅਸੀਂ घर च गए, ਉੱਥੇ एक टीवी चल रहा सी, टीवी ते गाना लगा होया सी, दस्सण लगे तुहानूं। ਉੱਥੇ बच्चे देख रहे सी बैठे, गाना की सी, एक नौजवान कॉलेज च पढ़ रहा है, क्लास लगी हुई है, कोई रोमांटिक सॉन्ग सी कि क्लास लगी हुई है, गाना पढ़ रहे। जो असीं अंदर गए तो उसने वो सीन चल रहा सी कि क्लास में ना टीचर पढ़ा रहा है, तो जिहड़ा हीरो है क्लास में बैठा है, बैठे बैठे उन्होंने हीरो की याद आती, क्लास छड्ड के बाहर निकल जाता। टीचर कहता कित्थे चलना मैं, ये कहा देखो इदां दे बंदियां ने न्याणे खराब करने। उन्हें जा रहा कुड़ी दे पिछे, कुड़ी भी नहीं मिलनी, नौकरी भी नहीं मिलनी, कैरियर भी गया, तो कुड़ी की शादी उदा नहीं करनी कि नलायक ना कहना ब्याह करना कुड़ी का। वो भरावा क्यों अपनी जिंदगी खराब कर रहे, बैठ के पढ़ लेगा, मेहनत कर लेगा, कैरियर बना लेगा, चंगी कुर्सी ते बैठेगा तो हजारां रिश्ते तेरे मगर आणगे। तो जे पढ़ाई छड्ड के इदां ही दौड़दा रहा तो दोनों चीज़ां जानियां, कैरियर भी, तो जिहदे पिछे जा रहे उन्होंने तो किसी होर नूं बस समझ लो। क्योंकि हर कोई बंदा जांदा किहदे मगर जिहड़ा कामयाब होवे, निकम्मियां नाल कौन तोड़दा अपने, कोई माता पिता चाहेगा नहीं कि मेरी धी निकम्मियां दे घर जावे। तां ही कहंदे खुद ही को कर बुलंद इतना, कि अपने आप को मेहनत करके इन्नी ऊंचाई ते बिठाओ कि सानू किसी दी मेहनतां ना करनियां पैण, लोकी आके साडियां मेहनतां करन के भाई आ काम कर ले। बोलो समझदे हो कि नहीं? कहंदे ने कि लुधियाने तो कोई आया कि मालको मुंडा बड़ा लायक है, मुंडे दी बड़ियां डिग्रियां आ, कि मुंडे दे आपां रिश्ते वास्ते बड़े परेशान है, पोस्टर भी लाए है, मैरिज ब्यूरो तो भी दसिया है, बड़ा लायक मुंडा है। असीं मन च सोचा लायक हुंदा तो दीवारां ते थोड़ी लाना पैना सी, फिर तो घर ही आ जाने सी, कई कुड़ियां आ जानियां सी, कई रिश्ते कर लो। वो दीवारां ते लियाना पिया सानू, या मैरिज ब्यूरो ते फोटो भेजनी पई, ਇਹਦਾ मतलब लाइक वाला काम तो कोई है ही नहीं, क्योंकि नलायकों को ही पेश करना पैंदा है। जरा समझना सारे जी, तो दसना की चाहते हैं कि असी मेहनत करिए, अपने आप को इदां दा बनाइए असी, पर असी की करते जो मेहनत करने का टाइम होंदा असी फालतू दी चीज़ां में जो टाइम खराब कर लेंगे, जो टाइम लंघ जाता है फिर बंदा पछताता है। पर कहते तब पछताए क्या होगा जब चिड़िया चुगे खेत। हुण तुहानूं भी कहांगे जरा गौर करना कि कईयां नूं डॉक्टर कहता शूगर की बीमारी है, भाई मिठा खाना बंद कर दे, पर नहीं, जवान के स्वाद की खातर मिठा खाना ही है। जो भी कितने जख्म हो जाता है, जो कितने प्रॉब्लम आ जाती, डॉक्टर कहना हथ पैर बढ़ना पैना है या जख्म होना, फिर बंदा पछताता कि मैं कंट्रोल क्यों नहीं किया। कुदरत सानू पहले ही इशारे दिंदी है कि अपना ध्यान रख, अपना ख्याल रख, पर बाद जो बंदा की कहता है जे कोई बीमारी आ गई तो असीं कई बार दसी दा, इत्थे भी दसना चाहांगे कि अज जिहड़ियां बीमारियां आंदियां ना बंदे नूं, ये यकदम नहीं आ जांदियां, ये तुसीं कमेटियां पाईयां हुंदियां फिर निकलदी है। कमेटी पाते हो ना, कितने किहड़ा कमेटी पाता है, पाते होने कोई 5,000 दिंदा, महीने का 10,000, फिर एक टाइम आता जो साल बाद 1.5 साल बाद कमेटी निकलो, मेरी निकले कमेटी। हुण जे किसी को शूगर हो गई, किसी का BP हाई हो गया, किसी के अंदर कैंसर हो गया, किसी को बीमारी आ गई, तो 1 मिनट च नहीं आती। ये तुसीं इन्ने सालों तो थोड़ियां थोड़ियां कमेटियां पा रहे सी, तो अज वो कमेटी निकल आई है। कैंसर सामने आ गया, बीमारी सामने आ गई, प्रॉब्लम सामने आ गई, और इदां नहीं यकदम आती जिद्दां हुण कोई बंदा जावे और कवे तुहानूं कि लै भी मेरे खेत चों अपने आप ही मक्की बाहर आ गई, तू कहना भाई अपने आप किद्दां आ सकदी, बीज पाया होएगा तां ही आई है, अपने आप आंदी है कदी? अपने आप ही मक्की आ गई, अपने आप ही कणक आ गई। जिहड़ा बीज जमीन च जाना है उही बाहर
ਆਣਾ ਵੀ ਹੈ। ਜਰਾ ਹੁਣ ਬੈਠ ਕੇ ਸੋਚਣਾ ਕਿ ਅੱਜ ਕੀ ਬਾਹਰ ਆ ਰਿਹਾ, ਅੱਜ ਤੁਸੀਂ ਕੀ ਪਾ ਰਹੇ ਹੋ, ਕੀ ਵੱਢ ਰਹੇ ਹੋ। ਇਹਦਾ ਮਤਲਬ ਜੋ ਅੱਜ ਸਾਨੂੰ ਮਿਲ ਰਿਹਾ ਨਾ, ਪਿੱਛੇ ਕਿਤੇ ਨਾ ਕਿਤੇ ਅਸੀਂ ਉਹ ਗਲਤੀਆਂ ਕੀਤੀਆਂ ਹੋਈਆਂ ਹੈ, ਜਿਨ੍ਹਾਂ ਦਾ ਹਰਜਾਨਾ ਅੱਜ ਸਾਨੂੰ ਭੋਗਣਾ ਪੈ ਰਿਹਾ ਹੈ। ਔਰ ਅੱਜ ਅਗਰ ਅਸੀਂ ਆਪਣਾ ਸੁਧਾਰ ਕਰਨ ਦੀ ਤਰਫ ਚਲੀਏ, ਅੱਜ ਅਗਰ ਅਸੀਂ ਅੱਛਾਈ ਦੀ ਤਰਫ ਚਲੀਏ, ਫੈਸਲਾ ਕਰ ਲਈਏ ਕਿ ਮੈਂ ਆਪਣੇ ਜੀਵਨ ਨੂੰ ਨੇਕੀ ਦੇ ਰਸਤੇ ਤੇ ਲਿਜਾਣਾ ਹੈ, ਅੱਛਾਈ ਦੇ ਰਸਤੇ ਤੇ ਲਿਜਾਣਾ ਹੈ, ਤਾਂ ਯਾਦ ਰੱਖੋ ਅੱਜ ਅਗਰ ਅੱਛਾ ਕਰਨ ਦਾ, ਹੌਸਲਾ ਕਰਨ ਦਾ, ਹਿੰਮਤ ਕਰਨ ਦਾ ਔਰ ਸਾਰੇ ਡਰ ਛੱਡਣ ਦਾ ਫੈਸਲਾ ਲੈ ਲਈਏ, ਤਾਂ ਆਉਣ ਵਾਲਾ ਕੱਲ ਸਾਡੇ ਵਾਸਤੇ ਖੁਸ਼ੀਆਂ ਭਰਿਆ, ਕਾਮਯਾਬੀ ਭਰਿਆ ਜ਼ਰੂਰ ਹੋ ਸਕਦਾ ਹੈ। ਅੱਜ ਅਗਰ ਕੋਈ ਬਿਮਾਰੀ ਸਾਨੂੰ ਪਰੇਸ਼ਾਨ ਕਰ ਰਹੀ ਹੈ ਔਰ ਅਸੀਂ ਉਹ ਬਿਮਾਰੀ ਦੇ ਨਿਯਮਾਂ ਨੂੰ ਸਮਝ ਕੇ ਉਹ ਚੀਜ਼ਾਂ ਦਾ ਤਿਆਗ ਕਰ ਦਈਏ, ਅਸੂਲਾਂ ਨੂੰ ਬਣਾ ਲਈਏ ਕਿ ਆਹ ਚੀਜ਼ ਬਿਮਾਰੀ ਨੂੰ ਵਧਾਉਣ ਦਾ ਕਾਰਨ ਹੈ, ਮੈਂ ਇਹਨੂੰ ਤਿਆਗਣਾ ਹੈ, ਤਾਂ ਤੁਸੀਂ ਜਲਦੀ ਬਿਮਾਰੀ ਤੇ ਕੰਟਰੋਲ ਵੀ ਕਰ ਸਕਦੇ ਹੋ। ਚਲੋ ਸਮਝਦੇ ਹੋ ਕਿ? ਪਰ ਦੇਖੋ ਜਦੋਂ ਕਰਨ ਦੀ ਗੱਲ ਆਉਂਦੀ ਨਾ, ਤਾਂ ਫਿਰ ਇਨਸਾਨ ਥੋੜਾ ਘੱਟ ਤੁਹਾਡੇ ਸਿਰ ਹਿਲਦੇ ਆ। ਤਾਂ ਜਦੋਂ ਭਈਆ ਫਿਕਰ ਨਾ ਕਰੋ, ਫਿਕਰ ਨਾ ਕਰੋ, ਉਹਦੀ ਰਹਿਮਤ ਸਭ ਕੁਝ ਕਰੇ। ਹਾਂ ਫਿਰ ਠੀਕ ਹੈ, ਮੈਨੂੰ ਤਾਂ ਕੁਝ ਕਰਨਾ ਨਾ ਪਵੇ, ਉਹਦੀ ਰਹਿਮਤ ਹੀ ਸਭ ਕੁਝ ਕਰੇ। ਤਾਂ ਯਾਦ ਰੱਖੋ ਪਰਮਾਤਮਾ ਨੇ ਸਾਨੂੰ ਇਹ ਜ਼ਿੰਦਗੀ ਦਿੱਤੀ ਨਾ, ਕਰਨ ਦੀ ਤਾਕਤ ਦਿੱਤੀ, ਇਹ ਵੀ ਉਹਦੀ ਰਹਿਮਤ ਹੀ ਹੈ। ਜੇ ਇਹ ਵੀ ਉਹਦੀ ਰਹਿਮਤ ਨਾ ਹੋਵੇ ਤਾਂ ਤੁਹਾਡੇ ਹੱਥ ਪੈਰ ਵੀ ਨਾ ਹਿੱਲਣ। ਸਮਝਦੇ ਹੋ ਕਿ ਨਹੀਂ? ਹੁਣ ਕਈ ਵਾਰ ਬੰਦਾ ਕਹਿੰਦਾ ਹੈ ਜੀ ਕਿਰਪਾ ਕਰੋ ਬੈਠ ਕੇ ਨਾਮ ਜਪਾਂ। ਬੋਲੋ ਸਮਝਦੇ ਹੋ ਕਿ ਨਹੀਂ? ਅਸੀਂ ਕਹਿੰਦੇ ਅੱਛਾ ਨਾਮ ਜਪਣ ਵਾਸਤੇ ਕਿਰਪਾ ਦੀ ਲੋੜ ਹੈ, ਟੀਵੀ ਮੂਹਰੇ ਬੈਠਣ ਵਾਸਤੇ? ਉੱਥੇ ਤਾਂ ਕਦੀ ਕਿਹਾ ਨਹੀਂ ਜੀ ਕਿਰਪਾ ਕਰੋ ਘੰਟਾ ਕ ਟੀਵੀ ਬੈਠ ਕੇ ਦੇਖਾਂ। ਯਾਨੀ ਬੁਰੀ ਜਗ੍ਹਾ ਆਪਣੇ ਆਪ ਬੈਠਣਾ ਹੈ ਤਾਂ ਚੰਗੀ ਜਗ੍ਹਾ ਬੈਠਣ ਵਾਸਤੇ ਕਿਰਪਾ ਦੀ ਲੋੜ ਹੈ। ਚੰਗੀ ਜਗ੍ਹਾ ਪਰਮਾਤਮਾ ਬਿਠਾਵੇ ਤਾਂ ਬੁਰੀ ਜਗ੍ਹਾ ਮੈਂ ਆਪਣੇ ਆਪ ਹੀ ਬੈਠਣਾ ਹੈ। ਜਰਾ ਸੋਚਣ ਵਾਲੀ ਗੱਲ ਹੈ ਕਿ ਨਹੀਂ? ਜਰਾ ਸਮਝ ਕੇ ਦੇਖੋ। ਯਾਨੀ ਜਿਹੜੀ ਚੀਜ਼ ਸਾਨੂੰ ਫਾਇਦਾ ਹੈ ਉਹ ਚੀਜ਼ ਅਸੀਂ ਰੱਬ ਦੇ ਉੱਤੇ ਛੱਡੀ ਹੋਈ ਹੈ, ਰੱਬ ਕਰਾਵੇ। ਤਾਂ ਜਿਹੜੀ ਚੀਜ਼ ਸਾਡਾ ਨੁਕਸਾਨ ਹੈ ਉਹ ਅਸੀਂ ਆਪ ਹੀ ਕਰੀ ਜਾ ਰਹੇ ਹਾਂ। ਸਮਝ ਆ ਰਹੀ ਕਿ ਨਹੀਂ? ਇਸ ਲਈ ਜੀਵਨ ਦੇ ਕੁਝ ਨਿਯਮ ਬਣਾਓ ਆਪਣੇ। ਸਭ ਤੋਂ ਪਹਿਲਾ ਨਿਯਮ ਕਿ ਅਗਰ ਆਪਣੇ ਮਾਲਿਕ ਨੂੰ, ਆਪਣੀ ਮਾਲਿਕ ਦੀਆਂ ਰਹਿਮਤਾਂ ਨੂੰ ਹਾਸਿਲ ਕਰਨਾ ਹੈ, ਜੀਵਨ 'ਚ ਖੁਸ਼ੀਆਂ ਨੂੰ ਹਾਸਿਲ ਕਰਨਾ ਹੈ, ਤਾਂ ਸਭ ਤੋਂ ਪਹਿਲਾਂ ਤਾਂ ਇੱਕ ਇਹ ਨਿਯਮ ਬਣਾਉਣਾ ਪਏਗਾ ਕਿ ਮੈਨੂੰ ਆਪਣੇ ਅੰਦਰ ਬੈਠੀ ਉਹ ਤਾਕਤ ਤੇ ਵਿਸ਼ਵਾਸ ਕਰਨਾ ਪਏਗਾ, ਯਕੀਨ ਕਰਨਾ ਪਏਗਾ। ਔਰ ਜਿੱਦਾਂ ਅਸੀਂ ਦੱਸ ਰਹੇ ਸੀ ਕਿ ਸੰਤ ਦਾਦੂ ਦਿਆਲ ਆਪਣੀ ਬਾਣੀ 'ਚ ਕਹਿੰਦੇ ਹੈ, ਇਹ ਬੜੀ ਪਿਆਰੀ ਗੱਲ, ਜਰਾ ਧਿਆਨ ਦੇਣਾ ਕਿ ਸੰਤ ਦਾਦੂ ਆਪਣੇ ਸ਼ਬਦ ਦੱਸਦੇ ਹੈ ਕਿ ਸਤਸੰਗ ਪਸ਼ੂ ਮਾਨੁਸ਼ ਕਰੇ, सत्संग पशु मानुष करे, मानुष से सिद्ध होए, दादू सिद्ध से देवता और देव निरंजन होए। संत दादू दयाल कहते हैं कि बंदे अंदर 4 प्रकार के गुण होंगे है। हर इंसान के अंदर, चाहे औरत है, मर्द है, बच्चा है, बुढ़ा है, हर इंसान के अंदर 4 प्रकार के गुण होंगे है। केड़ा केड़ा गुण दसिया उन्होंने? पशु वाला, मानुष वाला, सिद्धा वाला, देवतियां वाला और निरंजनता यानी परमात्मा। वो गुण कह ही नहीं सकते, वो रूप ही कहांगे असीं। समझते हो कि नहीं? वो तो कहांगे परमात्मा ही है। ये संत दादू दस रहे कि कुछ गुण होंगे इंसान के अंदर, चाहे वो बच्चा होवे, चाहे बुढ़ा होवे, चाहे औरत होवे, चाहे मर्द होवे। ये कुछ गुण दसे है। केड़ा केड़ा गुण? एक पशु वाला, एक मानुष वाला, एक सिद्धा वाला, एक देवतियां वाला, और चौथा 5वां गुण जिहड़ा है वो निरंजन वाला। निरंजन यानी जो जूनिया तो रहत है, यानी परमात्मा, ओ प्रभु। हूँ ये 5 ही गुण इंसान के अंदर है। जरा गौर करना, क्योंकि इंसान, जरा ध्यान देना, ये 5 ही गुण इंसान अंदर कितना है कि इंसान चाहे तब जानवरों वाले काम भी कर सकता है, पशुओं वाले काम भी कर सकता है। इसलिए तुसी कईयां नूं देखोगे कि जदों कोई इदां दा काम करदे ने, कहंदे लै भी ये तां जानवरां दी तरह हो गया, ये तां जानवर बन गया है। कमाल दी गल है। और कई तो आवाज़ा भी कढ़ते हैं फिर बंदियां। समझते हो कि नहीं? सो दसना की चाहते हैं कि इंसान जानवर भी हो सकता है, पर जानवर तो इंसान, इंसान तो सिद्ध, और सिद्ध तो देवता, और देवता तो निरंजन यानी परमात्मा की पदवी ते भी बंदा पहुंच सकता है। ये गल याद रखना। जिदा कह लो ना, एक बच्चा अनपढ़ भी हो सकता है, पर जे टीचर को चला जावे तो बच्चा पढ़िया लिखा भी हो सकता है। फिर वो बच्चा डॉक्टर भी हो सकता है, इंजीनियर भी हो सकता है, साइंटिस्ट भी हो सकता है, आर्मी च भी जा सकता है। यानी टीचर नाल मिलन तो बाद बड़ियां ऑप्शन है, कुछ भी अगे सीख सकता है। वो जिद्दां दी मेहनत करेगा उदां दा वो हो जाएगा। हुण इसी तरह इत्थे संत दादू भी दसदे हैं कि संतां दी संगत विच बैठ के जिहड़े पशु बिरती वाले हुंदे ना, पशु बिरती वाले, क्योंकि कईयां दी बिरती पशुओं वाली होंदी है। जिदा पशु का काम की होंदा है, बस जिदा एक बड़ी प्यारी गल याद आ गई सानू। कहंदे ने एक बार 2 गधियां नूं
ਦੋ ਗਧਿਆਂ ਨੂੰ ਲੈ ਕੇ ਉਹਨਾਂ ਦੋਨਾਂ ਦੇ ਗਲੇ 'ਚ ਇੱਕ ਦੂਜੇ ਨਾਲ ਰੱਸੀ ਬੰਨ੍ਹ ਦਿੱਤੀ ਗਈ। ਦੋਨਾਂ ਦੇ ਗਲੇ 'ਚ ਰੱਸੀ ਬੰਨ੍ਹ ਦਿੱਤੀ ਗਈ ਔਰ ਉਹਨਾਂ ਨੂੰ ਗੱਭੇ ਖੜਾ ਕਰ ਦਿੱਤਾ ਗਿਆ ਔਰ ਇੱਧਰ ਵੀ ਘਾਹ ਰੱਖ ਦਿੱਤਾ, ਉੱਧਰ ਵੀ ਘਾਹ ਰੱਖ ਦਿੱਤਾ, ਯਾਨੀ ਦੋਨਾਂ ਪਾਸੇ ਘਾਹ ਰੱਖ ਦਿੱਤਾ। ਉਹ ਰੱਸੀ ਇੰਨੀ ਕੁ ਲੰਬੀ ਸੀ ਗੱਭੇ ਕਿ ਨਾ ਉਹ ਘਾਹ ਤੱਕ ਪਹੁੰਚ ਸਕੇ ਨਾ ਉਹ ਪਹੁੰਚ ਸਕੇ। ਪਰ ਹੁਣ ਦੋਨਾਂ ਨੂੰ ਛੱਡ ਦਿੱਤਾ ਗਿਆ। ਉਹਦਾ ਮੂੰਹ ਐਨੂੰ ਘਾਲ ਕਰਤਾ, ਉਹਦਾ ਮੂੰਹ ਉਹਨੂੰ ਘਾਲ ਕਰ ਦਿੱਤਾ। ਹੁਣ ਇੱਕ ਦੂਜੇ ਨਾਲ ਰੱਸੀ ਬੰਨੀ, ਖੁੰਡਾ ਕੋਈ ਹੈ ਨਹੀਂ। ਹੁਣ ਦੋਨਾਂ ਗਧਿਆਂ ਨੇ ਜਦੋਂ ਘਾਹ ਨੂੰ ਦੇਖਿਆ ਨਾ ਤਾਂ ਦੋਨੇ ਆਪਣੇ ਆਪਣੇ ਘਾਹ ਦੌੜੇ, ਪਰ ਜਿੱਦਾਂ ਹੀ ਦੌੜੇ ਘਾਹ ਤੱਕ ਦੋਨੇ ਨਹੀਂ ਪਹੁੰਚੇ, ਗਲੇ ਖਿੱਚੇ ਗਏ। ਹੁਣ ਉਹ ਉੱਧਰ ਨੂੰ ਖਿੱਚ ਰਿਹਾ ਹੈ, ਉਹ ਉੱਧਰ ਨੂੰ ਖਿੱਚ ਰਿਹਾ, ਗਲੇ ਘੁੱਟ ਹੁੰਦੇ ਜਾ ਰਹੇ ਆ, ਪਰ ਨਾ ਉਹ ਚਾਰੇ ਤੱਕ ਪਹੁੰਚ ਰਿਹਾ ਨਾ ਉਹ ਚਾਰੇ ਤੱਕ ਪਹੁੰਚ ਰਿਹਾ ਹੈ। ਉਹ ਵੀ ਦੁੱਖ ਪਾ ਰਿਹਾ, ਇਹ ਵੀ ਦੁੱਖ ਪਾ ਰਿਹਾ ਹੈ। ਅਗਰ ਇੱਥੇ ਥੋੜਾ ਸਮਝਦਾਰ ਹੁੰਦੇ ਤਾਂ ਦੋਨੇ ਕਹਿੰਦੇ ਚੱਲ ਭਾਈ ਪਹਿਲਾਂ ਰਲ ਕੇ ਆਹ ਖਾ ਲਈਏ, ਫਿਰ ਰਲ ਕੇ ਉਹ ਖਾ ਲਾਵਾਂਗੇ, ਨਾ ਤੂੰ ਦੁਖੀ ਨਾ ਮੈਂ ਦੁਖੀ, ਦੋਨੇ ਰਲ ਕੇ ਕੰਮ ਕਰਦੇ। ਪਰ ਨਹੀਂ, ਗਧੇ ਸੀ, ਮੈਂ ਉਹ ਖਾਣਾ ਮੈਂ ਖਾਣਾ ਮੈਂ ਖਾਣਾ, ਤੂੰ ਆਪਣੇ ਆਪ ਨੂੰ ਖਿੱਚ ਰਹੇ ਹੈ। ਕਹਿੰਦੇ ਖਿੱਚਦੇ ਖਿੱਚਦੇ ਰੱਸੀ ਇੰਨੀ ਟਾਈਟ ਹੋ ਗਈ ਕਿ ਮਰਨੋਂ ਬਚੇ। ਉਹ ਜਦੋਂ ਦੇਖਿਆ ਮਾਲਿਕ ਨੇ ਤਾਂ ਮਰਨ ਲੱਗੇ ਐ, ਉਹਨਾਂ ਰੱਸੀ ਆ ਕੇ ਖੋਲੀ ਤਾਂ ਲਾਸ਼ਾਂ ਪੈ ਗਈਆਂ ਗਲ 'ਚ, ਯਾਨੀ ਨਿਸ਼ਾਨ ਬਣ ਗਏ ਰੱਸੀ ਦੇ। ਇੱਥੇ ਤੱਕ ਖੂਨ ਵੀ ਨਿਕਲਣ ਵਾਲਾ ਸੀ, ਇੰਨੀ ਲਾਲਗੀ ਆ ਗਈ ਗਲੇ ਨੂੰ। ਤਾਂ ਮਾਲਿਕ ਬੜਾ ਹੈਰਾਨ ਹੋਇਆ, ਕਮਾਲ ਦੀ ਗੱਲ ਹੈ, ਇਹ ਗਧੇ ਕਰਦੇ ਕੀ ਪਏ। ਪਰ ਜਦੋਂ ਇਹ ਕਹਾਣੀ ਅਸੀਂ ਸੁਣੀ ਨਾ, ਅਸੀਂ ਕਹਿੰਦੇ ਗਧਿਆਂ ਦਾ ਹਾਲ ਨਹੀਂ ਕਿ ਬੰਦੇ ਵੀ ਇਦਾਂ ਦੇ ਹੁੰਦੇ ਕਿ ਤਕਲੀਫ ਚੱਲੀ ਜਾਣੀ, ਪਰ ਨਾ ਮੈਂ ਖਾਣਾ ਨਾ ਤੈਨੂੰ ਖਾਣ ਦੇਣਾ, ਨਾ ਮੈਂ ਜੀਣਾ ਨਾ ਤੈਨੂੰ ਜੀਣ ਦੇਣਾ ਹੈ। ਮੈਂ ਵੀ ਮੈਨੂੰ ਬਿਸ਼ੱਕ ਜਿਹਦਾ ਕਹੀਏ ਨਾ, ਕੋਈ ਨਹੀਂ ਕੋਰਟ ਕਚਹਿਰੀਆਂ 'ਚ ਮੇਰੀ ਜ਼ਮੀਨ ਵਿਕ ਜਾਵੇ ਪਰ ਮੈਂ ਤੈਨੂੰ ਵੀ ਛੱਡਣਾ ਨਹੀਂ ਹੈ। ਕੋਰਟਾਂ 'ਚ ਲੈ ਕੇ ਜਾਊਂ, ਕਚਹਿਰੀਆਂ 'ਚ ਲੈ ਕੇ ਜਾਊਂ, ਥਾਣੇਦਾਰ ਨੂੰ ਚਾਹੇ 10,000 ਦੇਣਾ ਪੈ ਜਾਵੇ, ਪਰ ਤੈਨੂੰ ਨਹੀਂ ਛੱਡਦਾ ਮੈਂ। ਇਹ ਗਧਿਆਂ ਦਾ ਹਾਲ ਹੀ ਹੈ। ਫਿਰ ਸਮਝਦੇ ਹੋ ਕਿ ਨਹੀਂ? ਨਾ ਮੈਂ ਜੀਣਾ ਹੈ ਚੈਨ ਨਾਲ, ਨਾ ਤੈਨੂੰ ਜੀਣ ਦੇਣਾ ਹੈ। ਹਾਲਾਂਕਿ ਹੁੰਦਾ ਕੀ ਹੈ ਕਿ ਅਗਰ ਅਸੀਂ ਥੋੜੇ ਜਿਹੇ ਇਨਸਾਨ ਬਣੀਏ ਤਾਂ ਜਰਾ ਗੌਰ ਕਰਨਾ, ਜੇ ਸਿਰਫ ਅਸੀਂ ਆਪਣੇ ਬਾਰੇ ਹੀ ਸੋਚ ਰਹੇ ਹਾਂ ਕਿ ਮੈਨੂੰ ਮਿਲੇ ਤਾਂ ਇਹ ਜਾਨਵਰਾਂ ਵਾਲਾ ਗੁਣ ਹੈ। ਸਮਝਦੇ ਹੋ? ਤਾਂ ਜੇ ਬੰਦਾ ਰੱਬ ਨੂੰ ਕਹੇ ਕਿ ਪ੍ਰਮਾਤਮਾ ਸਭ ਨੂੰ ਖੁਸ਼ੀਆਂ ਦੇ, ਸਭ ਤੇ ਕਿਰਪਾ ਕਰ, ਸਭ ਤੇ ਰਹਿਮਤ ਕਰ। ਜਿੱਦਾਂ ਹੁਣ ਇੱਥੇ ਇੱਕ ਛੋਟੀ ਜਿਹੀ ਕਹਾਣੀ ਫਕੀਰਾਂ ਦੀ ਹੋਰ ਯਾਦ ਆ ਗਈ। ਬਾਕੀ ਫਿਰ ਟਾਈਮ ਵੀ ਕਾਫੀ ਹੋ ਗਿਆ, ਸਤਸੰਗ ਨੂੰ ਸਮਾਪਤੀ ਵੱਲ ਲੈ ਕੇ ਚੱਲਾਂਗੇ। ਕਿ ਫਕੀਰਾਂ ਦੀ ਗੱਲ ਯਾਦ ਆ ਗਈ। ਇੱਕ ਵਾਰ ਇੱਕ ਫਕੀਰਾਂ ਦੇ ਸੇਵਕ ਨੇ ਫਕੀਰਾਂ ਨੂੰ ਪੁੱਛਿਆ, ਬੜੀ ਮਸ਼ਹੂਰ ਕਹਾਣੀ ਹੈ ਕਿ ਫਕੀਰਾਂ ਦੇ ਸੇਵਕ ਨੇ ਫਕੀਰਾਂ ਨੂੰ ਪੁੱਛਿਆ ਕਿ ਮਹਾਰਾਜ ਮੈਨੂੰ ਇਹ ਦੱਸੋ ਕਿ ਪ੍ਰਮਾਤਮਾ ਕੀ ਹੈ ਤਾਂ ਬੰਦਾ ਕੀ ਹੈ। ਤਾਂ ਫਕੀਰਾਂ ਨੇ ਕਿਹਾ ਪ੍ਰਮਾਤਮਾ ਦੀ ਤਾਂ ਸ਼ਾਨ ਹੀ ਬਹੁਤ ਬੜੀ ਹੈ, ਤਾਂ ਬੰਦਾ ਪ੍ਰਮਾਤਮਾ ਦੇ ਸਾਹਮਣੇ ਕੀ ਹੈ। ਪਰ ਮੈਂ ਤੈਨੂੰ ਬੇਟਾ ਕਹਿਣਾ ਚਾਹੂੰਗਾ, ਕਿਉਂਕਿ ਮੈਂ ਤੇਰੀ ਬਿਰਤੀ ਨੂੰ ਦੇਖ ਰਿਹਾ, ਤੈਨੂੰ ਅੰਦਰ ਦੇਖ ਰਿਹਾ ਮੈਂ, ਕਿ ਜੇ ਤੂੰ ਪ੍ਰਮਾਤਮਾ ਨੂੰ ਸ਼ਾਨਾਂ ਵਾਲਾ ਨਹੀਂ ਸਮਝ ਸਕਦਾ ਤਾਂ ਕਮ ਸੇ ਕਮ ਆਪਣੇ ਵਰਗਾ ਜ਼ਰੂਰ ਸਮਝੀ। ਉਹ ਕਹਿੰਦਾ ਮਹਾਰਾਜ ਇਹਦਾ ਮਤਲਬ ਕਿ ਆਪਣੇ ਵਰਗਾ ਜ਼ਰੂਰ ਸਮਝੀ, ਕਿ ਮੈਂ ਸਮਝਦਾ ਨਹੀਂ ਰੱਬ ਨੂੰ ਆਪਣੇ ਵਰਗਾ, ਮੈਂ ਤਾਂ ਰੱਬ ਨੂੰ ਆਪਣੇ ਤੋਂ ਬੜਾ ਸਮਝਦਾ ਹਾਂ। ਫਕੀਰ ਕਹਿੰਦੇ ਬੇਟਾ ਬੋਲਣ ਦੀ ਗੱਲ ਹੋਰ ਹੁੰਦੀ ਹੈ, ਪਰ ਕਰਨ ਦੀ ਗੱਲ ਹੋਰ ਹੁੰਦੀ ਹੈ। ਜਦੋਂ ਇੰਨੀ ਗੱਲ ਫਕੀਰਾਂ ਨੇ ਕਹੀ ਤਾਂ ਸੇਵਕ ਨੂੰ ਗੁੱਸਾ ਜਿਹਾ ਲੱਗਾ, ਕਹਿੰਦਾ ਉੱਠ ਕੇ ਚਲੇ ਗਿਆ, ਲੈ ਮਹਾਰਾਜ ਤੁਸੀਂ ਮੈਨੂੰ ਕੀ ਸਮਝਿਆ ਕਿ ਮੈਂ ਰੱਬ ਨੂੰ ਆਪਣੇ ਵਰਗਾ ਵੀ ਨਹੀਂ ਸਮਝਦਾ, ਇਸ ਲਈ ਚੱਲਾਂ ਮੈਂ ਤੁਹਾਡੇ ਕੋਲੋਂ, ਫੇਰ ਆਉਂਗਾ। ਹੁਣ ਮੇਰਾ ਮਸਲਾ ਹੱਲ ਨਹੀਂ ਹੋਇਆ, ਮੈਨੂੰ ਸਵਾਲ ਦਾ ਜਵਾਬ ਸਹੀ ਨਹੀਂ ਦਿੱਤਾ ਤੁਸੀਂ। ਫਕੀਰ ਕਹਿੰਦੇ ਰੁਕ ਰੁਕ, ਫਿਰ ਗੁੱਸੇ 'ਚ ਜਾ ਰਹੇ ਆ, ਰੋਟੀ ਵੀ ਨਹੀਂ ਖਾਧੀ, ਲੈ ਇਦਾਂ ਕਰ। ਕਿਆ ਕਹਿ ਕੇ ਫਕੀਰਾਂ ਨੇ ਨਾ 2 ਪਰੌਂਠੇ ਤਾਂ 2 ਸੁੱਕੀਆਂ ਰੋਟੀਆਂ ਕਾਗਜ਼ 'ਚ ਲਪੇਟੀਆਂ, ਕੱਪੜੇ 'ਚ ਪਾਈਆਂ, ਉਹਨੂੰ ਦੇ ਦਿੱਤੀਆਂ। ਕਹਿੰਦੇ ਲੈ ਰਸਤੇ 'ਚ ਖਾ ਲਈ। ਫਿਰ ਹੁਣ ਲੈ ਕੇ ਤੁਰ ਪਿਆ। ਤੁਰਦਾ ਤੁਰਦਾ ਇੱਕ ਜੰਗਲ 'ਚ ਜਿੱਥੋਂ ਇਹ ਰਸਤਾ ਜਾ ਰਿਹਾ ਸੀ, ਇਕਾਂਤ ਵਿੱਚ ਪਹੁੰਚਿਆ। ਸੋਚਿਆ ਭੁੱਖ ਲੱਗ ਗਈ ਹੈ, ਦੁਪਹਿਰ ਹੋ ਗਈ, ਪਹਿਲਾਂ 4 ਰੋਟੀਆਂ ਖਾ ਲਈਏ, ਰੋਟੀਆਂ ਖਾ ਲਈਏ। ਹੁਣ ਬੈਠਾ ਪੇੜ ਦੇ ਥੱਲੇ, ਜਦੋਂ ਕੱਪੜਾ ਖੋਲ੍ਹਿਆ, ਕਾਗਜ਼ ਖੋਲ੍ਹ ਕੇ ਦੇਖਿਆ ਤਾਂ ਵਿੱਚ 2 ਪਰੌਂਠੇ ਸੀ ਆਲੂਆਂ ਵਾਲੇ, ਦੇਸੀ ਘਿਓ ਨਾਲ ਚੁਪੜੇ ਹੋਏ, ਤਾਂ 2 ਸੁੱਕੀਆਂ ਰੋਟੀਆਂ ਸੀ। ਹੁਣ ਬੈਠ ਕੇ ਖਾਣ ਹੀ ਲੱਗਾ ਸੀ ਕਿ ਜਦ ਨੂੰ ਇੱਕ ਫਕੀਰ ਆ ਗਿਆ। ਫਕੀਰ ਕਹਿੰਦੇ ਬੇਟਾ ਬੜੀ ਭੁੱਖ ਲੱਗੀ ਆ, ਰੋਟੀਆਂ ਤੇਰੇ ਕੋਲ ਹੈਗੀਆਂ, ਕੁਝ ਫਕੀਰ ਨੂੰ ਵੀ ਦੇ ਦੇ ਰੱਬ ਦੇ ਨਾਂ ਤੇ। ਤੂੰ ਸਮਝ ਲੈ ਫਕੀਰ ਨੂੰ ਨਹੀਂ ਦੇ ਰਿਹਾ, ਰੱਬ ਨੂੰ ਦੇ ਰਿਹਾ ਤੂੰ, ਕਿਉਂਕਿ ਕਹਿੰਦੇ ਫਕੀਰ ਦੇ ਮੂੰਹ 'ਚ ਗਿਆ, ਰੱਬ ਦੇ ਮੂੰਹ 'ਚ ਗਿਆ ਇੱਕ ਬਰਾਬਰ ਹੁੰਦਾ ਹੈ, ਇਸ ਲਈ ਬੇਟਾ ਦੇ ਦੇ ਕੁਛ। ਤਾਂ ਉਸ ਲਈ ਉਹਨਾਂ ਦੇਖਿਆ 2 ਪਰੌਂਠੇ 2 ਰੋਟੀਆਂ, ਫਕੀਰ ਮੰਗਦਾ ਪਿਆ। ਇੱਦਾਂ ਕਰਦੇ ਆ, ਸੁੱਕੀਆਂ ਰੋਟੀਆਂ ਫਕੀਰ ਨੂੰ ਦਿੰਦੇ, ਪਰੌਂਠੇ ਆਪ ਖਾਂਦੇ। ਕਹਿ ਕੇ 2 ਪਰੌਂਠੇ ਰੱਖ ਲਏ, ਸੁੱਕੀਆਂ ਰੋਟੀਆਂ ਫਕੀਰ ਤੇ ਅੱਜ ਦੇਤੀਆਂ। ਫਕੀਰ ਕਹਿੰਦੇ ਬੇਟਾ 2 ਪਰੌਂਠੇ, ਇੱਕ ਤਾਂ ਮੈਨੂੰ ਦੇ ਦੇ, ਉਹ ਰੱਬ ਦੇ ਨਾਂ ਤੇ ਇੱਕ ਤਾਂ ਦੇ ਦੇ। ਤੈਨੂੰ ਕਹਿੰਦਾ ਜੋ ਮਿਲੇ ਖਾ ਲਾ, ਨਹੀਂ ਤਾਂ ਵੀ ਖੋਲੂ ਹੈ। ਆਇਆ ਵੱਡਾ, ਮੇਰੀ ਮਰਜ਼ੀ, ਮੇਰੀ ਰੋਟੀ, ਮੇਰੇ ਪਰੌਂਠੇ, ਤੈਨੂੰ ਜੋ ਦੇਣਾ ਦੇ ਦਿੱਤਾ, ਚੁੱਪ ਕਰਕੇ ਸ਼ੁਕਰ ਕਰਕੇ ਖਾ, ਚੱਲ ਇੱਥੋਂ। ਫਕੀਰ ਕਹਿੰਦਾ ਸੱਚੀ ਬੇਟਾ ਨਹੀਂ ਦੇਣੇ ਇੱਕ ਪਰੌਂਠਾ? ਏਦਾਂ ਕਰਦਾ ਤੂੰ 2 ਰੋਟੀਆਂ ਤੂੰ ਰੱਖ ਲੈ, ਪਰੌਂਠੇ ਮੈਨੂੰ ਦੇ ਦੇ। ਉਹਨੂੰ ਫਿਰ ਗੁੱਸਾ ਆ ਗਿਆ, ਕਹਿੰਦਾ ਜਾਂਦਾ ਕਿ ਨਹੀਂ ਤੂੰ? ਝਿੜਕ ਮਾਰੀ ਫਕੀਰ ਨੂੰ। ਜਦੋਂ ਝਿੜਕ ਮਾਰੀ ਤਾਂ ਫਕੀਰ ਉੱਚੀ ਉੱਚੀ ਹੱਸਣ ਲੱਗ ਗਏ, ਉੱਚੀ ਉੱਚੀ ਹੱਸਣ ਲੱਗ ਗਏ। ਉਹ ਕਹਿੰਦਾ ਹੁਣ ਕੀ ਤੇਰਾ ਦਿਮਾਗ ਖਰਾਬ ਹੋ ਗਿਆ, ਪਰੌਂਠੇ ਨਹੀਂ ਮਿਲੇ ਤਾਂ ਹੱਸਣ ਲੱਗ ਪਿਆ, ਕੀ ਗੱਲ ਹੈ?
ਤਾਂ ਉਸ ਵੇਲੇ ਫਕੀਰ ਨੇ ਕਿਹਾ ਪਹਿਚਾਣ ਮੈਨੂੰ ਬੇਟਾ, ਪਹਿਚਾਣ। ਉਹ ਕਹਿੰਦਾ ਕੌਣ ਹੈ? ਫਕੀਰ ਨੇ ਕਹਿੰਦੇ ਆਪਣੀ ਕੰਬਲੀ ਲਈ ਚੱਕੀ ਤਾਂ ਦੇਖਿਆ ਉਹਦਾ ਮੁਰਸ਼ਦ ਸਾਹਮਣੇ ਖੜਾ ਹੈ। ਭੇਸ਼ ਬਦਲ ਕੇ ਮੁਰਸ਼ਦ ਆਇਆ ਸੀ। ਕਹਿੰਦੇ ਤੈਨੂੰ ਕਿਹਾ ਸੀ ਨਾ, ਤੂੰ ਕਹਿੰਦਾ ਰੱਬ ਕੀ ਹੈ ਤਾਂ ਬੰਦਾ ਕੀ ਹੈ। ਇਹ ਰੱਬ ਦੀ ਸ਼ਾਨ ਬੜੀ ਉੱਚੀ ਹੈ, ਬੰਦਾ ਬੜਾ ਥੱਲੇ ਹੈ। ਪਰ ਬੇਟਾ ਤੇਰੀ ਹਾਲਤ ਇਹ, ਮੈਂ ਤੈਨੂੰ ਕਹਾਂਗਾ ਕਿ ਰੱਬ ਨੂੰ ਜੇ ਸ਼ਾਨਾਂ ਵਾਲਾ ਨਹੀਂ ਸਮਝਣਾ ਤਾਂ ਆਪਣੇ ਵਰਗਾ ਸਮਝੀ, ਪਰ ਤੂੰ ਤਾਂ ਆਪਣੇ ਵਰਗਾ ਵੀ ਨਹੀਂ ਸਮਝਿਆ। ਕਹਿੰਦਾ ਕੀ ਮਤਲਬ? ਇਹ ਕਹਾ ਦੇਖ ਲੈ, ਅਸੀਂ ਤੈਨੂੰ ਕਿਹਾ ਸੀ ਰੱਬ ਦੇ ਨਾਂ ਤੇ 2 ਦੇ ਦੇ, ਤਾਂ ਜੇ ਤੂੰ ਆਪਣੇ ਵਰਗਾ ਹੀ ਸਮਝਦਾ ਤਾਂ 1 ਰੋਟੀ ਔਰ 1 ਪਰੌਂਠਾ ਮੈਨੂੰ ਦਿੰਦਾ ਰੱਬ ਨੂੰ, ਤੇ 1 ਆਪ ਰੱਖਦਾ। ਪਰ ਤੂੰ ਆਪ ਰੱਖ ਲੈ ਚੋਪੜੇ ਪਰੌਂਠੇ, ਤਾਂ ਰੱਬ ਦੇ ਨਾਂ ਤੇ ਦਿੱਤੀਆਂ ਸੁੱਕੀਆਂ ਰੋਟੀਆਂ। ਇਹਦਾ ਮਤਲਬ ਤੂੰ ਆਪਣੇ ਆਪ ਨੂੰ ਰੱਬ ਤੋਂ ਚੰਗਾ ਹੀ ਸਮਝਦਾ ਕਿ ਮੈਂ ਚੰਗਾ ਪਰੌਂਠਿਆਂ ਦਾ ਹੱਕਦਾਰ ਹਾਂ, ਤਾਂ ਰੱਬ ਤੋਂ ਸੁੱਕੀ ਦੇਈਓ। ਯਾਨੀ ਕਹਿਣ ਦਾ ਮਤਲਬ ਕੀ ਹੈ ਕਿ ਇਨਸਾਨ ਵੀ ਕਈ ਵਾਰ ਲੈ ਵੀ ਪਰਮਾਤਮਾ ਤਾਂ ਇਦਾਂ, ਪਰਮਾਤਮਾ ਉਦਾਂ, ਪਰ ਜਦੋਂ ਜੀਵਨ 'ਚ ਮਾੜੀ ਜਿਹੀ ਪਰੇਸ਼ਾਨੀ ਆਉਂਦੀ ਹੈ ਨਾ, ਮਾੜੀ ਜਿਹੀ ਕੋਈ ਮੁਸ਼ਕਿਲ ਆਉਂਦੀ ਹੈ, ਦੂਰ ਨਾ ਹੋਵੇ ਤਾਂ ਬੰਦਾ ਹੈ ਨਹੀਂ ਕੋਈ ਰੱਬ, ਹੈ ਨਹੀਂ ਕੋਈ ਭਗਵਾਨ, ਮੈਂ ਨਹੀਂ ਮੰਨਦਾ ਕਿਸੇ ਰੱਬ ਨੂੰ। ਉੱਥੋਂ ਆ ਕੇ ਪਤਾ ਲੱਗਦਾ ਹੈ ਕਿ ਇਨਸਾਨ ਦਾ ਵਿਸ਼ਵਾਸ ਪੱਕਾ ਹੈ ਜਾਂ ਕੱਚਾ। ਔਰ ਯਾਦ ਰੱਖੋ ਕਈ ਵਾਰ ਪਰਮਾਤਮਾ ਜਦੋਂ ਸਾਨੂੰ ਦਿੰਦਾ ਹੈ ਨਾ, ਤਾਂ ਦੇਣ ਤੋਂ ਪਹਿਲਾਂ ਥੋੜਾ ਠੋਕ ਕੇ ਦੇਖਦਾ ਹੈ, ਵਜਾ ਕੇ ਦੇਖਦਾ ਕਿ ਭਾਂਡਾ ਪੱਕਾ ਹੈ ਤਾਂ ਫਿਰ ਦੇਵਾਂ, ਜੇ ਕੱਚਾ ਹੈ ਤਾਂ ਹਲੇ ਲੈਣ ਦੇ ਲਾਇਕ ਨਹੀਂ ਹੈ। ਇਸ ਲਈ ਜੀਵਨ 'ਚ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਯਾਨੀ ਕਹਿਣ ਦਾ ਮਤਲਬ ਦੁੱਖ ਹੋਵੇ, ਸੁੱਖ ਹੋਵੇ, ਮੁਸ਼ਕਿਲ ਹੋਵੇ, ਪਰੇਸ਼ਾਨੀ ਹੋਵੇ, ਪਰ ਯਕੀਨ ਹਮੇਸ਼ਾ ਆਪਣੇ ਮਾਲਿਕ ਤੇ ਰੱਖੋ। ਹਰ ਵੇਲੇ ਉਹਦਾ ਸ਼ੁਕਰ ਕਰੋ ਕਿ ਇਹ ਮਾਲਿਕ ਅਸੀਂ ਸੱਚੇ ਹਾਂ। ਔਰ ਸੱਚਿਆਂ ਨੂੰ ਚਾਹੇ ਅੱਗ 'ਚ ਹੀ ਕੱਢ ਲਓ, ਚਾਹੇ ਜਿੱਥੇ ਮਰਜ਼ੀ, ਜਿੱਦਾਂ ਕਹਿੰਦੇ ਨਾ ਸੋਨੇ ਨੂੰ ਰਗੜਿਆ ਵੀ ਜਾਂਦਾ ਹੈ, ਅੱਗ 'ਚ ਪਾ ਕੇ ਸਾੜਿਆ ਵੀ ਜਾਂਦਾ ਹੈ। ਜਿਹੜਾ ਸ਼ੁੱਧ 24 ਕੈਰਟ ਦਾ ਸੋਨਾ ਹੁੰਦਾ ਹੈ ਉਹ ਹੋਰ ਨਿਕਲ ਕੇ ਬਾਹਰ ਆਉਂਦਾ ਹੈ। ਜੇ ਕਸੌਟੀ ਤੇ ਕੱਸਿਆ ਜਾਂਦਾ ਨਾ, ਉਹਨੂੰ ਘਸਾ ਕੇ ਦੇਖਿਆ ਜਾਂਦਾ ਹੈ, ਤਾਂ ਉੱਥੋਂ ਵੀ ਉਹ ਸੱਚਾ ਸਾਬਿਤ ਹੁੰਦਾ ਹੈ। ਇਸ ਲਈ ਤੁਹਾਡਾ ਵਿਸ਼ਵਾਸ ਵੀ ਸੋਨੇ ਦੀ ਤਰ੍ਹਾਂ ਹੋਣਾ ਚਾਹੀਦਾ, ਪੱਕਾ। ਔਰ ਇਹੀ ਚੀਜ਼ ਦਾ ਸੰਤ ਕਹਿੰਦੇ ਹੈ ਕਿ ਅਗਰ ਸਤਸੰਗ ਵਿੱਚ ਆਏਗਾ ਤਾਂ ਜਿਨ੍ਹਾਂ ਦੀ ਬਿਰਤੀ ਥੱਲੀ ਹੁੰਦੀ ਹੈ ਨਾ, ਨੀਵੀਂ ਹੁੰਦੀ ਹੈ, ਜੋ ਦੁਨੀਆ ਦਾ ਬੁਰਾ ਸੋਚਦੇ ਹੈ ਜਾਂ ਬੁਰਾ ਕਰਨ ਤੇ ਜ਼ੋਰ ਦਿੰਦੇ ਹੈ, ਅਗਰ ਉਹ ਵੀ ਸਤਸੰਗ 'ਚ ਬੈਠਣਾ ਸ਼ੁਰੂ ਕਰ ਦੇਵੇ ਤਾਂ ਹੌਲੀ ਹੌਲੀ ਉਹਨਾਂ ਅੰਦਰ ਇਨਸਾਨਾਂ ਵਾਲਾ ਗੁਣ ਆਉਣਾ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਇਨਸਾਨ ਦਾ ਗੁਣ ਕਿਹੜਾ ਹੁੰਦਾ ਹੈ ਕਿ ਭਾਈ ਮੈਂ ਆਪਣਾ ਵੀ ਭਲਾ ਕਰਾਂ ਤਾਂ ਦੂਜੇ ਦਾ ਵੀ ਕੁਝ ਭਲਾ ਹੋਵੇ। ਜਾਨਵਰ ਕਦੀ ਇਹ ਨਹੀਂ ਸੋਚਦਾ। ਜਾਨਵਰ ਤਾਂ ਕਹਿੰਦਾ ਕਿ ਮੇਰਾ ਫਾਇਦਾ ਹੋਣਾ ਚਾਹੀਦਾ, ਦੂਜੇ ਦਾ ਭਲਾ ਹੋਵੇ ਚਾਹੇ ਨਾ ਹੋਵੇ, ਦੂਜੇ ਦਾ ਚਾਹੇ ਨੁਕਸਾਨ ਹੋਈ ਜਾਵੇ, ਪਰ ਮੇਰਾ ਫਾਇਦਾ ਹੋਣਾ ਚਾਹੀਦਾ। ਇਹ ਜਾਨਵਰਾਂ ਵਾਲਾ ਗੁਣ ਹੈ। ਪਰ ਕਹਿੰਦੇ ਇਨਸਾਨਾਂ ਦਾ ਗੁਣ ਕਿਹੜਾ ਹੈ? ਇਨਸਾਨਾਂ ਦਾ ਗੁਣ ਤਾਂ ਇਹ ਹੈ ਕਿ ਜੇ ਮੇਰਾ ਫਾਇਦਾ ਹੋ ਰਿਹਾ ਤਾਂ ਨੁਕਸਾਨ ਦੂਜੇ ਦਾ ਵੀ ਨਹੀਂ ਹੋਣਾ ਚਾਹੀਦਾ। ਸਮਝਦੇ ਹੋ ਕਿ ਨਹੀਂ? ਤਾਂ ਸਿੱਧਾਂ ਦਾ ਗੁਣ ਥੋੜਾ ਹੋਰ ਉੱਪਰ ਆ ਜਾਂਦਾ ਹੈ, ਕਿਉਂਕਿ ਸਿੱਧ ਤਾਂ ਆਪਣੇ ਮਨ ਨੂੰ, ਆਪਣੇ ਆਪ ਨੂੰ ਕਾਬੂ 'ਚ ਕਰ ਲੈਂਦੇ ਹੈ। ਉਹਨਾਂ ਦੀ ਤਰਫ ਕੋਈ ਮੁਸ਼ਕਿਲ, ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਪਰਵਾਹ ਨਹੀਂ ਕਰਦੇ, ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ, ਜਿੱਦਾਂ ਹੀ ਪਹਿਲਾਂ ਹੀ ਦੱਸਿਆ, ਕਿ ਆਪਣੇ ਵਿਸ਼ਵਾਸ ਨੂੰ, ਆਪਣੇ ਆਪ ਨੂੰ ਸਟਰੋਂਗ ਹੀ ਅੰਦਰੋਂ ਇਦਾਂ ਕੀਤਾ ਹੁੰਦਾ ਕਿ ਕਿਸੇ ਚੀਜ਼ ਦਾ ਅਸਰ ਉਹਨਾਂ ਦੇ ਜੀਵਨ ਤੇ ਹੁੰਦਾ ਹੀ ਨਹੀਂ ਹੈ। ਇਸ ਲਈ ਅਗਰ ਇਹ ਵੀ ਗੁਣ ਦੱਸੀਏ ਨਾ ਤਾਂ ਥੋੜਾ ਟਾਈਮ ਲੱਗ ਜਾਏਗਾ, ਇਸ ਲਈ ਸ਼ਾਰਟ ਵਿੱਚ ਹੁਣ ਦੱਸ ਰਹੇ ਹਾਂ ਤੁਹਾਨੂੰ। ਔਰ ਦੇਵਤਿਆਂ ਦਾ ਗੁਣ ਕਿਹੜਾ ਹੁੰਦਾ ਹੈ, ਜਰਾ ਗੌਰ ਕਰਨਾ। ਦੇਵਤਾ ਇਹਨੂੰ ਕਿਹਾ ਜਾਂਦਾ ਹੈ। ਅੱਛਾ, ਤੁਸੀਂ ਸੂਰਜ ਨੂੰ ਦੇਵਤਾ ਕਹਿੰਦੇ ਹੋ, ਸੂਰਿਆ ਦੇਵਤਾ। ਪਵਨ ਨੂੰ ਦੇਵਤਾ ਕਹਿੰਦੇ ਹੋ, ਪਵਨ ਦੇਵਤਾ। ਜਲ ਨੂੰ ਦੇਵਤਾ ਕਹਿੰਦੇ ਹੋ, ਜਲ ਦੇਵਤਾ। ਕਿਉਂ ਕਹਿੰਦੇ ਆ? ਕਿਉਂਕਿ ਦੇਵਤਾ ਮਤਲਬ ਕੋਈ ਇਨਸਾਨ ਨਹੀਂ, ਦੇਵਤਾ ਮਤਲਬ ਕੋਈ ਸ਼ਕਤੀ ਨਹੀਂ। ਦੇਵਤਾ ਮਤਲਬ ਹੈ ਜਿਹਦੇ ਅੰਦਰ ਦੇਣ ਵਾਲਾ ਗੁਣ ਹੈ ਔਰ ਮੰਗਦਾ ਵੀ ਕੁਛ ਨਹੀਂ ਹੈ, ਉਹਨੂੰ ਕਹਿੰਦੇ ਦੇਵਤਾ। ਕਹਿੰਦੇ ਦੇਵਤਾ ਜਿਹੜਾ ਦੇ ਰਿਹਾ ਹੈ ਪਰ ਅੱਗਿਓਂ ਮੰਗ ਕੁਛ ਨਹੀਂ ਰਿਹਾ। ਸੂਰਜ ਰੋਸ਼ਨੀ ਦੇ ਰਿਹਾ ਪਰ ਸੂਰਜ ਕਦੀ ਨਹੀਂ ਕਹਿੰਦਾ ਕਿ ਤੂੰ ਵੀ ਮੈਨੂੰ ਕੁਛ ਦੇ। ਜਿੱਦਾਂ ਅਸੀਂ ਕਈ ਵਾਰ ਦੱਸਿਆ, ਸਰਕਾਰ ਬਿਜਲੀ ਦਿੰਦੀ ਹੈ ਤਾਂ ਬਿੱਲ ਵੀ ਭੇਜ ਦਿੰਦੀ ਹੈ, ਤਾਂ ਜੇ ਤੁਸੀਂ ਬਿੱਲ ਨਾ ਭਰੋ ਤਾਂ ਉਹਨਾਂ ਲਾਈਨ ਕੱਟ ਦੇਣੀ ਕਿ ਭਾਈ ਤੂੰ ਬਿੱਲ ਨਹੀਂ ਦਿੰਦਾ ਤਾਂ ਲੈ ਤੇਰੀ ਲਾਈਟ ਨਹੀਂ ਦੇਣੀ, ਅਸੀਂ ਤੂੰ ਬਿੱਲ ਨਹੀਂ ਦਿੰਦਾ ਹੀ ਪਾਣੀ ਨਹੀਂ ਦੇਣਾ। ਪਰ ਸੂਰਜ ਨੂੰ ਦੇਖੋ ਜਾਂ ਹਵਾ ਨੂੰ ਦੇਖੋ, ਇਹ ਪਵਨ ਵਗ ਰਹੀ ਹੈ ਪਰ ਕਦੀ ਨਹੀਂ ਇਹਨਾਂ ਕਿਹਾ ਇੰਨਾ ਬਿੱਲ ਦੇ ਦੇ ਤਾਂ ਮੈਂ ਵਗਣਾ, ਨਹੀਂ ਤਾਂ ਮੈਂ ਬੰਦ ਹੋ ਜਾਣਾ ਔਰ ਤੂੰ ਮਰ ਜਾਏਗਾ। ਅਸੀਂ ਉਹਨੂੰ ਦੇਵਤਾ ਕਹਿੰਦੇ ਹਾਂ। ਜੇ ਤੁਸੀਂ ਵੀ ਕਿਸੇ ਨੂੰ ਦੇ ਰਹੇ ਹੋ ਨਾ ਔਰ ਅੱਗਿਓਂ ਇੱਛਾ ਨਹੀਂ ਰੱਖਦੇ ਪਾਣ ਦੀ, ਅੱਗਿਓਂ ਉਮੀਦ ਨਹੀਂ ਰੱਖਦੇ ਕਿ ਮੈਨੂੰ ਮਿਲੇ, ਤਾਂ ਫਿਰ ਤੁਸੀਂ ਵੀ ਉਹ ਦੇਵਤਾ ਹੋ, ਕਿਉਂਕਿ ਤੁਹਾਡੇ ਅੰਦਰ ਵੀ ਦੇਣ ਵਾਲਾ ਗੁਣ ਹੈ। ਇਸ ਲਈ ਸੰਤ ਦਾਦੂ ਦੱਸਦੇ ਆ ਕਿ ਸੰਤਾਂ ਦੀ ਸੰਗਤ ਵਿੱਚ ਆ ਕੇ ਜੇ ਪਸ਼ੂ ਬਿਰਤੀ ਵਾਲੇ ਐ, ਉਹ ਪਹਿਲਾਂ ਮਾਨਵ ਬਿਰਤੀ ਚਾਹੁੰਦੇ ਐ। ਜਿੱਦਾਂ ਕੋਈ ਅਨਪੜ੍ਹ ਬੱਚਾ ਹੈ, ਪਹਿਲਾਂ ਪੜ੍ਹਿਆ ਲਿਖਿਆ ਆਉਂਦਾ ਹੈ, ਫਿਰ ਜਦੋਂ 10th ਕਰ ਲੈਂਦਾ ਸੀ ਕਹਿੰਦੇ ਹੁਣ 10ਵੀਂ 'ਚ ਹੋ ਗਿਆ, ਫਿਰ BA ਕਰ ਲੈਂਦਾ ਸੀ, ਕਹਿੰਦੇ BA ਹੋ ਗਿਆ, ਫਿਰ MA ਕਰਨਾ, MA ਪਾਸ ਹੋ ਗਿਆ, ਫਿਰ ਅਸੀਂ ਕਹਿੰਦੇ ਡਾਕਟਰ ਬਣ ਗਿਆ। ਜਿੱਦਾਂ ਉਹਦੀ ਕੈਟਾਗਰੀ ਬਦਲਦੀ ਰਹਿੰਦੀ ਹੈ, ਇਸੇ ਤਰ੍ਹਾਂ ਜੋ ਨਿਯਮ ਨਾਲ ਸਤਸੰਗ ਚਾਹੁੰਦਾ ਹੌਲੀ ਹੌਲੀ ਉਹਦੀ ਕੈਟਾਗਰੀ ਵੀ ਬਦਲਦੀ ਹੈ। ਉਹ ਵੀ ਪਸ਼ੂ ਤੋਂ ਮਨੁੱਖ, ਮਨੁੱਖ ਤੋਂ ਸਿੱਧ, ਸਿੱਧ ਤੋਂ ਦੇਵਤਾ ਔਰ ਦੇਵਤਾ ਤੋਂ
ਅੱਗੇ ਫਿਰ ਸਟੇਜ ਹੈ ਪਰਮਾਤਮਾ ਦੀ, ਨਿਰੰਕਾਰ ਦੀ। ਸਮਝਦੇ ਹੋ ਕਿ ਨਹੀਂ? ਪਰ ਇਹ ਸਟੈਪ ਬਾਈ ਸਟੈਪ ਹੀ ਸਾਨੂੰ ਫੋਲੋ ਕਰਨਾ ਪੈਣਾ ਹੈ, ਉੱਥੇ ਜਾਣਾ ਪੈਣਾ ਹੈ। ਇਸ ਲਈ ਕਮ ਸੇ ਕਮ ਇੰਨੀ ਕੋਸ਼ਿਸ਼ ਅਸੀਂ ਕਰ ਸਕਦੇ ਹਾਂ ਕਿ ਆਪਣੇ ਅੰਦਰ ਦੇਵਤਿਆਂ ਵਾਲੇ ਗੁਣ ਪੈਦਾ ਕਰੀਏ। ਬੋਲੋ, ਕਰ ਸਕਦੇ ਕਿ ਨਹੀਂ? ਜੇ ਬਹੁਤਾ ਨਹੀਂ ਕਿਸੇ ਨੂੰ ਦੇ ਸਕਦੇ, ਸਮਾਈਲ ਤਾਂ ਦੇ ਸਕਦੇ ਹੋ ਨਾ, ਕਿਸੇ ਨੂੰ ਚੰਗੀ ਸਲਾਹ ਤਾਂ ਦੇ ਸਕਦੇ ਹੋ, ਕਿਸੇ ਨੂੰ ਹਿੰਮਤ ਦਾ ਦੇ ਸਕਦੇ ਹੋ, ਕਿਸੇ ਨੂੰ ਹੌਸਲਾ ਦੇ ਸਕਦੇ ਹੋ, ਕਿਸੇ ਨੂੰ ਖੁਸ਼ੀ ਦੇ ਸਕਦੇ ਹੋ। ਜਿੱਦਾਂ ਹੀ ਦੱਸਿਆ ਕਿ ਜੇ ਕਿਸੇ ਨੂੰ ਹੌਸਲੇ ਵਾਲੇ ਬੋਲ ਵੀ ਤੁਸੀਂ ਬੋਲ ਦਿੰਦੇ ਹੋ ਨਾ, ਔਰ ਤੁਹਾਡੇ ਹੌਸਲੇ ਵਾਲੇ ਬੋਲ ਸੁਣ ਕੇ ਉਹ ਕਾਮਯਾਬ ਹੋ ਜਾਂਦਾ, ਤਾਂ ਸਮਝ ਲਓ ਤੁਸੀਂ ਉਹਦੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਦੇਤੀ, ਬਦਲ ਦਿੱਤਾ ਉਹਦੀ ਜ਼ਿੰਦਗੀ ਨੂੰ। ਕਿਉਂਕਿ ਕਈ ਵਾਰ ਸਾਡੇ ਸ਼ਬਦ ਬੋਲੇ ਹੋਏ ਹੀ ਅਗਲੇ ਦੇ ਜੀਵਨ ਨੂੰ ਬਦਲ ਕੇ ਰੱਖ ਦਿੰਦੇ ਆ। ਇਸ ਲਈ ਫੈਸਲਾ ਕਰਿਆ ਕਰੋ ਕਿ ਅੱਜ ਮੈਂ ਜਿਹਨੂੰ ਵੀ ਮਿਲਣਾ ਹੈ ਅੱਛੇ ਬੋਲ ਬੋਲਣੇ ਹੈ, ਅੱਜ ਮੈਂ ਜਿਹਨੂੰ ਵੀ ਮਿਲਣਾ ਹੈ ਮੁਸਕਰਾ ਕੇ ਬੋਲਣ ਦੀ ਕੋਸ਼ਿਸ਼ ਕਰਨੀ ਹੈ, ਅੱਜ ਮੈਂ ਜਿਹਦੇ ਨਾਲ ਵੀ ਗੱਲ ਕਰਨੀ ਹੈ ਉਹਦਾ ਕੁਝ ਭਲਾ ਕਰਨ ਦੀ ਕੋਸ਼ਿਸ਼ ਕਰਨੀ ਹੈ। ਇਦਾਂ ਦੀ ਸੋਚ ਰੱਖਿਆ ਕਰੋ ਆਪਣੇ ਅੰਦਰ, ਕਿਉਂਕਿ ਜਦੋਂ ਹਰ ਰੋਜ਼ ਤੁਸੀਂ ਇਹ ਸੋਚੋਗੇ ਅੱਜ ਮੈਂ ਜਿਹਨੂੰ ਮਿਲਣਾ ਹੈ ਕੁਝ ਭਲਾ ਕਰਨਾ ਹੈ, ਅੱਜ ਮੈਂ ਜਿਹਨੂੰ ਮਿਲਣਾ ਹੈ ਕੁਝ ਉਹਨੂੰ ਖੁਸ਼ੀ ਦੇਣੀ ਹੈ, ਚਾਹੇ ਸ਼ਬਦਾਂ ਦੇ ਜ਼ਰੀਏ ਬੋਲ ਕੇ ਕਿਸੇ ਤਰ੍ਹਾਂ ਵੀ ਉਹਨੂੰ ਹਿੰਮਤ ਦੇਣ ਦੀ ਕੋਸ਼ਿਸ਼ ਕਰਨੀ ਹੈ, ਉਹਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰਨੀ ਹੈ। ਯਾਦ ਰੱਖੋ, ਜਦੋਂ ਇਹ ਤੁਸੀਂ ਇਦਾਂ ਦਾ ਫੈਸਲਾ ਕਰ ਲਿਆ ਨਾ, ਤਾਂ ਤੁਹਾਡੇ ਜੀਵਨ 'ਚ ਖੁਸ਼ੀਆਂ ਆਣੀਆਂ ਸ਼ੁਰੂ ਹੋ ਜਾਣਗੀਆਂ। ਕਿਉਂਕਿ ਕੁਦਰਤ ਦਾ ਨਿਯਮ ਹੈ, ਜੋ ਤੁਸੀਂ ਦੂਜਿਆਂ ਨੂੰ ਦੇਣਾ ਉਹ ਤੁਹਾਨੂੰ ਕਈ ਗੁਣਾ ਹੋ ਕੇ ਮਿਲਣਾ ਹੀ ਮਿਲਣਾ ਹੈ। ਇਹ ਯਾਦ ਰੱਖੋ ਹਮੇਸ਼ਾ। ਇਸ ਲਈ ਅੱਜ ਤੋਂ ਅਗਰ ਤੁਸੀਂ ਚਾਹੁੰਦੇ ਹੋ ਦੁੱਖਾਂ ਤੋਂ ਮੁਕਤੀ, ਤਾਂ ਫਿਰ ਅੱਜ ਆਪਣੇ ਅੰਦਰ ਫੈਸਲਾ ਕਰੋ ਕਿ ਮੇਰਾ ਮਾਲਿਕ ਮੇਰੇ ਅੰਦਰ ਬੈਠਾ ਹੈ, ਮੇਰੇ ਅੰਦਰ ਮੇਰੇ ਰੋਮ ਰੋਮ 'ਚ ਵਸਦਾ ਹੈ। ਇਸ ਲਈ ਦੁੱਖ, ਤਕਲੀਫ, ਪਰੇਸ਼ਾਨੀ ਜੈਸੀ ਵੀ ਮਰਜ਼ੀ ਹੋਵੇ, ਜੇ ਮੇਰਾ ਮਾਲਿਕ ਮੇਰੇ ਰੋਮ ਰੋਮ 'ਚ ਵਸਦਾ ਤਾਂ ਮੈਨੂੰ ਪੂਰਾ ਯਕੀਨ ਹੈ ਕੋਈ ਮੁਸ਼ਕਿਲ ਦਾ ਹੱਲ ਵੀ ਉਹਦੀ ਰਹਿਮਤ ਨਾਲ ਜ਼ਰੂਰ ਹੋਏਗਾ। ਕਿਉਂਕਿ ਜਿੱਦਾਂ ਪਹਿਲੇ ਦੱਸਿਆ ਕਿ ਪਹਿਲਾਂ ਇੱਥੇ ਮੰਨਣਾ ਪੈਂਦਾ ਹੈ, ਫਿਰ ਆਪਣੇ ਆਪ ਹੀ ਬੰਦਾ ਤਲਾਸ਼ ਕਰਦਾ ਹੈ। ਔਰ ਜਦੋਂ ਤਲਾਸ਼ ਕਰਦਾ, ਜਿੱਦਾਂ ਦੱਸੀਦਾ ਕਿ ਦੁਆਰ ਖਟਖਟਾਵਾਂਗੇ ਤਾਂ ਖੁੱਲੇਗਾ ਵੀ ਜ਼ਰੂਰ। ਬੋਲੋ, ਸਮਝਦੇ ਹੋ ਕਿ ਨਹੀਂ? ਇਸ ਲਈ ਦੁਖੀ ਹਾਂ, ਪਰੇਸ਼ਾਨ ਹਾਂ। ਜੇ ਸਾਡੇ ਜੀਵਨ 'ਚ ਵਾਕਈ ਕੋਈ ਟੈਨਸ਼ਨ ਹੈ, ਕੋਈ ਚਿੰਤਾ ਹੈ, ਪਰੇਸ਼ਾਨੀ ਹੈ, ਸਾਡਾ ਕਿਤੇ ਕੰਮ ਨਹੀਂ ਬਣਦਾ, ਕਿਤੇ ਸਾਨੂੰ ਕਾਮਯਾਬੀ ਨਹੀਂ ਮਿਲਦੀ, ਤਾਂ ਨਿਰਾਸ਼ ਨਹੀਂ ਹੋਣਾ, ਬਲਕਿ ਜਿੱਦਾਂ ਦੱਸਿਆ ਹੈ ਆਪਣੀ ਹਿੰਮਤ ਨੂੰ ਵਧਾ ਲੈਣਾ ਹੈ। ਔਰ ਇਹ ਗੱਲ ਆਪਣੇ ਅੰਦਰ ਵੀ ਕਹਿਣੀ ਹੈ, ਤੁਹਾਡਾ ਜੋ ਵੀ ਨਾਮ ਹੈ, ਜਿੱਦਾਂ ਉੱਥੇ ਕਿਹਾ ਹੈ, ਇਹ ਸੁਲਤਾਨ ਮਰ ਤਾਂ ਸਕਦਾ ਪਰ ਹਾਰ ਨਹੀਂ ਸਕਦਾ। ਏਦਾਂ ਹੀ ਤੁਸੀਂ ਆਪਣਾ ਨਾਮ ਲੈ ਕੇ ਕਹਿਣਾ ਹੈ, ਚਾਹੇ ਜੋ ਵੀ ਤੁਹਾਡਾ ਨਾਮ ਹੈ। ਬੋਲੋ, ਸਮਝਦੇ ਹੋ ਕਿ ਨਹੀਂ? ਜਦੋਂ ਮੁਸ਼ਕਿਲ ਆਵੇ, ਪਰੇਸ਼ਾਨੀ ਆਵੇ, ਚਾਹੇ ਬਿਮਾਰੀ ਨੂੰ ਲੈ ਕੇ, ਚਾਹੇ ਕਿਸੇ ਇੰਟਰਵਿਊ 'ਚ ਕਾਮਯਾਬੀ ਨਾ ਮਿਲੇ, ਤਾਂ ਜੇ ਕਾਮਯਾਬੀ ਨਹੀਂ ਮਿਲੀ, ਅੱਗੇ ਰਿਜੈਕਸ਼ਨ ਹੋ ਗਈ, ਕੋਈ ਗੱਲ ਨਹੀਂ, ਤੁਹਾਡਾ ਜੋ ਵੀ ਨਾਮ ਹੈ, ਜਿੱਦਾਂ ਫਰਜ਼ ਕਰੋ ਇਹੀ ਕਹਾਂਗੇ, ਇਹ ਸਾਹਿਬ ਮਰ ਤਾਂ ਸਕਦਾ ਪਰ ਕਦੀ ਹਾਰ ਨਹੀਂ ਮੰਨ ਸਕਦਾ, ਅੱਗੇ ਵਧਣਾ ਹੈ ਮੈਂ। ਔਰ ਜਦ ਤੱਕ ਮੈਨੂੰ ਕਾਮਯਾਬੀ ਨਹੀਂ ਮਿਲਦੀ, ਮੈਂ ਰੁਕਣਾ ਨਹੀਂ ਹੈ। ਔਰ ਮੈਨੂੰ ਪੂਰਾ ਯਕੀਨ ਹੈ ਮੇਰਾ ਮਾਲਿਕ ਮੇਰੇ ਨਾਲ ਹੈ, ਮੈਨੂੰ ਕਾਮਯਾਬੀ ਜ਼ਰੂਰ ਮਿਲੇਗੀ। ਸਮਝਦੇ ਹੋ? ਆਪਣਾ ਨਾਮ ਲੈ ਕੇ ਕਹਿਣਾ। ਚਲੋ ਆਪਣਾ ਨਾਮ ਲੈ ਕੇ ਕਹਿ ਕੇ ਦੇਖੋ ਇੱਕ ਵਾਰੀ, ਜੋ ਵੀ ਤੁਹਾਡਾ ਨਾਮ ਹੈ, ਹੌਲੀ ਹੌਲੀ ਬੋਲ ਕੇ, ਮਨ 'ਚ ਨਹੀਂ, ਥੋੜਾ ਇੰਨੀ ਕੁ ਆਵਾਜ਼ 'ਚ ਬੋਲੋ ਕਿ ਤੁਹਾਨੂੰ ਥੋੜਾ ਸੁਣਾਈ ਦੇਵੇ। ਜੋ ਵੀ ਤੁਹਾਡਾ ਨਾਮ ਹੈ ਕਿ ਮੈਂ ਮਰ ਤਾਂ ਸਕਦਾ ਹਾਂ ਪਰ ਮੈਂ ਹਾਰ ਨਹੀਂ ਮੰਨਣੀ, ਮੈਂ ਕਾਮਯਾਬ ਹੋ ਕੇ ਦਿਖਾਣਾ ਹੈ। ਔਰ ਕਾਮਯਾਬੀ ਚਾਹੇ ਜੀਵਨ 'ਚ ਕੋਈ ਬਿਮਾਰੀ ਹੋਵੇ, ਉਹ ਤੋਂ ਵੀ ਹਾਰ ਨਹੀਂ ਮੰਨਣੀ। ਇਹ ਨਾ ਸੋਚੋ ਕਿ ਨਹੀਂ ਇਹ ਦੁੱਖ ਨਹੀਂ ਦੂਰ ਹੋਣ ਵਾਲਾ, ਆਹ ਮਸਲਾ ਨਹੀਂ ਹੱਲ ਹੋਣ ਵਾਲਾ, ਆਹ ਪਰੇਸ਼ਾਨੀ ਨਹੀਂ ਹੱਲ ਹੋਣ ਵਾਲੀ। ਫਿਰ ਤੁਹਾਨੂੰ ਕਵਾਂਗੇ ਇਦਾਂ ਦਾ ਕੋਈ ਤਾਲਾ ਨਹੀਂ ਹੈ ਜਿਹੜੀ ਚਾਬੀ ਨਾ ਹੋਵੇ। ਹਾਂ, ਨਕਲੀ ਹੋਵੇ ਤਾਂ ਗੱਲ ਹੋਰ ਹੈ, ਕਿਉਂਕਿ ਕਈ ਵਾਰ ਬੱਚਿਆਂ ਦੇ ਹੁੰਦੇ ਨਾ ਖਿਡੌਣੇ ਜਿਹੇ ਵਾਲੇ, ਉਹ ਗੱਲ ਤਾਂ ਹੋਰ ਹੈ। ਫਿਰ ਇਹ ਤਾਂ ਹਰ ਤਾਲੇ ਦੀ ਚਾਬੀ ਹੁੰਦੀ ਹੈ। ਇਸੇ ਤਰ੍ਹਾਂ ਹਰ ਮੁਸ਼ਕਿਲ ਦਾ ਹੱਲ ਵੀ ਹੁੰਦਾ ਹੈ। ਪਰ ਹਾਂ, ਕਈ ਵਾਰਾਂ ਜਿੱਦਾਂ ਅਸੀਂ ਦੱਸੀਦਾ, ਇੱਥੇ ਵੀ ਦੱਸਣਾ ਚਾਹਾਂਗੇ ਕਿ ਕਈ ਵਾਰਾਂ ਕੀ ਹੁੰਦਾ ਹੈ ਕਿ ਤਾਲਾ ਇੱਕ ਹੁੰਦਾ, ਚਾਬੀਆਂ ਤੁਹਾਡੇ ਹੱਥ ਗੁੱਛਾ ਹੁੰਦਾ 50 ਵਾਲਾ, ਜਾਂ ਗੁੱਛਾ ਹੁੰਦਾ ਤੁਹਾਡੇ ਹੱਥ 100 ਚਾਬੀ ਵਾਲਾ। ਬੋਲੋ, ਸਮਝਦੇ ਹੋ ਕਿ ਨਹੀਂ? ਔਰ ਕੋਈ ਤੁਹਾਨੂੰ ਕਵੇ ਭਾਈ ਇਹ ਦਰਵਾਜ਼ੇ ਦੀ ਚਾਬੀ ਇਹ ਚਾਬੀਆਂ ਦੇ ਗੁੱਛੇ ਵਿੱਚ ਹੀ ਹੈ, ਹੁਣ ਖੋਲ ਲੈ। ਬੰਦਾ ਇੱਕ ਚਾਬੀ ਲਾਉਂਦਾ ਨਹੀਂ ਖੁੱਲਦਾ, ਦੂਜੀ ਲਾਉਂਦਾ ਨਹੀਂ ਖੁੱਲਦਾ, ਤੀਜੀ ਲਾਉਂਦਾ, ਫਿਰ ਬੰਦਾ ਥੱਕ ਲੈ, ਮੈਂ 3 ਵਾਰੀ ਕੋਸ਼ਿਸ਼ ਕਰ ਲਈ ਭਾਈ ਇਹ ਖੁੱਲਣਾ ਹੀ ਨਹੀਂ, ਤਾਂ ਫਿਰ ਤਾਂ ਮੂਰਖਤਾ ਹੈ ਨਾ। ਉਹਨੂੰ ਚਾਹੀਦਾ ਜੇ 100 ਹੈ ਨਾ, ਜੇ 100 ਹੈ ਤਾਂ ਜਦ ਤੱਕ 100 ਕੰਪਲੀਟ ਨਹੀਂ ਹੋ ਜਾਂਦੀ, ਮੈਂ ਕੋਸ਼ਿਸ਼ ਕਰਨੋਂ ਬੰਦ ਨਹੀਂ ਹੋਣਾ, ਕਿਉਂਕਿ ਕਿਸੇ ਨਾ ਕਿਸੇ ਚਾਬੀ ਤੇ ਤਾਂ ਇਹ ਖੁੱਲੇਗਾ ਹੀ। ਇਸ ਲਈ ਤੁਹਾਨੂੰ ਵੀ ਕਹਾਂਗੇ, ਏਦਾਂ ਸਮਝ ਲਓ ਕਿ ਤੁਸੀਂ ਜੇ ਅੱਜ ਕਹਿੰਦੇ ਹੋ ਮੇਰੀ ਉਮਰ 30 ਸਾਲ ਹੋ ਗਈ, 40 ਸਾਲ ਹੋ ਗਈ, 45 ਸਾਲ ਹੋ ਗਈ, 18 ਸਾਲ ਹੋ ਗਈ, 25 ਸਾਲ ਹੋ ਗਈ, ਪਰ ਕਾਮਯਾਬੀ ਦਾ ਦਰਵਾਜ਼ਾ ਨਹੀਂ ਖੁੱਲਿਆ, ਤੈਨੂੰ ਏਦਾਂ ਸਮਝੋ ਕਿ ਕੁਦਰਤ ਨੇ ਵੀ ਜੇ 100 ਸਾਲ ਦਿੱਤੇ, 100 ਚਾਬੀਆਂ ਮੇਰੇ ਹੱਥ 100 ਸਾਲਾਂ ਦੀਆਂ। ਜੇ ਇਸ ਸਾਲ ਕਾਮਯਾਬ ਨਹੀਂ ਹੋਇਆ, ਇਸ ਦਿਨ ਨਹੀਂ ਹੋਇਆ, ਤਾਂ ਅਗਲੇ ਦਿਨ ਦੁਬਾਰਾ ਕੋਸ਼ਿਸ਼ ਕਰਾਂ, ਜੇ ਫਿਰ ਨਹੀਂ ਹੋਇਆ ਅਗਲੇ ਦਿਨ ਦੁਬਾਰਾ ਕੋਸ਼ਿਸ਼ ਕਰਾਂ।
और जब तक मेरी श्वासां की एक भी चाबी मेरे कोल है मैं कोशिश करते जाना है, क्योंकि की पता किहड़े श्वास की चाबी ने दरवाजा खुल जाना है। पता किसी को? ठीक है, अज बीमारी है पर पता कि आने वाला कल तंदुरुस्ती भरिया हो सकता है। जिदा ही दसी अज गर्मी है, हो सकता कल नूं बारिश होकर ठंडा मौसम हो जाए। बोलो समझते हो कि नहीं? जिदा ही मिसाल दी अज धुंध है, हो सकता कल नूं सूरज निकल आवे, क्योंकि जिंदगी का की पता आने वाले समय च की हो सकता है। बस इहनूं कहंदे उम्मीद, विश्वास। और जिन्हां नूं अपने मालिक ते यकीन हुंदा है फिर उन्हां दे जीवन च बदलाव भी जरूर आता है, क्योंकि ब्रह्म का मतलब दस चुके हैं कि हर वेले फैल रहा है, वध रहा है। बस ऐसे भी अपने मालिक ते यकीन रखना है, परमात्मा ते यकीन रखना है कि जिहड़ा आप वध रहा है वह नियम है तो मैनू भी अगे जरूर ਵਧਾਏਗਾ। जे मैं अपने मालिक नाल जुड़ के रहूंगा, अपने मालिक नाल विश्वास नाल जुड़ के रहूंगा तो यह कभी हो ही नहीं सकता कि मेरे जीवन च वाधा ना होवे, मेरे जीवन च कामयाबी ना मिले, सफलता ना मिले। क्योंकि असीं कई बार दसिया जिहड़ी टहनी वृक्ष नाल जुड़ी रहती है हमेशा वधदी है, उदों ही वधना बंद हुंदी जदों तोड़ के सुट दईए। तो जे असीं टुटे गए विश्वास नालों, अपने मालिक के यकीन नालों, अपने मालिक के प्रेम नालों, अपने मालिक की रूपी जड़ नालों टुट गए असीं, तो फिर असीं ठहर जावांगे, फिर नहीं बढ़ांगे अगे। पर जे असीं विश्वास नाल जुड़े रहांगे, यकीन रखांगे, भरोसा रखांगे तो फिर ठीक है, अज दर्द है तो कल नूं आराम भी जरूर आएगा। बोलो समझदे हो कि नहीं? इत्थे मावां बैठियां है, उन्होंने पता है कि जो बच्चा गर्भ च हुंदा है तो 9 महीने किन्नियां तकलीफां जी गुजरना पैंदा है। तो जे हुण उसले मां कहे कि ये तकलीफ मेरे तो बर्दाश्त नहीं होंदी, मैनू ये तकलीफ तो बचाओ, तो फिर जरा दोस्तों इसका मतलब की है? पर जे मां कहे कोई गल नहीं, मैं हर तकलीफ झल्लण नूं तैयार है, क्योंकि मैनू पता है कि नवीं जिंदगी दुनिया ते आने वाली है, एक नवीं शुरुआत जीवन की होने वाली है, मैं हर दर्द बर्दाश्त करने नूं तैयार हाँ। तो देखो फिर बच्चे का जन्म होंदा है, जदों बच्चा पैदा होंदा है, मां की गोद विच आंदा है और मां उन्होंने देखती है तो उन्होंने अपनी सारियां तकलीफां भुल जांदियां है। इदां ही समझ, इदां ही तुसीं इत्थों समझना है कि अज मेरे जीवन च जैसी मर्जी पीड़ा है पर मैनूं यकीन है खुशियां का एक नवा जन्म होएगा, होने वाला है। बोलो समझदे हो कि नहीं? क्योंकि मैनू अपने मालिक की रहमत ते पूरा, एक बार जोर ना कहना, मैनू अपने मालिक की रहमत ते पूरा, मैनू मालिक ते पूरा, मैनू पूरा, मेरे सारे दुख दूर, मेरे सारे दुख दूर, मेरे सारे दुख दूर, मेरियां झोलियां खुशियां नाल, मेरियां झोलियां खुशियां नाल, मेरियां झोलियां खुशियां नाल, मेरा मालिक मेरे, मेरा मालिक मेरे, मेरा मालिक मेरे, मैनू कामयाबी जरूर, मैनू कामयाबी जरूर, मैनू कामयाबी जरूर। बस ये यकीन रखना, तो वाकई अगर यकीन नाल तुरे हो तो कामयाबी मिलेगी भी जरूर, सफलता मिलेगी भी जरूर। ये यकीन रहना चाहिए अंदर, समझदे हो कि नहीं? जिदा पता सत्संग तो लंगर मिलना ही है, पता ना, ऐसे ही बस कामयाबी भी जरूर मिलेगी। भरोसा रखो, यकीन रखो, ये विश्वास इनू ही कहते हैं कि इस वेले प्लेटा हाथ च नहीं है, समझते हो कि नहीं? पर यकीन है अंदर कि जिद्दे सत्संग खत्म होना लाइना लानिया तो सानू लंगर मिल जाना है। बेशक इस वेले ये खाली हाथ बैठे हैं, बंदा कहता ना इस वेले, पर यकीन है कि नहीं? तो पूरा यकीन है ना, किसी को कोई शक तो नहीं कि पता नहीं खाना बाद चो मिलना कि नहीं मिलना, इदा शक थोड़ी है किसी को। जिदा ये 100% 100% यकीन है कि बेशक इसलिए मेरे हाथ खाली लग रहे हैं पर थोड़ी देर बाद इन हाथों की थाली होनी है तो थाली विच दाल चावल जो भी बनया होना है और फिर वो चीज़ मेरे पेट अंदर जानी है, मैं स्वाद लेना वह। बस इदा ही तुसीं विश्वास मालिक की रहमत से भी रखो कि इसलिए बेशक मैनू हाथ खाली लगते हैं, इसलिए बेशक जीवन च दुख लगते हैं, परेशानियां लगदियां हैं, पर मैनू भी पूरा यकीन है कि वह समा आना जो मालिक की रहमत नाल मेरे हाथ भरपूर हो जाने हैं, मेरिया झोलियां भर जानियां हैं, तो मेरे जीवन दी सारियां भुखा प्यासा तकलीफां दुख दूर हो जाने और मेरा जीवन आनंद खुशियां नाल भर जाना है। ये विश्वास रखो, इदां ही भरोसा रखना पैना जिदा लंगर ते, समझदे हो कि नहीं? क्योंकि जिहड़ा भरोसा रखेगा वो पेट भर के जाएगा, जिन्होंने भरोसा नहीं होना उन्होंने फटाफट दौड़ जाना कि लै जी इत्थे नहीं मिलना, चलिए, समझदे हो कि नहीं? पर जिहड़ा सबर रख के बैठेगा वो लै भी लेगा। इदां ही मालिक की रहमत नूं भी इहदे नाल ही जोड़ के देख लईए असीं कि जिहड़ा अपने मालिक ते यकीन रखता है, भरोसा रखता है, वो लै भी सब कुछ जाता है। फिर जन्मां जन्मां दी भुख ओहदी जिहड़ी है मिट जाती है और ਉਹਦੇ मन दे विच एक तसल्ली, एक संतुष्टि हो जाती है
ਕਿ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮੇਰੇ ਮਾਲਿਕ ਦੀ ਰਹਿਮਤ ਮੇਰੇ ਨਾਲ ਹੈ ਤਾਂ ਮੇਰੀਆਂ ਝੋਲੀਆਂ ਜਿੱਦਾਂ ਦੱਸਿਆ ਖੁਸ਼ੀਆਂ ਨਾਲ ਭਰ ਗਈਆਂ। ਜ਼ਰੂਰ ਭਰਨਗੀਆਂ, ਜ਼ਰੂਰ ਰਹਿਮਤ ਹੋਏਗੀ। ਇਸ ਲਈ ਨਿਰਾਸ਼ ਨਹੀਂ ਹੋਣਾ, ਉਦਾਸ ਨਹੀਂ ਹੋਣਾ, ਆਪਣੇ ਮਾਲਿਕ ਦੀ ਰਹਿਮਤ ਤੇ ਪੂਰਾ ਯਕੀਨ ਰੱਖਣਾ ਹੈ। ਕਿਉਂਕਿ ਫਿਰ ਦੱਸਾਂਗੇ ਲਾਸਟ ਬਚਨਾਂ 'ਚ ਕਿ ਤੁਹਾਡੇ ਅੰਦਰ ਹੀ ਉਹ ਪਰਮ ਸ਼ਕਤੀ ਛੁਪੀ ਹੋਈ ਹੈ। ਪਰਮਾਤਮਾ ਦੀ ਰਹਿਮਤ ਤੁਹਾਡੇ ਅੰਦਰ ਹੈ, ਉਹ ਪਰਮ ਪਿਤਾ ਪਰਮਾਤਮਾ ਤੁਹਾਡੇ ਅੰਦਰ ਹੈ। ਬਸ ਉਹ ਪਰਮ ਪਿਤਾ ਪਰਮਾਤਮਾ ਦੀ ਸ਼ਕਤੀ ਨੂੰ ਪ੍ਰਾਪਤ ਕਰਨ ਵਾਸਤੇ, ਉਹਦੇ ਨਾਲ ਜੁੜਨ ਵਾਸਤੇ ਪ੍ਰੇਮ ਔਰ ਵਿਸ਼ਵਾਸ ਹੀ ਉਹ ਸਾਧਨ ਹੈ, ਉਹ ਕਨੈਕਸ਼ਨ ਹੈ ਕਿ ਇਹਦੇ ਜ਼ਰੀਏ ਹੀ ਅਸੀਂ ਉਹਦੇ ਨਾਲ ਜੁੜ ਸਕਦੇ ਹਾਂ ਔਰ ਆਪਣੀਆਂ ਮੁਸ਼ਕਿਲਾਂ ਦਾ ਹੱਲ ਪਾ ਸਕਦੇ ਹਾਂ। ਸਮਝਦੇ ਹੋ ਕਿ ਨਹੀਂ? ਇਸ ਕਰਕੇ ਆਪਣੇ ਅੰਦਰ ਵਿਸ਼ਵਾਸ ਰੱਖੋ, ਯਕੀਨ ਰੱਖੋ, ਤਾਂ ਮਾਲਕ ਦੀਆਂ ਰਹਿਮਤਾਂ ਨਾਲ ਤੁਸੀਂ ਭਰਪੂਰ ਹੋ ਜਾਓਗੇ। ਮਾਲਕ ਦੀਆਂ ਰਹਿਮਤਾਂ ਨਾਲ ਝੋਲੀਆਂ ਭਰ ਜਾਣਗੀਆਂ। ਔਰ ਫਿਰ ਇੱਕ ਵਾਰ ਕਹਾਂਗੇ ਕਿ ਸਤਸੰਗ ਪਸ਼ੂ ਮਾਨੁਸ਼ ਕਰੇ, ਮਾਨੁਸ਼ ਸੇ ਸਿੱਧ ਹੋਏ, ਦਾਦੂ ਸਿੱਧ ਤੇ ਦੇਵਤਾ ਦੇਵ ਨਿਰੰਜਨ ਹੋਏ। ਕਿ ਅਗਰ ਅਸੀਂ ਵੀ ਆਪਣੇ ਜੀਵਨ 'ਚ ਬਦਲਾਵ ਲੈਣਾ ਚਾਹੁੰਦੇ ਤਾਂ ਸੰਤ ਦਾਦੂ ਦਿਆਲ ਨੇ ਸਤਸੰਗ ਦੀ ਗੱਲ ਕੀਤੀ ਹੈ ਕਿ ਸੰਤਾਂ ਦੀ ਸੰਗਤ ਅੰਦਰ ਆ ਕੇ ਬੈਠੇਗਾ, ਸਤਸੰਗ ਵਿੱਚ ਆ ਕੇ ਬੈਠੇਗਾ ਤਾਂ ਫੇਰ ਹੀ ਸਤਸੰਗ ਹੌਲੀ ਹੌਲੀ ਤੈਨੂੰ ਪਸ਼ੂ ਤੋਂ ਇਨਸਾਨ, ਇਨਸਾਨ ਤੋਂ ਸਿੱਧ, ਸਿੱਧ ਤੋਂ ਦੇਵਤਾ ਔਰ ਦੇਵ ਤੋਂ ਨਿਰੰਜਨ ਤੱਕ ਲੈ ਜਾਏਗਾ। ਬੋਲੋ ਸਮਝਦੇ ਹੋ ਕਿ ਨਹੀਂ? ਯਾਨੀ ਪਰਮਾਨੰਦ ਤੱਕ ਲੈ ਜਾਏਗਾ। ਹੁਣ ਪਸ਼ੂ ਆਪਾਂ ਇਹ ਵੀ ਕਹਿ ਸਕਦੇ ਪੀੜਾ, ਤਕਲੀਫ, ਦੁੱਖ, ਔਰ ਪਰਮਾਨੰਦ ਪਰਮਾਤਮਾ ਯਾਨੀ ਪਰਮ ਸੁਖ। ਜੇ ਦੁੱਖਾਂ ਚੋਂ ਸੁੱਖਾਂ ਦੀ ਤਰਫ ਜਾਣਾ ਹੈ ਤਾਂ ਫਿਰ ਅਸੀਂ ਸਤਸੰਗ ਨਾਲ ਜੁੜ ਕੇ ਹੀ ਉੱਥੇ ਪਹੁੰਚ ਸਕਦੇ ਹਾਂ। ਇਸ ਲਈ ਜਿੱਦਾਂ ਅੱਜ ਤੁਸੀਂ ਸਤਸੰਗ 'ਚ ਪਹੁੰਚੇ ਹੋ, ਇਸੇ ਤਰ੍ਹਾਂ ਕੋਸ਼ਿਸ਼ ਕਰਿਆ ਕਰੋ ਲਾਗੇ ਜਿੱਥੇ ਵੀ ਤੁਹਾਡੇ ਸਤਸੰਗ ਦਾ ਪ੍ਰੋਗਰਾਮ ਹੋਵੇ ਉੱਥੇ ਜ਼ਰੂਰ ਪਹੁੰਚੋ ਔਰ ਸਤਸੰਗ ਦਾ ਆਨੰਦ ਜ਼ਰੂਰ ਲਓ ਆ ਕੇ। ਕਿਉਂਕਿ ਕਈ ਵਾਰ ਅਸੀਂ ਦੱਸਿਆ ਹੈ ਕਿ ਕਿਹੜੇ ਸ਼ਬਦ ਨੇ, ਕਿਹੜੇ ਬੋਲ ਨੇ ਸਾਡੇ ਜੀਵਨ ਤੇ ਐਸਾ ਅਸਰ ਕਰ ਦੇਣਾ ਕਿ ਸਾਡੀ ਜ਼ਿੰਦਗੀ ਬਦਲ ਜਾਣੀ ਹੈ। ਤੇ ਇਨਸਾਨ ਨੂੰ ਸਤਸੰਗ 'ਚ ਬਹਿ ਕੇ ਹੀ ਪਤਾ ਲੱਗਦਾ ਹੈ। ਇਸ ਲਈ ਮੌਕਾ ਕਦੀ ਨਾ ਗਵਾਈਏ। ਔਰ ਜੀਵਨ ਦੇ ਵਿੱਚ ਜੇ ਖੁਸ਼ੀਆਂ ਪਾਣੀਆਂ ਹੈ ਤਾਂ ਫਿਰ ਕਵਾਂਗੇ ਕਿ ਜਿੱਦਾਂ ਦੱਸੀਦਾ ਹੈ ਕਿ ਜੇ ਕਰੰਟ ਤਾਰ ਅੰਦਰ ਆਏਗਾ ਨਾ ਫੇਰ ਹੀ ਪੱਖੇ ਚੱਲਣੇ ਹੈ। ਇਸੇ ਤਰ੍ਹਾਂ ਜੇ ਸਾਡੀ ਤਾਰ ਵੀ ਪਰਮਾਤਮਾ ਨਾਲ ਜੁੜੇਗੀ ਤਾਂ ਫੇਰ ਹੀ ਸਾਡੇ ਜੀਵਨ 'ਚ ਠੰਡੀਆਂ ਹਵਾਵਾਂ ਆਣਗੀਆਂ, ਫੇਰ ਹੀ ਸਾਡੇ ਜੀਵਨ 'ਚ ਖੁਸ਼ੀਆਂ ਆਣਗੀਆਂ। ਔਰ ਸਤਸੰਗ ਇੱਕੋ ਪਲੱਗ ਹੈ ਕਿ ਜਿੱਥੇ ਆਪਾਂ ਜੁੜ ਕੇ ਆਪਣੇ ਮਾਲਿਕ ਨਾਲ ਜੁੜ ਜਾਈਦਾ ਹੈ। ਔਰ ਜਦੋਂ ਮਾਲਿਕ ਨਾਲ ਜੁੜ ਗਏ ਫਿਰ ਤਾਂ ਕਮੀ ਕੋਈ ਜੀਵਨ 'ਚ ਆਂਦੀ ਨਹੀਂ ਹੈ। ਇਸ ਲਈ ਪੂਰਾ ਵਿਸ਼ਵਾਸ ਰੱਖਣਾ। ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਹੋਏਗਾ, ਆਉਣ ਵਾਲਾ ਸਮਾਂ ਕਾਮਯਾਬੀ ਭਰਿਆ ਹੋਏਗਾ। ਅੱਜ ਹਾਲਾਤ ਕੀ ਹੈ ਉਹ ਨਹੀਂ ਦੇਖਣੇ, ਬਲਕਿ ਇਹ ਯਕੀਨ ਰੱਖਣਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਆਉਣ ਵਾਲਾ ਸਮਾਂ ਮੇਰੇ ਵਾਸਤੇ ਖੁਸ਼ੀਆਂ ਭਰਿਆ ਹੋਏਗਾ। ਮੈਂ ਕੋਸ਼ਿਸ਼ ਕਰਨੀ ਹੈ, ਮੈਂ ਮਿਹਨਤ ਕਰਨੀ ਹੈ ਤਾਂ ਮੈਨੂੰ ਕਾਮਯਾਬੀ ਮੇਰਾ ਮਾਲਿਕ ਜ਼ਰੂਰ ਦੇਏਗਾ, ਮੈਨੂੰ ਸਫਲਤਾ ਜ਼ਰੂਰ ਦੇਏਗਾ। ਇਹ ਯਕੀਨ ਆਪਣੇ ਅੰਦਰ ਰੱਖਣਾ ਹੈ। ਬੋਲੋ ਯਕੀਨ ਹੈ ਕਿ ਨਹੀਂ? ਅੱਜ ਤੋਂ ਯਕੀਨ ਰੱਖੋਗੇ ਕਿ ਨਹੀਂ? ਜੇ ਖੁਸ਼ੀਆਂ ਚਾਹੀਦੀਆਂ ਤਾਂ ਫਿਰ ਯਾਦ ਰੱਖੋ ਕਿ ਯਕੀਨ ਦੇ ਨਾਲ ਹੀ ਅਸੀਂ ਖੁਸ਼ੀਆਂ ਦੀ ਤਰਫ ਵਧਾਂਗੇ। ਇਸ ਲਈ ਆਪਣੇ ਅੰਦਰ ਪੂਰਾ ਵਿਸ਼ਵਾਸ ਰੱਖਣਾ, ਪੂਰਾ ਯਕੀਨ ਰੱਖਣਾ। ਔਰ ਹੁਣ ਇਹਨਾਂ ਵਚਨਾਂ ਦੇ ਨਾਲ ਹੀ ਅਸੀਂ ਅੱਜ ਦੇ ਸਤਸੰਗ ਦੀ ਸਮਾਪਤੀ ਕਰਾਂਗੇ ਔਰ ਅੰਤ ਵਿੱਚ ਇਹੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ। 2 ਮਿੰਟ ਰੁਕ ਲੈ ਪੁੱਤ, ਬਾਅਦ 'ਚ ਜੈ ਮਾਲਕਾਂ ਦੀ ਕਰਦੇ। ਸੋ ਆਖਰਲੇ ਵਚਨਾਂ 'ਚ ਨਹੀਂ, ਠੀਕ ਹੈ ਬੱਚੇ ਹੁੰਦੇ ਆ, ਹੁਣ ਧਿਆਨ ਦੇਣਾ ਕਿ ਆਖਰਲੇ ਵਚਨਾਂ 'ਚ ਅਸੀਂ ਮਾਲਕ ਦੇ ਚਰਨਾਂ 'ਚ ਇਹੀ ਬੇਨਤੀ ਕਰਾਂਗੇ ਕਿ ਅੱਜ ਜਿੰਨੇ ਵੀ ਜੀਵ ਮਾਲਕਾਂ ਦੀ ਕਿਰਪਾ ਦੇ ਨਾਲ ਇਸ ਸਤਸੰਗ 'ਚ ਆਨੰਦ ਲੈਣ ਪਹੁੰਚੇ ਹੈ, ਮਾਲਕ ਤੁਹਾਨੂੰ ਸਾਰਿਆਂ ਨੂੰ ਰਹਿਮਤਾਂ ਦੇ ਨਾਲ, ਬਰਕਤਾਂ ਦੇ ਨਾਲ, ਬਖਸ਼ਿਸ਼ਾਂ ਦੇ ਨਾਲ, ਖੁਸ਼ੀਆਂ ਦੇ ਨਾਲ ਭਰਪੂਰ ਕਰਨ। ਤੁਹਾਡੇ ਅੰਦਰ ਅਗਰ ਕਿਸੇ ਕਿਸਮ ਦੀ ਵੀ ਕੋਈ ਟੈਨਸ਼ਨ ਹੈ, ਕੋਈ ਚਿੰਤਾ ਹੈ, ਕੋਈ ਪਰੇਸ਼ਾਨੀ ਹੈ ਤਾਂ ਮਾਲਕ ਤੁਹਾਡੇ ਅੰਦਰ ਇੰਨਾ ਵਿਸ਼ਵਾਸ, ਇੰਨਾ ਪ੍ਰੇਮ ਪੈਦਾ ਕਰ ਦੇਣ ਕਿ ਤੁਹਾਡੀਆਂ ਸਾਰੀਆਂ ਟੈਨਸ਼ਨਾਂ, ਸਾਰੀਆਂ ਚਿੰਤਾਵਾਂ, ਸਾਰੇ ਫਿਕਰ ਦੂਰ ਹੋ ਜਾਣ। ਅਗਰ ਤੁਹਾਡੇ ਜੀਵਨ 'ਚ ਕੋਈ ਤਕਲੀਫ, ਕੋਈ ਦੁੱਖ ਹੈ ਤਾਂ ਮਾਲਕ ਇੰਨੀ ਰਹਿਮਤ ਕਰਨ, ਇੰਨੀ ਹਿੰਮਤ, ਇੰਨਾ ਹੌਸਲਾ ਤੁਹਾਨੂੰ ਦੇਣ ਔਰ ਇਸ ਤਰ੍ਹਾਂ ਦੀ ਮਾਲਕ ਤੁਹਾਡੇ ਤੇ ਕਿਰਪਾ ਕਰਨ ਕਿ ਤੁਹਾਡੇ ਜੀਵਨ ਦੀਆਂ ਪਰੇਸ਼ਾਨੀਆਂ, ਤਕਲੀਫ, ਦੁੱਖ ਦੂਰ ਹੋ ਜਾਣ ਔਰ ਤੁਹਾਡੀ ਸਭ ਦੀ ਝੋਲੀ ਖੁਸ਼ੀਆਂ ਦੇ ਨਾਲ, ਰਹਿਮਤਾਂ ਦੇ ਨਾਲ, ਬਰਕਤਾਂ ਦੇ ਨਾਲ, ਸੁੱਖ ਸਮਰਿੱਧੀ ਨਾਲ ਮਾਲਕ ਭਰਪੂਰ ਕਰਨ ਔਰ ਤੁਹਾਡੇ ਚਿਹਰਿਆਂ ਤੇ ਸਦਾ ਮੁਸਕਰਾਹਟ ਬਣੀ ਰਹੇ। ਜਰਾ ਹੱਸ ਕੇ ਦਿਖਾਣਾ, ਖੁੱਲ ਕੇ ਹੱਸੋ ਜਰਾ। ਹਾਂ, ਜਿੱਦਾਂ ਇਸ ਵੇਲੇ ਤੁਹਾਡੇ ਚਿਹਰਿਆਂ ਤੇ ਇੱਕ ਮੁਸਕਰਾਹਟ ਹੈ, ਸਮਾਈਲ ਹੈ, ਮਾਲਕ ਇੰਨੀ ਕਿਰਪਾ ਕਰਨ ਕਿ ਤੁਹਾਡੇ ਚਿਹਰਿਆਂ ਤੇ ਮੁਸਕਰਾਹਟ, ਇਹ ਸਮਾਈਲ ਹਮੇਸ਼ਾ ਬਣੀ ਰਵੇ ਔਰ ਆਉਣ ਵਾਲਾ ਸਮਾਂ ਬਹੁਤ ਜ਼ਿਆਦਾ ਖੁਸ਼ੀਆਂ ਭਰਿਆ, ਕਾਮਯਾਬੀ, ਸਫਲਤਾ ਭਰਿਆ ਤੁਹਾਡੇ ਵਾਸਤੇ ਹੋਵੇ। ਦਿਨ ਦੁਗਣੀ ਰਾਤ ਚੌਗਣੀ ਮਾਲਕ ਤੁਹਾਨੂੰ ਤਰੱਕੀ ਦੇਣ। ਇਹੀ ਸਾਡੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਔਰ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਸਦੇ ਉਸ ਮਾਲਕ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਸਾਡਾ ਪ੍ਰਣਾਮ ਸਵੀਕਾਰ ਕਰੋ। ਜੈ ਮਾਲਕਾਂ ਦੀ। ਸੋਹਣਾ ਸੋਹਣਾ ਮੇਰਾ ਮੁਰਸ਼ਿਦ ਸੋਹਣਾ।